ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸਿੱਧ ਗੋਸ਼ਟ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਤੇ ਅੱਜ ਜੋ ਅਸੀਂ ਪੌੜੀ ਵਿਚਾਰਨੀ ਹੈ 14ਵੀਂ ਪੌੜੀ ਹੈ ਔਰ ਅੰਗ ਹੈ 939। ਇਸ ਪਾਵਨ ਬਾਣੀ ਦੇ ਅੰਦਰ ਸਿੱਧਾਂ ਦੇ ਸਵਾਲ ਨੇ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਵਾਬ ਦਿੱਤੇ ਨੇ, ਯਾਨੀ ਆਪਣਾ ਜੋ ਮਤ ਹੈ ਉਹ ਪੇਸ਼ ਕੀਤਾ ਹੈ, ਜੋ ਨਵੀਂ ਇੱਕ ਵਿਚਾਰਧਾਰਾ ਹੈ। ਇਸ ਦੇ ਵਿੱਚ ਕੱਲ ਅਸੀਂ ਵਿਚਾਰ ਕੀਤੀ ਸੀ ਕਿ ਸਿੱਧਾਂ ਨੇ ਕੁਝ ਸਵਾਲ ਕੀਤੇ ਸਨ, ਜਿਹੜੇ ਸਵਾਲ ਇਹ ਸਨ ਕਿ ਕਵਨ ਸੋ ਗੁਪਤਾ ਕਵਨ ਸੋ ਮੁਕਤਾ, ਕੌਣ ਗੁਪਤ ਹੈ ਔਰ ਕੌਣ ਮੁਕਤ ਹੈ, ਕਵਨ ਸੋ ਅੰਤਰ ਬਾਹਰ ਜੁਗਤਾ, ਅੰਦਰੋਂ ਬਾਹਰੋਂ ਜੁੜਿਆ ਹੋਇਆ ਕੌਣ ਹੈ, ਕਵਨ ਸੋ ਆਵੇ ਕਵਨ ਸੋ ਜਾਏ, ਕੌਣ ਆਉਂਦਾ ਹੈ ਔਰ ਕੌਣ ਜਾਂਦਾ ਹੈ, ਕਵਨ ਸੋ ਤ੍ਰਿਪਵਨ ਰਿਹਾ ਸਮਾਏ, ਉਹ ਕੌਣ ਹੈ ਜੋ ਪ੍ਰਭੂ ਦੇ ਅੰਦਰ ਹਮੇਸ਼ਾ ਹਮੇਸ਼ਾ ਵਾਸਤੇ ਸਮਾਇਆ ਹੋਇਆ ਹੈ। ਤਾਂ ਗੁਰੂ ਸਾਹਿਬ ਜੀ ਨੇ ਇਹਨਾਂ ਸਵਾਲਾਂ ਦੇ ਉੱਤਰ ਦਿੱਤੇ ਸਨ ਕਿ ਘਟ ਘਟ ਗੁਪਤਾ ਗੁਰਮੁਖ ਮੁਕਤਾ, ਕਿ ਹਰ ਹਿਰਦੇ ਦੇ ਅੰਦਰ ਪ੍ਰਭੂ ਆਪ ਹੀ ਗੁਪਤ ਰੂਪ ਵਿੱਚ ਵਰਤ ਰਿਹਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਵਿਕਾਰਾਂ ਤੋਂ ਮੁਕਤ ਹੈ ਔਰ ਗੁਰੂ ਦੇ ਸ਼ਬਦ ਰਾਹੀਂ ਬੰਦਾ ਅੰਦਰ ਬਾਹਰੋਂ ਇੱਕ ਹੋ ਸਕਦਾ ਹੈ। ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜੀਣ ਵਾਲਾ ਅੰਦਰੋਂ ਬਾਹਰੋਂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਜੋ ਆਪ ਹੁਦਰਾ ਮਨੁੱਖ ਹੈ ਉਹ ਆਤਮਕ ਮੌਤ ਤੇ ਮਰਦਾ ਹੈ ਔਰ ਇਸ ਸੰਸਾਰ ਤੋਂ ਆਪਣਾ ਜੀਵਨ ਵਿਅਰਥ ਗਵਾ ਕੇ ਚਲਾ ਜਾਂਦਾ ਹੈ। ਗੁਰਮੁਖ ਜਿਹੜਾ ਇਨਸਾਨ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ, ਉਹ ਸਦਾ ਲਈ ਸੱਚ ਦੇ ਅੰਦਰ ਸਮਾਇਆ ਰਹਿੰਦਾ ਹੈ। ਇਸ ਤੋਂ ਅਗਲੀ ਵਿਚਾਰ ਅਸੀਂ ਅੱਜ ਆਰੰਭ ਕਰਦੇ ਹਾਂ। ਸਿੱਧਾਂ ਦੇ ਸਵਾਲ ਨੇ ਔਰ ਸਵਾਲ ਇਕੱਲੇ ਸਿੱਧਾਂ ਦੇ ਹੀ ਨਹੀਂ ਹਨ, ਸਾਰੀ ਮਨੁੱਖਤਾ ਦੇ ਨੇ ਔਰ ਸਾਡੇ ਸਾਰਿਆਂ ਵਾਸਤੇ ਸਾਰੇ ਸਵਾਲ ਬਹੁਤ ਲਾਹੇਵੰਦ ਨੇ ਔਰ ਇਹਨਾਂ ਦਾ ਉੱਤਰ ਜਿਹੜਾ ਹੈ ਉਹ ਸਾਨੂੰ ਚਾਹੀਦਾ ਹੈ, ਜਿਸ ਕਰਕੇ ਅਸੀਂ ਆਪਣੀ ਜ਼ਿੰਦਗੀ ਸੁੱਖ ਸ਼ਾਂਤੀ ਆਨੰਦ ਖੇੜੇ ਔਰ ਪ੍ਰਸੰਨਤਾ ਦੇ ਨਾਲ ਜੀ ਸਕੀਏ ਔਰ ਅਸੀਂ ਜੀਵਨ ਮੁਕਤੀ ਦਾ ਆਨੰਦ ਮਾਣ ਸਕੀਏ। ਦੁਨੀਆ ਦਾ ਹਰ ਪ੍ਰਾਣੀ ਮਨੁੱਖ ਮਾਤਰ ਜੇ ਇਸ ਪਾਵਨ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਇਸ ਮੁਤਾਬਕ ਆਪਣੀ ਜ਼ਿੰਦਗੀ ਜੀਵੇ ਤਾਂ ਇਸ ਜਗਤ ਦੇ ਅੰਦਰ ਰਹਿੰਦਾ ਜੀਵਨ ਜੀਂਦਾ ਹੋਇਆ ਇਹ ਜੀਵਨ ਮੁਕਤੀ ਦਾ ਆਨੰਦ ਮਾਣ ਸਕਦਾ ਹੈ ਔਰ ਸਰਬ ਵਿਆਪਕ ਪ੍ਰਭੂ ਦੇ ਅੰਦਰ ਸਮਾ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰ ਸਕਦਾ ਹੈ। ਹੁਣ ਸਵਾਲ ਕਰ ਰਹੇ ਨੇ ਸਿੱਧ, ਕਿਉਂ ਕਰ ਬਾਧਾ ਸਰਪਨ ਖਾਧਾ। ਇਹ ਜਿਹੜਾ ਇਨਸਾਨ ਹੈ, ਮਨੁੱਖ ਹੈ, ਕਿਵੇਂ ਇਹ ਜੀਵ ਬੱਝਾ ਹੋਇਆ ਹੈ ਕਿ ਸਰਪਨ ਖਾਧਾ, ਕਿ ਇਸ ਨੂੰ ਸਰਪਣੀ ਨੇ ਮਾਇਆ ਨੇ ਖਾ ਲਿਆ ਹੈ। ਮਾਇਆ ਇਸ ਨੂੰ ਖਾਈ ਜਾ ਰਹੀ ਹੈ। ਕਿਸ ਦੇ ਨਾਲ ਇਹ ਬੱਝਾ ਹੋਇਆ ਹੈ ਕਿ ਇਹਦੇ ਕੋਲ ਭੱਜਣ ਦੀ ਗੁੰਜਾਇਸ਼ ਵੀ ਨਹੀਂ, ਬਚਣ ਦੀ ਗੁੰਜਾਇਸ਼ ਵੀ ਨਹੀਂ। ਉਹ ਕੀ ਕਾਰਨ ਹੈ? ਕਿਉਂ ਕਰ ਖੋਇਆ ਕਿਉਂ ਕਰ ਲਾਧਾ, ਇਹਨੂੰ ਲਾਧਾ ਨਹੀਂ ਪੜਨਾ, ਧੱਦਾ ਬੁਲਾਣਾ ਹੈ ਲਾਧਾ। ਕਿਉਂ ਕਰ ਖੋਇਆ ਕਿਉਂ ਕਰ ਲਾਧਾ। ਇਸ ਜੀਵ ਨੇ ਕਿਵੇਂ ਆਪਣੀ ਜ਼ਿੰਦਗੀ ਦਾ ਲਾਭ ਗਵਾ ਲਿਆ ਹੈ, ਕਿਵੇਂ ਆਪਣੇ ਜੀਵਨ ਨੂੰ ਇਹ ਗਵਾ ਲੈਂਦਾ ਹੈ ਜਿਹੜਾ ਇਸ ਜੀਵਨ ਦੇ ਵਿੱਚ ਲਾਭ ਹੋਣਾ ਸੀ। ਕਿਉਂ ਕਰ ਲਾਧਾ, ਔਰ ਕਿਵੇਂ ਇਹ ਗਵਾਚੇ ਹੋਏ ਨੂੰ ਮੁੜ ਕੇ ਲੱਭ ਸਕਦਾ ਹੈ ਕਿ ਜਿਹੜਾ ਲਾਭ ਸਾਡਾ ਹੁਣ ਤੱਕ ਜ਼ਿੰਦਗੀ ਵਿੱਚ ਗਵਾਚ ਗਿਆ ਹੈ, ਕਿ ਅਸੀਂ ਦੁਬਾਰਾ ਉਹ ਲਾਭ ਖੱਟ ਸਕਨੇ ਹਾਂ, ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹ ਜੀਵ ਕਿਵੇਂ ਪਵਿੱਤਰ ਹੋ ਸਕਦਾ ਹੈ, ਮਨੁੱਖ ਦੀ ਸੋਚ ਕਿਵੇਂ ਪਵਿੱਤਰ ਹੋ ਸਕਦੀ ਹੈ। ਕਿਉਂ ਕਰ ਅੰਧਿਆਰਾ, ਤੇ ਉਹ ਕੀ ਕਾਰਨ ਨੇ ਜਿਨ੍ਹਾਂ ਕਰਕੇ ਇਸ ਦੀ ਜ਼ਿੰਦਗੀ ਦੇ ਅੰਦਰ ਹਨੇਰਾ ਬਣਿਆ ਰਹਿੰਦਾ ਹੈ, ਅਗਿਆਨਤਾ ਦਾ ਹਨੇਰਾ ਪਸਰਿਆ ਰਹਿੰਦਾ ਹੈ ਔਰ ਇਹ ਨਿਰਮਲ ਦੀ ਬਜਾਏ ਅਪਵਿੱਤਰ ਹੀ ਜ਼ਿੰਦਗੀ ਗੁਜ਼ਾਰਦਾ ਰਹਿੰਦਾ ਹੈ। ਇਹ ਤੱਤ ਵਿਚਾਰ ਹੈ ਸੋ ਗੁਰੂ ਹਮਾਰਾ। ਸਿੱਧ ਕਹਿੰਦੇ ਨੇ ਜੋ ਇਸ ਤੱਤ ਦਾ ਮਤਲਬ ਅਸਲੀਅਤ, ਕਿ ਜੋ ਇਸ ਅਸਲੀਅਤ ਨੂੰ ਵਿਚਾਰੇਗਾ, ਜੋ ਇਸ ਅਸਲੀਅਤ ਨੂੰ ਦੱਸੇਗਾ, ਅਸੀਂ ਉਹਨੂੰ ਆਪਣਾ ਗੁਰੂ ਮੰਨਾਂਗੇ, ਅਸੀਂ ਉਹਦੇ ਅੱਗੇ ਆਪਣਾ ਸ਼ੀਸ਼ ਨਿਵਾਵਾਂਗੇ, ਉਹਦੇ ਅੱਗੇ ਸਾਡਾ ਨਮਸਕਾਰ ਹੋਏਗਾ। ਉਸ ਇਨਸਾਨ ਨੂੰ ਅਸੀਂ ਆਪਣਾ ਗੁਰੂ ਮੰਨ ਲਵਾਂਗੇ ਜੋ ਇਸ ਤੱਤ ਦੀ ਅਸਲੀਅਤ ਦੀ ਵਿਚਾਰ ਕਰੇਗਾ।
ਤਾਂ ਹੁਣ ਗੁਰੂ ਸਾਹਿਬ ਜੀ ਇਹਨਾਂ ਸਵਾਲਾਂ ਦੇ ਉੱਤਰ ਦੇ ਰਹੇ ਨੇ। ਦੁਰਮਤ ਬਾਧਾ, ਗੁਰੂ ਜੀ ਕਹਿੰਦੇ ਨੇ ਜਿਹੜੀ ਦੁਰਮਤ ਦਾ ਮਤਲਬ ਜੋ ਖੋਟੀ ਮੱਤ ਹੈ ਨਾ, ਇਸ ਖੋਟੀ ਮੱਤ ਦੇ ਅੰਦਰ ਬੱਧਾ ਪਿਆ ਬੰਦਾ, ਖੋਟੀ ਮੱਤ ਦਾ ਬੱਝਾ ਹੋਇਆ ਹੈ। ਹੁਣ ਇਹ ਚੀਜ਼ ਨੂੰ ਅਸਾਂ ਸਮਝਣਾ ਹੈ ਕਿ ਖੋਟੀ ਮੱਤ ਦੇ ਨਾਲ ਬੰਦਾ ਕਿਵੇਂ ਬੱਝ ਜਾਂਦਾ ਹੈ। ਸਾਡੇ ਮਨ ਦੇ ਅੰਦਰ ਵਿਚਾਰ ਪੈਦਾ ਹੁੰਦੇ ਨੇ, ਔਰ ਵਿਚਾਰ ਜਿਹੜੇ ਨੇ ਆਮ ਕਰਕੇ ਜ਼ਿਆਦਾ ਨੈਗੇਟਿਵ ਪੈਦਾ ਹੁੰਦੇ ਨੇ, ਨਕਾਰਾਤਮਕ ਪੈਦਾ ਹੁੰਦੇ ਨੇ, ਤੇ ਸਾਡੀ ਮੱਤ ਨੇ ਉਹਨਾਂ ਵਿਚਾਰਾਂ ਦਾ ਫੈਸਲਾ ਕਰਨਾ ਹੈ ਕਿ ਕਿਹੜਾ ਵਿਚਾਰ ਠੀਕ ਹੈ ਔਰ ਕਿਹੜਾ ਵਿਚਾਰ ਗਲਤ ਹੈ। ਗਲਤ ਨੂੰ ਡਿਲੀਟ ਕਰਨਾ ਹੈ ਔਰ ਸਹੀ ਵਿਚਾਰ ਨੂੰ ਅਪਣਾਉਣਾ ਸੀ। ਪਰ ਜੇ ਤੇ ਮੱਤ ਹੈ ਸਹੀ, ਗਿਆਨ ਸੱਚਾ ਹੈ, ਬੁੱਧੀ ਤੀਕਸ਼ਣ ਹੈ, ਕਾਮਨ ਸੈਂਸ ਹੈ, ਵਿਵੇਕ ਬੁੱਧ ਹੈ, ਫਿਰ ਤਾਂ ਬੰਦਾ ਫੈਸਲਾ ਲਵੇਗਾ ਸਹੀ। ਤੇ ਜੇ ਮੱਤ ਖੋਟੀ ਹੈ ਤਾਂ ਬੰਦਾ ਗਲਤ ਫੈਸਲੇ ਲਵੇਗਾ। ਮੰਨ ਲਓ ਵਿਚਾਰ ਆਈ ਕਿ ਸ਼ਰਾਬ ਪੀਣੀ ਚਾਹੀਦੀ ਹੈ, ਤੇ ਮਨੁੱਖ ਦੀ ਮੱਤ ਨੇ ਕਹਿ ਦਿੱਤਾ ਵੀ ਹਾਂ ਠੀਕ ਹੈ, ਬਿਲਕੁਲ ਪੀਣੀ ਚਾਹੀਦੀ, ਇਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਤਾਂ ਹੁਣ ਇਸ ਭੈੜੀ ਮੱਤ ਦੇ ਫੈਸਲੇ ਕਰਕੇ ਬਚ ਗਿਆ ਨਾ, ਨਸ਼ਈ ਹੋ ਗਿਆ। ਮਨ ਅੰਦਰ ਵਿਚਾਰ ਆਇਆ ਚੋਰੀ ਕਰਨ ਦਾ, ਤੇ ਜੇ ਮੱਤ ਖੋਟੀ ਹੈ ਤੇ ਚੋਰੀ ਕਰਨ ਦੀ ਹਾਮੀ ਭਰੇਗੀ। ਇੱਕ ਨਿੱਕੀ ਜੀ ਚੋਰੀ ਕੀਤੀ, ਫਿਰ ਵੱਡੀ ਕੀਤੀ, ਆਖਿਰ ਬੰਦਾ ਚੋਰ ਬਣ ਗਿਆ। ਤਾਂ ਇਹ ਕਿਵੇਂ ਬਚ ਗਿਆ? ਕਿਉਂਕਿ ਮੱਤ ਖੋਟੀ ਹੈ ਨਾ, ਮੱਤ ਨੇ ਫੈਸਲੇ ਗਲਤ ਲਏ। ਪਰ ਤਨ ਔਰ ਪਰ ਧਨ ਨੂੰ ਇਹ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਤੱਕਦਾ ਹੈ ਤੇ ਇਸ ਚੀਜ਼ ਨੂੰ ਸਹੀ ਸਾਬਤ ਕਰ ਦਿੰਦਾ ਹੈ, ਤਾਂ ਫਿਰ ਇਹਨਾਂ ਵਿਕਾਰਾਂ ਦੇ ਅੰਦਰ ਬੰਦਾ ਵੱਜ ਜਾਏਗਾ। ਤਾਂ ਇਹ ਖੋਟੀ ਮੱਤ ਦਾ ਬੱਝਾ ਹੋਇਆ ਹੈ। ਸਰਪਨ ਖਾਦਾ, ਸਰਪਨ ਦਾ ਮਤਲਬ ਮਾਇਆ ਨੇ ਇਹਨੂੰ ਸਮੂਲਚਾ ਨਿਗਲ ਲਿਆ ਹੈ, ਇਹਦੇ ਆਤਮਿਕ ਜੀਵਨ ਨੂੰ ਖਾ ਲਿਆ ਹੈ। ਸਰਪਨ ਦਾ ਮਤਲਬ ਇੱਥੇ ਹੈ ਮਾਇਆ। ਤੇ ਮਾਇਆ ਫਿਰ ਕੀ ਹੈ? ਮਾਇਆ ਬਾਰੇ ਅਸੀਂ ਪਹਿਲਾਂ ਕਈ ਵਾਰ ਇਸ ਚੀਜ਼ ਨੂੰ ਐਕਸਪਲੇਨ ਕਰ ਚੁੱਕੇ ਹਾਂ, ਔਰ ਇਹ ਚੀਜ਼ ਨੂੰ ਬਾਰ-ਬਾਰ ਰਿਪੀਟ ਕਰਨ ਦੀ ਲੋੜ ਹੈ, ਜਿਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੀ ਚੰਗੀ ਤਰ੍ਹਾਂ ਸਮਝ ਪੈ ਜਾਏ ਔਰ ਬੰਦਾ ਇਸ ਮਾਇਆ ਆਦਿਕ ਤੋਂ ਬਚ ਸਕੇ। ਮਾਇਆ ਹੈ ਸਾਡੀ ਸੋਚ। ਮਾਇਆ ਸਾਡੀ ਸੋਚ ਹੈ, ਉਹ ਸੋਚ ਜੋ ਸਾਨੂੰ ਸਾਰਿਆਂ ਦੇ ਵਿੱਚ ਰੱਬ ਨਹੀਂ ਵੇਖਣ ਦਿੰਦੀ। ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਉਹ ਸੋਚ ਜੋ ਸਾਡੇ ਅੰਦਰ ਮੋਹ ਵਾਲੀ ਬਿਰਤੀ ਪੈਦਾ ਕਰਦੀ ਹੈ, ਸਾਨੂੰ ਸੈਲਫਿਸ਼ ਬਣਾਉਂਦੀ ਹੈ। ਉਹ ਸੋਚ ਦਾ ਨਾਮ ਮਾਇਆ ਹੈ। ਤੇ ਖੋਟੀ ਮੱਤ ਦੇ ਅੰਦਰ ਵੱਜਣ ਕਰਕੇ ਬੰਦੇ ਨੂੰ ਇਸ ਸੋਚ ਨੇ ਖਾ ਲਿਆ, ਇਹਦੇ ਆਤਮਿਕ ਜੀਵਨ ਨੂੰ ਖਤਮ ਕਰ ਦਿੱਤਾ ਹੈ। ਕਿਉਂਕਿ ਹੁਣ ਜਿੱਥੇ ਮੱਤ ਹੋਏਗੀ ਭੈੜੇ ਫੈਸਲੇ ਲੈਣ ਵਾਲੀ, ਗਲਤ ਫੈਸਲੇ ਲੈਣ ਵਾਲੀ, ਔਰ ਸੋਚ ਅੰਦਰੋਂ ਬਣ ਜਾਏਗੀ ਮੇਰ ਤੇਰ ਵਾਲੀ, ਰੱਬ ਨੂੰ ਭੁੱਲਣ ਵਾਲੀ, ਗੁਣਾਂ ਨੂੰ ਭੁੱਲਣ ਵਾਲੀ, ਸਵਾਰਥ ਵਾਲੀ, ਤਾਂ ਉੱਥੇ ਆਤਮਿਕ ਜੀਵਨ ਕਿੱਥੇ ਬਚਣਾ ਹੈ? ਉੱਥੇ ਖੁਸ਼ੀਆਂ ਕਿੱਥੇ ਬਚਣਗੀਆਂ? ਤਾਂ ਬੰਦਾ ਦੁਰਮਤ ਦਾ ਬੱਝਾ ਹੋਇਆ ਖੋਟੀ ਮੱਤ ਦਾ, ਇਸ ਕਰਕੇ ਇਹਨੂੰ ਮਾਇਆ ਵਾਲੀ ਸੋਚ ਨੇ ਖਾ ਲਿਆ ਹੈ। ਖਾਣ ਦਾ ਮਤਲਬ ਇਹਦੇ ਆਤਮਿਕ ਜੀਵਨ ਨੂੰ ਖਤਮ ਕਰ ਦਿੱਤਾ ਹੈ। ਮਨਮੁਖ ਖੋਇਆ, ਗੁਰਮੁਖ ਲੱਗਾ। ਦੂਜਾ ਸਵਾਲ ਸੀ ਕਿ ਕਿਸਨੇ ਆਪਣੇ ਲਾਭ ਨੂੰ ਗਵਾ ਲਿਆ, ਔਰ ਉਹ ਗਵਾਚਾ ਹੋਇਆ ਲਾਭ ਸਾਨੂੰ ਕਿਵੇਂ ਲੱਭ ਸਕਦਾ ਹੈ, ਜਾਂ ਕਿਸਨੇ ਆਪਣੇ ਜੀਵਨ ਦਾ ਲਾਭ ਖੱਟਿਆ, ਕਿੰਨੇ ਗਵਾਇਆ ਔਰ ਕਿੰਨੇ ਖੱਟਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮਨਮੁਖ ਖੋਇਆ। ਇੱਥੇ ਮਨਮੁਖ ਦੇ ਖੱਖੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਮਨਮੁਖ ਨੇ, ਮਨ ਦੇ ਪਿੱਛੇ ਤੁਰਨ ਵਾਲੇ ਨੇ, ਜੋ ਆਪ ਹੁਦਰਾ ਹੈ। ਆਪ ਹੁਦਰੇ ਮਨੁੱਖ ਨੇ ਆਪਣੇ ਜੀਵਨ ਦੇ ਲਾਭ ਨੂੰ ਗਵਾ ਲਿਆ ਹੈ, ਜਿਸ ਨੇ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਨਹੀਂ ਬਿਤਾਈ, ਸੱਚ ਦੇ ਰਾਹਾਂ ਤੇ ਨਹੀਂ ਤੁਰਿਆ, ਰੱਬੀ ਰਜਾ ਭਾਣੇ ਵਿੱਚ ਨਹੀਂ ਤੁਰਿਆ, ਮਨ ਦੀ ਮਰਜ਼ੀ ਕੀਤੀ ਹੈ। ਤੇ ਜੋ ਆਪ ਹੁਦਰਾ ਮਨੁੱਖ ਹੈ ਨਾ, ਉਹ ਇਸ ਮਸਤ ਝੋਟੇ ਵਰਗਾ ਹੈ, ਜਿਹਨੂੰ ਖਿੱਚੀਏ ਇੱਧਰ ਤੇ ਜਾਂਦਾ ਦੂਜੇ ਪਾਸੇ। ਮਾਤਾ ਭੈਂਸਾ ਅਮੂਹਾਂ ਜਾਏ, ਕੁੱਦ ਕੁੱਦ ਚਰੇ, ਰਸਾਤਲ ਪਾਏ, ਇਹ ਉਹਦੀ ਬਿਰਤੀ ਬਣ ਜਾਂਦੀ ਹੈ। ਆਪ ਹੁਦਰਾ ਮਨੁੱਖ ਸਮਾਜਿਕ ਕਾਇਦੇ ਕਾਨੂੰਨਾਂ ਨੂੰ ਵੀ ਤੋੜਦਾ ਹੈ। ਆਪ ਹੁਦਰਾ ਮਨੁੱਖ ਕਿਸੇ ਦੇਸ਼ ਸਟੇਟ ਦੇ ਕਾਨੂੰਨਾਂ ਨੂੰ ਵੀ ਫੋਲੋ ਨਹੀਂ ਕਰਦਾ। ਆਪ ਹੁਦਰਾ ਮਨੁੱਖ
ਟ੍ਰੈਫਿਕ ਦੇ ਨਿਯਮਾਂ ਵਿੱਚ ਵੀ ਗੜਬੜ ਕਰੇਗਾ, ਧਰਮ ਦੀ ਦੁਨੀਆ ਵਿੱਚ ਗੜਬੜ ਕਰੇਗਾ, ਪਰਿਵਾਰਕ ਜ਼ਿੰਦਗੀ ਦੇ ਅੰਦਰ ਵੀ ਉਹ ਗੜਬੜ ਕਰੇਗਾ, ਕਿਉਂਕਿ ਆਪ ਖੁਦਰਾ ਕਿਸੇ ਦੀ ਮੰਨਣੀ ਨਹੀਂ। ਤਾਂ ਜੋ ਆਪ ਖੁਦਰਾ ਮਨੁੱਖ ਹੈ, ਉਹਨੇ ਆਪਣੀ ਜ਼ਿੰਦਗੀ ਦਾ ਲਾਭ ਗਵਾ ਲਿਆ ਹੈ। ਉਹ ਸਤ, ਸੰਤੋਖ, ਦਇਆ, ਧਰਮ, ਧੀਰਜ ਦਾ ਧਾਰਨੀ ਹੋ ਸਕਦਾ ਸੀ। ਜ਼ਿੰਦਗੀ ਵਿੱਚ ਉਹ ਕਾਮਯਾਬ ਹੋ ਸਕਦਾ ਸੀ, ਸੁਖ ਸ਼ਾਂਤੀ ਪਾ ਸਕਦਾ ਸੀ, ਲੇਕਿਨ ਆਪ ਖੁਦਰੇ ਹੋਣ ਕਰਕੇ ਉਹ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਬੈਂਦਾ ਹੈ। ਕਰਮਕਾਂਡ ਕਰਦਾ ਰਹੇਗਾ, ਧਾਰਮਿਕ ਦੁਨੀਆ ਵਿੱਚੋਂ ਤੀਰਥਾਂ ਤੇ ਚਲਾ ਗਿਆ, ਵਰਤ ਰੱਖ ਲੈ, ਸਰਾਧ ਕਰ ਲੈ, ਜਾਂ ਹੋਰ ਐਸੇ ਕਰਮਕਾਂਡ, ਇਹਨਾਂ ਦੇ ਵਿੱਚ ਉਲਝਿਆ ਹੋਇਆ ਬੰਦਾ ਆਪਣੇ ਜੀਵਨ ਦੇ ਅਸਲ ਲਾਹੇ ਨੂੰ ਗਵਾ ਲੈਂਦਾ। ਗੁਰਮੁਖ ਲਾਧਾ, ਗੁਰੂ ਦੇ ਹੁਕਮ ਵਿੱਚ ਤੁਰਨ ਵਾਲੇ ਇਨਸਾਨ ਨੇ ਲਾਧਾ ਦਾ ਮਤਲਬ ਹੈ ਲਾਭ ਖੱਟਿਆ ਹੈ, ਜੀਵਨ ਨੂੰ ਸਫਲ ਕਰ ਲਿਆ ਹੈ। ਹੁਣ ਜੋ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ, ਗਿਆਨ ਗੁਰੂ ਦੀ ਅਗਵਾਈ ਵਿੱਚ ਜੀਵਨ ਨੂੰ ਗੁਜ਼ਾਰੇਗਾ, ਪਹਿਲੀ ਗੱਲ ਤੇ ਉਹ ਗ੍ਰਸਥ ਧਰਮ ਦਾ ਧਾਰਨੀ ਹੋਏਗਾ। ਸੰਸਾਰ ਨੂੰ ਛੱਡ ਕੇ ਉਹ ਦੌੜੇਗਾ ਨਹੀਂ, ਸੰਸਾਰ ਦਾ ਤਿਆਗ ਨਹੀਂ ਕਰੇਗਾ। ਗ੍ਰਸਥ ਦੇ ਅੰਦਰ ਰਹਿੰਦਿਆਂ, ਸੰਸਾਰ ਦੇ ਅੰਦਰ ਰਹਿੰਦਿਆਂ ਉਹ ਆਪਣੇ ਫਰਜ਼ਾਂ ਨੂੰ ਪੂਰਿਆਂ ਕਰੇਗਾ, ਸੱਚ ਨੂੰ ਆਧਾਰ ਬਣਾ ਕੇ। ਆਪਣੇ ਭੈਣਾਂ ਭਰਾਵਾਂ ਨਾਲ, ਮਾਂ-ਬਾਪ ਨਾਲ, ਬੱਚਿਆਂ ਦੇ ਨਾਲ ਉਹ ਚੰਗਾ ਵਰਤਾਵ ਕਰੇਗਾ, ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰੇਗਾ। ਸਮਾਜ ਦੇ ਅੰਦਰ ਉਹਦੇ ਕੀ ਫਰਜ਼ ਨੇ, ਉਹਨਾਂ ਫਰਜ਼ਾਂ ਨੂੰ ਪੂਰੀਆਂ ਕਰੇਗਾ। ਵਨਸਪਤੀ ਵਾਸਤੇ, ਹੋਰ ਜੀਵ ਜਨਤਾ ਵਾਸਤੇ ਜੋ ਫਰਜ਼ ਨੇ ਉਹਨਾਂ ਨੂੰ ਪੂਰੀਆਂ ਕਰੇਗਾ। ਸੱਚ ਦਾ ਉਤਾਰ ਨਹੀਂ ਹੋਏਗਾ ਔਰ ਗੁਰੂ ਦਰਸਾਏ ਰਾਹਾਂ ਤੇ ਤੁਰੇਗਾ। ਉਸ ਬੰਦੇ ਨੇ ਜੀਵਨ ਦਾ ਲਾਭ ਖੱਟ ਲਿਆ, ਉਹਨੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਲਿਆ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ। ਦੇਖੋ, ਜ਼ਿੰਦਗੀ ਉਹ ਵੀ ਜੀ ਰਿਹਾ ਹੈ, ਜ਼ਿੰਦਗੀ ਮਨਮੁਖ ਵੀ ਜੀ ਰਿਹਾ, ਪਰ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਅਸ਼ਾਂਤ ਵੀ ਹੈ, ਦੁਖੀ ਵੀ ਹੈ, ਔਰ ਦੂਜਿਆਂ ਦੇ ਅੰਦਰ ਵੀ ਦੁੱਖ ਔਰ ਅਸ਼ਾਂਤੀ ਫੈਲਾਉਣ ਦਾ ਕਾਰਨ ਬਣਦਾ ਹੈ। ਤੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹੈ, ਉਹ ਆਪ ਵੀ ਸੁਖੀ ਹੈ ਔਰ ਦੂਜਿਆਂ ਨੂੰ ਵੀ ਸੁਖ ਔਰ ਸ਼ਾਂਤੀ ਪ੍ਰਦਾਨ ਕਰਦਾ ਹੈ। ਤੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਆਪਣੇ ਜੀਵਨ ਦੇ ਮੂਲ ਨੂੰ, ਜੀਵਨ ਦੇ ਲਾਹੇ ਨੂੰ ਗਵਾ ਲਿਆ ਹੈ, ਔਰ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਉਹਨੇ ਜੀਵਨ ਦਾ ਅਸਲ ਲਾਭ ਖੱਟਿਆ ਹੈ। ਤਾਂ ਇੱਥੋਂ ਸਾਨੂੰ ਪ੍ਰੇਰਨਾ ਮਿਲ ਰਹੀ ਹੈ ਕਿ ਜੇ ਅਸੀਂ ਵੀ ਜੀਵਨ ਦਾ ਲਾਭ ਖੱਟਣਾ ਚਾਹੁੰਦੇ ਹਾਂ, ਸਾਨੂੰ ਇਸ ਜੀਵਨ ਦਾ ਲਾਹਾ ਮਿਲੇ, ਤਾਂ ਸਾਨੂੰ ਗੁਰਮਤਿ ਦੇ ਧਾਰਨੀ ਹੋਣਾ ਚਾਹੀਦਾ ਹੈ। ਗੁਰੂ ਦੀ ਪਾਵਨ ਬਾਣੀ ਮੁਤਾਬਕ ਸਾਨੂੰ ਜ਼ਿੰਦਗੀ ਜੀਣੀ ਚਾਹੀਦੀ। ਸਤਿਗੁਰ ਮਿਲੇ ਅੰਧੇਰਾ ਜਾਏ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਵਾਲ ਸੀ ਨਾ ਕਿ ਕਿਵੇਂ ਬੰਦਾ ਪਵਿੱਤਰ ਹੋਵੇ ਔਰ ਕਿਵੇਂ ਬੰਦਾ ਹਨੇਰੇ ਵਿੱਚ ਹੈ ਤੇ ਹਨੇਰਾ ਕਿਵੇਂ ਜਾ ਸਕਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਜਦੋਂ ਗੁਰੂ ਨੂੰ ਮਿਲਦਾ ਹੈ ਨਾ ਬੰਦਾ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਉਦੋਂ ਇਸ ਦੀ ਜ਼ਿੰਦਗੀ ਦੇ ਵਿੱਚੋਂ ਅਗਿਆਨਤਾ ਦਾ ਜੋ ਅੰਧਕਾਰ ਹੈ ਉਹ ਮਿਟ ਜਾਂਦਾ ਹੈ। ਉਦੋਂ ਇਹਦੇ ਜੀਵਨ ਦੇ ਵਿੱਚੋਂ ਅਗਿਆਨਤਾ ਦਾ ਅੰਧਕਾਰ ਮਿਟ ਜਾਂਦਾ ਹੈ। ਉਦੋਂ ਇਹ ਬੰਦੇ ਦੀ ਸੋਚ ਪਾਵਨ ਔਰ ਪਵਿੱਤਰ ਹੋ ਜਾਂਦੀ ਹੈ। ਦੇਖੋ, ਅਗਿਆਨਤਾ ਕਰਕੇ ਹੀ ਬੰਦਾ ਝੂਠ ਬੋਲਦਾ ਹੈ, ਰਿਸ਼ਵਤ ਲੈਂਦਾ ਹੈ, ਈਰਖਾ ਕਰਦਾ ਹੈ, ਵੈਰ ਕਮਾਉਂਦਾ ਹੈ, ਜਾਂ ਕਿ ਅਹੰਕਾਰੀ ਹੋ ਕੇ ਦੂਜਿਆਂ ਦੀ ਇਨਸਲਟ ਕਰਦਾ ਹੈ। ਇਹ ਸਾਰਾ ਕੁਝ ਅਗਿਆਨਤਾ ਦੇ ਕਾਰਨ ਹੀ ਹੈ ਨਾ, ਬੇਸਮਝੀ ਦੇ ਕਾਰਨ। ਪਰ ਜਦੋਂ ਸਮਝ ਆ ਜਾਏ, ਕਾਮਨ ਸੈਂਸ ਮਿਲ ਜਾਏ, ਗੁਰੂ ਦਾ ਗਿਆਨ ਮਿਲ ਜਾਏ, ਤਦੋਂ ਬੰਦਾ ਐਸਾ ਕੁਝ ਨਹੀਂ ਕਰਦਾ ਤੇ ਫਿਰ ਇਹਦਾ ਮਨ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ, ਇਹਦੀ ਸੋਚ ਪਵਿੱਤਰ ਹੋ ਜਾਂਦੀ ਹੈ, ਇਹ ਨਿਰਮਲ ਹੋ ਜਾਂਦਾ ਹੈ। ਨਿਰਮਲ ਹੋਣ ਦਾ ਮਤਲਬ ਸੋਚ ਦਾ ਨਿਰਮਲ ਹੋਣਾ ਹੈ। ਜਿਸ ਦੀ ਸੋਚ ਮੈਲ ਤੋਂ ਰਹਿਤ ਹੈ ਨਾ, ਉਹਦੇ ਬੋਲ ਵੀ ਮੈਲ ਤੋਂ ਰਹਿਤ ਹੋਣਗੇ ਔਰ ਉਹਦਾ ਬਿਹੇਵੀਅਰ ਵੀ ਮੈਲ ਤੋਂ ਰਹਿਤ ਹੋਏਗਾ। ਤਾਂ ਗੁਰੂ ਦੇ ਮਿਲਾਪ ਕਰਕੇ ਅਗਿਆਨਤਾ ਦਾ ਅੰਧਕਾਰ ਚਲਾ ਜਾਂਦਾ ਹੈ। ਇਹਦਾ ਮਤਲਬ ਅਸੀਂ ਗੁਰੂ ਤੋਂ ਗਿਆਨ ਦੀ ਦਾਤ ਲੈਣੀ ਹੈ। ਗੁਰਬਾਣੀ ਪੜ੍ਹਨ ਦਾ ਭਾਵ ਹੀ ਇਹ ਹੈ ਕਿ ਸਾਨੂੰ ਗਿਆਨ ਦੀ ਦਾਤ ਮਿਲੇ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਸਾਨੂੰ ਕਾਮਨ ਸੈਂਸ ਮਿਲੇ, ਵਿਵੇਕ ਬੁੱਧ ਮਿਲੇ, ਅਸੀਂ ਸਹੀ ਫੈਸਲਾ ਲੈ ਸਕੀਏ ਕਿ ਸੱਚ ਕੀ ਹੈ ਔਰ ਝੂਠ ਕੀ ਹੈ, ਪੁੰਨ ਕੀ ਹੈ, ਪਾਪ ਕੀ ਹੈ, ਗੁਰਮਤ ਕੀ ਹੈ, ਮਨਮਤ ਕੀ ਹੈ, ਸਹੀ ਕੀ ਹੈ, ਗਲਤ ਕੀ ਹੈ। ਤੇ ਅਸੀਂ ਐਵੇਂ ਹੀ ਜੋ ਬਹੁਤ ਸਾਰੇ ਜੰਜਾਲ ਧਰਮ ਦੇ ਨਾਮ ਦੇ ਉੱਤੇ ਆਪਣੀ ਜ਼ਿੰਦਗੀ ਵਿੱਚ ਪਾਈ ਬੈਠੇ ਹਾਂ,
ਇੱਕ ਤਾਂ ਉਹਨਾਂ ਤੋਂ ਖਹਿੜਾ ਛੁੱਟੇਗਾ, ਔਰ ਇੱਕ ਜੋ ਪਾਪ ਵਿਕਾਰ ਨੇ ਉਹਨਾਂ ਤੋਂ ਖਹਿੜਾ ਛੁੱਟੇਗਾ। ਬੰਦੇ ਦੀ ਜ਼ਿੰਦਗੀ ਹਲਕੀ ਫੁਲਕੀ ਹੋ ਜਾਏਗੀ ਔਰ ਇਹ ਜੀਵਨ ਮੁਕਤੀ ਦਾ ਆਨੰਦ ਮਾਣੇਗਾ। ਨਾਨਕ ਹਉਮੈ ਮੇਟ ਸਮਾਏ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਉਹ ਆਪਣੀ ਹਉਮੈ ਨੂੰ ਮਿਟਾ ਕੇ ਪ੍ਰਭੂ ਦੇ ਅੰਦਰ ਲੀਨ ਹੋ ਜਾਂਦਾ ਹੈ। ਸਵਾਲ ਸੀ ਨਾ ਕਿ ਕੌਣ ਸਮਾ ਜਾਂਦਾ ਰੱਬ ਦੇ ਵਿੱਚ, ਕਿਵੇਂ ਸਮਾਇਆ ਜਾ ਸਕਦਾ ਹੈ। ਦੇਖੋ, ਰੱਬ ਦੇ ਮਿਲਾਪ ਵਾਸਤੇ ਕਿੰਨੇ ਸਾਰੇ ਕਾਇਦੇ ਕਾਨੂੰਨ ਲੋਕਾਂ ਨੇ ਬਣਾਏ ਹੋਏ ਨੇ, ਕਿੰਨੇ ਸਾਰੇ ਰਾਹ ਦੱਸੇ ਜਾ ਰਹੇ ਨੇ, ਕਿੰਨੇ ਸਾਰੇ ਭਗਤੀ ਦੇ ਸਮਾਧੀਆਂ ਲਾਉਣ ਦੇ ਢੰਗ ਤਰੀਕੇ ਦੱਸੇ ਜਾ ਰਹੇ ਨੇ। ਇੱਕ ਨਹੀਂ ਅਨੇਕਾਂ ਆਪ ਨੂੰ ਲੋਕ ਐਸੇ ਮਿਲ ਜਾਣਗੇ। ਦੇਹਧਾਰੀ ਗੁਰੂਆਂ ਦੇ ਡੇਰਿਆਂ ਤੇ ਐਸੇ ਬਹੁਤੇ ਸਾਰੇ ਸਾਧਨ ਆਪ ਨੂੰ ਮਿਲ ਜਾਣਗੇ। ਤੁਸੀਂ ਦੇਖੋਗੇ ਜਿਹੜਾ ਸੋਸ਼ਲ ਮੀਡੀਆ ਹੈ, ਇੱਥੇ ਵੀ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ, YouTube ਤੇ ਮਿਲ ਜਾਣਗੀਆਂ। ਕੋਈ ਇੱਕ ਥੋੜੀ ਹੈ, ਅਨੇਕਾਂ ਸਾਧਨ। ਇੰਜ ਸਮਾਧੀ ਲਾਓ, ਉਤਾਂ ਨੂੰ ਸਵਾਸ ਖਿੱਚੋ, ਥੱਲੇ ਨੂੰ ਸਵਾਸ ਖਿੱਚੋ, ਕਿੰਨੇ ਸਾਰੇ ਸਾਧਨ ਦੱਸੇ ਨੇ। ਦੇਖੋ ਕਿੰਨਾ ਸਿੰਪਲ ਸੌਖਾ ਸਾਧਨ ਕਿ ਨਾਨਕ ਹਉਮੈ ਮੇਟ ਸਮਾਏ, ਕਿ ਜੋ ਗੁਰੂ ਦਰਸਾਏ ਮਾਰਗ ਤੇ ਤੁਰਨ ਵਾਲਾ ਹੈ ਨਾ, ਹਉਮੈ ਮਿਟਾ ਕੇ ਪ੍ਰਭੂ ਵਿੱਚ ਹੀ ਲੀਨ ਹੋ ਜਾਂਦਾ ਹੈ। ਆਪਣੀ ਈਗੋ ਨੂੰ ਖਤਮ ਕਰ ਦੋ, ਇਨਫੀਰੀਓਰਿਟੀ ਕੰਪਲੈਕਸ ਵੀ ਔਰ ਸੁਪਰੀਓਰਿਟੀ ਕੰਪਲੈਕਸ ਵੀ। ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ। ਹਉਮੈ ਨੂੰ ਮਿਟਾ ਦੇਣਾ ਹੀ ਪ੍ਰਭੂ ਦੀ ਲੀਨਤਾ ਹੈ। ਰੱਬੀ ਗੁਣਾਂ ਦੇ ਅੰਦਰ ਸਮਾ ਜਾਣਾ। ਜਿਵੇਂ ਸੱਚ ਹੈ, ਹੁਣ ਸਾਨੂੰ ਪਤਾ ਹੈ ਕਿ ਸੱਚ ਇਹ ਹੈ, ਪਰ ਅਸੀਂ ਜਾਣ ਬੁੱਝ ਕੇ ਸੱਚ ਦੇ ਨਾਲ ਨਹੀਂ ਜੁੜਦੇ, ਤਾਂ ਇਟ ਮੀਨਸ ਸਾਡੇ ਅੰਦਰ ਕਿਸੇ ਢੰਗ ਦੇ ਨਾਲ ਈਗੋ ਆ ਗਈ ਨਾ। ਪ੍ਰੇਮ ਹੈ ਪਰ ਅਸੀਂ ਈਰਖਾ ਆਦਿਕ ਕਰਦੇ ਹਾਂ। ਤਾਂ ਇਸ ਚੀਜ਼ ਨੂੰ ਖਤਮ ਕਰਕੇ ਸਿੰਪਲ ਗੱਲ ਹੈ, ਆਪਣੇ ਮਨ ਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ। ਤੇ ਯਾਦ ਰੱਖਣਾ, ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ ਹੀ ਰੱਬ ਦਾ ਮਿਲਾਪ ਹੈ। ਕਿਉਂਕਿ ਸਾਨੂੰ ਫਿਰ ਇੱਥੇ ਉਲਝਾਇਆ ਜਾਂਦਾ ਹੈ ਕਿ ਤੁਹਾਡੇ ਅੱਗੇ ਕੋਈ ਪ੍ਰਕਾਸ਼ ਆਏਗਾ ਜਾਂ ਰੱਬ ਕਿਸੇ ਰੂਪ ਦੇ ਅੰਦਰ ਪ੍ਰਗਟ ਹੋਏਗਾ। ਇਹ ਚੀਜ਼ਾਂ ਗਲਤ ਨੇ, ਕਿਉਂਕਿ ਆ ਸਾਰਾ ਕੁਝ ਦਿਸਦਾ ਹੈ ਹੀ ਰੱਬ ਹੈ। ਜਿਹੜਾ ਸਾਰੀ ਸਮੁੱਚਤਾ ਦਿਸ ਰਹੀ ਹੈ ਨਾ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਨਜ਼ਰੀ ਪੈ ਜਾਏਗਾ, ਆਪਣਾ ਨਿੱਕਾ ਜਿਹਾ ਮਨ ਵੱਡੇ ਸਾਰੇ ਮਨ ਦੇ ਅੰਦਰ ਸਮਾ ਜਾਏਗਾ। ਸਾਡੀਆਂ ਨਿੱਕੀਆਂ ਨਿੱਕੀਆਂ ਆਸ਼ਾਵਾਂ ਵੱਡੀਆਂ ਸਾਰੀਆਂ ਆਸ਼ਾਵਾਂ ਦੇ ਅੰਦਰ ਸਮਾ ਜਾਣਗੀਆਂ। ਕਹਿਣ ਤੋਂ ਭਾਵ ਕਿ ਬੰਦਾ ਰੱਬੀ ਗੁਣਾਂ ਦੇ ਅੰਦਰ ਲੀਨ ਹੋ ਜਾਏਗਾ। ਤੇ ਇਹ ਗੁਣਾਂ ਦੀ ਪ੍ਰਾਪਤੀ ਹੀ ਰੱਬ ਦੀ ਪ੍ਰਾਪਤੀ ਹੈ। ਗੁਣਾਂ ਦੇ ਅੰਦਰ ਆਪਣੀ ਸੁਰਤ ਨੂੰ ਮਿਲਾ ਦੇਣਾ ਹੀ ਰੱਬ ਦੇ ਅੰਦਰ ਮਿਲ ਜਾਣਾ ਹੈ। ਆਪਣੇ ਮਨ ਦੀ ਮੱਤ ਨੂੰ ਛੱਡ ਕੇ ਗੁਰਮਤ ਦੇ ਧਾਰਨੀ ਹੋ ਜਾਣਾ ਹੀ ਰੱਬ ਦੀ ਪ੍ਰਾਪਤੀ ਹੈ। ਨਾਨਕ ਹਉਮੈ ਮੇਟ ਸਮਾਏ, ਆਪਣੀ ਹਉਮੈ ਨੂੰ ਮਿਟਾ ਕੇ ਬੰਦਾ ਰੱਬ ਦੇ ਅੰਦਰ ਹਮੇਸ਼ਾ ਲੀਨ ਹੋਇਆ ਰਹਿੰਦਾ ਹੈ, ਸੱਚ ਦੇ ਅੰਦਰ ਹਮੇਸ਼ਾ ਲੀਨ ਹੋਇਆ ਰਹਿੰਦਾ ਹੈ। ਔਰ ਸੱਚ ਦੇ ਅੰਦਰ ਸੁਰਤ ਦਾ ਲੀਨ ਹੋ ਜਾਣਾ ਹੀ ਰੱਬ ਵਿੱਚ ਲੀਨ ਹੋ ਜਾਣਾ ਹੈ। ਸੱਚ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ। ਸੁਨ ਨਿਰੰਤਰ ਦੀਜੈ ਬੰਧ। ਹੁਣ ਇਹਦੇ ਵਾਸਤੇ ਕਰਨਾ ਕੀ ਹੈ? ਸੁਨ ਦਾ ਮਤਲਬ, ਨਿਰੰਤਰ ਦਾ ਮਤਲਬ ਹੈ ਲਗਾਤਾਰ। ਬੰਧ ਦਾ ਮਤਲਬ ਬੰਨ, ਰੋਕ। ਤੇ ਸੁਨ ਦਾ ਮਤਲਬ ਇੱਥੇ ਅਫੁਰ ਅਵਸਥਾ ਨਹੀਂ ਹੈ ਕਿ ਜਿੱਥੇ ਕੋਈ ਵਿਚਾਰ ਪੈਦਾ ਹੀ ਨਾ ਹੋਵੇ। ਥਾਟਲੈਸ ਅਵਸਥਾ ਨਹੀਂ ਹੈ, ਕਿਉਂਕਿ ਥਾਟਲੈਸ ਹੋਇਆ ਨਹੀਂ ਜਾ ਸਕਦਾ। ਵਿਚਾਰ ਸ਼ੂਨਯ ਅਸੀਂ ਹੋ ਨਹੀਂ ਸਕਦੇ। ਮਨ ਦੇ ਅੰਦਰ ਵਿਚਾਰ ਆਉਂਦੇ ਹੀ ਰਹਿਣਗੇ, ਚੰਗੇ ਆਉਣਗੇ ਜਾਂ ਮਾੜੇ ਆਉਣਗੇ, ਆਉਣਗੇ ਹੀ ਆਉਣਗੇ। ਕਿਉਂਕਿ ਮਨ ਦਾ ਮਤਲਬ ਹੀ ਹੈ ਵਿਚਾਰਾਂ ਦੀ, ਜਿੱਥੋਂ ਪੈਦਾ ਹੁੰਦੇ ਨੇ ਵਿਚਾਰ, ਦਿਮਾਗ ਦੀ ਉਹ ਐਕਟੀਵਿਟੀ ਜਿਸ ਤਰ੍ਹਾਂ ਹੀ ਵਿਚਾਰ ਪੈਦਾ ਹੁੰਦੇ ਨੇ। ਇੱਥੇ ਸੁੰਨ ਦਾ ਮਤਲਬ ਹੈ ਕਿ ਜਿੱਥੇ ਵਿਕਾਰ ਪੈਦਾ ਨਹੀਂ ਹੁੰਦੇ, ਵਿਕਾਰਾਂ ਵੱਲੋਂ ਸੁੰਨ ਹੈ, ਵਿਕਾਰਾਂ ਵੱਲੋਂ ਸੁੰਨ, ਕਿ ਜਿੱਥੇ ਕਾਮ ਕ੍ਰੋਧ ਦਾ ਕੋਈ ਵਿਚਾਰ ਨਹੀਂ ਪੈਦਾ ਹੁੰਦਾ, ਈਰਖਾ ਦਵੇਸ਼ ਦਾ ਕੋਈ ਵਿਚਾਰ ਨਹੀਂ ਪੈਦਾ ਹੁੰਦਾ, ਉਹਨੂੰ ਸੁੰਨ ਕਹਿੰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜਿਹੜੀ ਸੁੰਨ ਹੈ ਨਾ, ਇਹਦਾ ਬੰਨ ਲਾਇਆ ਜਾਏ, ਭਾਵ ਕਿ ਆਪਣੇ ਮਨ ਨੂੰ ਗੁਣਾਂ ਦੇ ਨਾਲ ਜੋੜਿਆ ਜਾਏ। ਲਗਾਤਾਰ ਇੱਕ ਰਸ ਅਫੁਰ ਸੱਚ ਦੀ ਜਿਹੜੀ ਯਾਦ ਹੈ ਨਾ, ਇਹਦਾ ਬੰਨ ਲਾ ਦਿਓ। ਜਦੋਂ ਹੁਣ ਸੱਚ ਦੇ ਅੰਦਰ ਯਾਦ ਜੁੜ ਗਈ, ਗੁਣਾਂ ਦੇ ਵਿੱਚ ਜੁੜ ਗਈ, ਤਾਂ ਵਿਕਾਰ ਉੱਥੇ ਪੈਦਾ ਹੀ ਨਹੀਂ ਹੋਣਗੇ। ਜਿੱਥੇ ਲਗਾਤਾਰ ਨਿਰੰਤਰ ਇੱਕ ਬੰਨ ਵੱਜਾ ਹੋਇਆ ਹੈ ਸੱਚ ਦਾ, ਸੰਤੋਖ ਦਾ, ਦਇਆ ਦਾ, ਧਰਮ ਦਾ, ਪ੍ਰੇਮ ਦਾ, ਨਿਰਭੈਤਾ ਦਾ, ਨਿਰਵੈਰਤਾ ਦਾ, ਉੱਥੇ ਅੰਦਰ ਅਵਗੁਣ ਆਉਣਗੇ ਹੀ ਨਹੀਂ।
ਜਿੱਥੇ ਦਰਵਾਜ਼ੇ ਦੇ ਅੱਗੇ ਸੱਚ ਹੈ ਨਾ ਮਨ ਦੇ, ਸੱਚ ਦੀ ਦੀਵਾਰ ਹੈ, ਜਿੱਥੇ ਸੱਚ ਹੈ ਉੱਥੇ ਝੂਠ ਆਏਗਾ ਹੀ ਨਹੀਂ। ਇੱਕ ਹੀ ਚੀਜ਼ ਰਹਿ ਸਕਦੀ ਹੈ, ਜਾਂ ਸੱਚ ਜਾਂ ਝੂਠ। ਸਾਡੇ ਮਨ ਵਿੱਚ ਇੱਕ ਚੀਜ਼ ਰਹਿ ਸਕਦੀ ਹੈ, ਜਾਂ ਪ੍ਰੇਮ ਜਾਂ ਜੈਲਸੀ। ਤਾਂ ਜੇ ਅਸੀਂ ਆਪਣੇ ਅੰਦਰ ਪ੍ਰੇਮ ਪੈਦਾ ਕਰ ਲਈਏ ਤਾਂ ਪ੍ਰੇਮ ਦਾ ਬੰਨ ਵੱਜ ਗਿਆ। ਹੁਣ ਇੱਥੇ ਜੈਲਸੀ ਆਏਗੀ ਨਹੀਂ, ਈਰਖਾ ਆਏਗੀ ਨਹੀਂ, ਨਿਮਰਤਾ ਆ ਗਈ, ਨਿਮਰਤਾ ਦਾ ਬੰਨ ਵੱਜ ਗਿਆ ਤਾਂ ਇੱਥੇ ਅਹੰਕਾਰ ਆਏਗਾ ਹੀ ਨਹੀਂ। ਇਹਨੂੰ ਕਹਿੰਦੇ ਨੇ ਸੁਨ ਨਿਰੰਤਰ ਦੀਜੈ ਬੰਦ, ਕਿ ਜਿਹੜਾ ਮਨ ਹੈ ਉਹ ਦੌੜਨ ਤੋਂ ਕਿਵੇਂ ਰੋਕ ਸਕਦਾ ਹੈ? ਜੇ ਅਸੀਂ ਸ਼ੁਭ ਗੁਣਾਂ ਦੀ ਯਾਦ ਦੇ ਅੰਦਰ ਆਪਣੇ ਮਨ ਨੂੰ ਜੋੜ ਲਈਏ ਤਾਂ ਫਿਰ ਉਹ ਵਿਕਾਰਾਂ ਵੱਲ ਦੌੜਨ ਤੋਂ ਆਟੋਮੈਟਿਕਲੀ ਰੁਕ ਜਾਏਗਾ। ਜੇ ਆਪਣੇ ਕਮਰੇ ਦੇ ਅੰਦਰ ਲਾਈਟ ਅਸੀਂ ਔਨ ਕਰ ਦਈਏ ਤਾਂ ਉੱਥੋਂ ਹਨੇਰਾ ਆਉਣਾ ਆਪੇ ਹੀ ਰੁਕ ਜਾਣਾ, ਕਿਉਂਕਿ ਅੰਦਰ ਚਾਨਣ ਹੈ, ਹਨੇਰਾ ਆ ਹੀ ਨਹੀਂ ਸਕਦਾ। ਹਨੇਰੇ ਨੇ ਉਦੋਂ ਆਉਣਾ ਜਦੋਂ ਲਾਈਟ ਆਫ ਕਰੋਗੇ, ਝੂਠ ਨੇ ਉਦੋਂ ਆਉਣਾ ਜਦੋਂ ਸੱਚ ਦੀ ਲਾਈਟ ਆਫ ਕਰ ਦਿਓਗੇ। ਜੇ ਅੰਦਰ ਦਇਆ ਹੈ ਤਾਂ ਨਿਰਦੈਤਾ ਨਹੀਂ ਆਏਗੀ, ਨਿਰਦੈਤਾ ਉਦੋਂ ਆਏਗੀ ਜਦੋਂ ਦਇਆ ਦੀ ਲਾਈਟ ਆਫ ਕਰ ਦਿਓਗੇ, ਦਇਆ ਦਾ ਸਵਿਚ ਆਫ ਕਰ ਦਿਓਗੇ, ਦਇਆ ਨੂੰ ਹਿਰਦੇ ਚੋਂ ਕੱਢ ਦਿਓਗੇ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਸ਼ੁਭ ਗੁਣਾਂ ਦੇ ਨਾਲ ਜੇ ਆਪਣੀ ਸੁਰਤ ਨੂੰ ਜੋੜ ਲਿਆ ਜਾਏ, ਸ਼ੁਭ ਗੁਣਾਂ ਦਾ ਬੰਨ ਲਾ ਦਿੱਤਾ ਜਾਏ ਤਾਂ ਫਿਰ ਇਹ ਜਿਹੜਾ ਮਨ ਹੈ ਵਿਕਾਰਾਂ ਤੋਂ ਰੁਕ ਜਾਂਦਾ ਹੈ। ਤੇ ਫਿਰ ਉਹਦਾ ਫਲ ਕੀ ਮਿਲਦਾ ਹੈ? ਉੱਡੈ ਨਾ ਹੰਸਾ ਪੜੈ ਨਾ ਕੰਧ। ਇਹਨੂੰ ਉੱਡੈ ਪੜਨਾ, ਉਡੇ ਨਹੀਂ ਉੱਡੈ, ਡੱਡੇ ਨਾਲ ਦਲਾਵਾਂ ਨੇ ਉੱਡੈ, ਤੇ ਪੜੇ ਨਹੀਂ ਪੜਨਾ ਪੜੈ, ਰੜਾੜੇ ਨਾਲ ਦਲਾਵਾਂ ਨੇ। ਉੱਡੈ ਨਾ ਹੰਸਾ ਪੜੈ ਨਾ ਕੰਧ। ਹੰਸਾ ਦਾ ਮਤਲਬ ਹੈਗਾ ਮਨ, ਉੱਡੈ ਨਾ ਹੰਸਾ, ਫਿਰ ਇਹ ਮਨ ਉੱਡਦਾ ਨਹੀਂ, ਭਟਕਦਾ ਨਹੀਂ, ਕਿਉਂਕਿ ਜਦੋਂ ਸੱਚ ਦੇ ਨਾਲ ਜੁੜ ਗਿਆ, ਦਇਆ ਦੇ ਨਾਲ ਜੁੜ ਗਿਆ, ਪ੍ਰੇਮ ਦੇ ਨਾਲ ਜੁੜ ਗਿਆ ਤਾਂ ਫਿਰ ਇਹ ਮਨ ਹੁਣ ਭਟਕੇਗਾ ਨਹੀਂ। ਇਹਦਾ ਇੱਕ ਗੋਲ ਬਣ ਗਿਆ, ਸਾਡਾ ਇੱਕ ਗੋਲ ਬਣ ਗਿਆ ਕਿ ਮੈਂ ਸੱਚ ਬੋਲਣਾ ਹੈ, ਸੱਚ ਸੁਣਨਾ ਹੈ, ਸੱਚ ਸਮਝਣਾ ਹੈ, ਸੱਚ ਕਮਾਣਾ ਹੈ, ਸੱਚ ਦਾ ਸੰਗ੍ਰਹਿਣ ਕਰਨਾ ਹੈ, ਮੇਰਾ ਗੋਲ ਹੀ ਇਹ ਹੈ। ਤਾਂ ਹੁਣ ਮਨ ਦੂਜੇ ਪਾਸੇ ਜਾਏਗਾ ਹੀ ਨਹੀਂ। ਮੇਰੀ ਜ਼ਿੰਦਗੀ ਦਾ ਗੋਲ ਬਣ ਗਿਆ, ਏਮ ਬਣ ਗਿਆ ਕਿ ਮੈਂ ਪਿਆਰ ਦੇ ਨਾਲ ਰਹਿਣਾ ਹੈ, ਤਾਂ ਈਰਖਾ ਦੁਵੇਸ਼ ਮਨ ਦੇ ਅੰਦਰ ਆਏਗੀ ਨਹੀਂ, ਆਟੋਮੈਟਿਕਲੀ ਨਹੀਂ ਆਏਗੀ, ਮਨ ਨਹੀਂ ਭਟਕੇਗਾ। ਜਦੋਂ ਸ਼ੁਭ ਗੁਣਾਂ ਦੇ ਨਾਲ, ਸੱਚਾਈ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਵਾਂਗੇ ਤਾਂ ਉਦੋਂ ਫਿਰ ਮਨ ਭਟਕੇਗਾ ਨਹੀਂ। ਅਸੀਂ ਆਮ ਕਹਿੰਦੇ ਆ ਨਾ, ਸਾਡਾ ਮਨ ਬਾਣੀ ਵਿੱਚ ਨਹੀਂ ਲੱਗਦਾ, ਜਾਂ ਪਾਠ ਕਰੀਏ ਜਾਂ ਪੜ੍ਹਨ ਬੈਠੀਏ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ, ਤਾਂ ਉਹਦਾ ਰੀਜ਼ਨ ਸਿਰਫ ਇਹ ਹੁੰਦਾ ਕਿ ਸਾਡਾ ਗੋਲ ਨਹੀਂ ਨਾ ਕੋਈ ਬਣਿਆ। ਜਦੋਂ ਸ਼ੁਭ ਗੁਣਾਂ ਦੇ ਨਾਲ ਮਨ ਜੁੜ ਜਾਏਗਾ, ਜਦੋਂ ਗੋਲ ਬਣ ਜਾਏਗਾ ਤਾਂ ਮਨ ਦੂਜੇ ਪਾਸੇ ਨਹੀਂ ਭਟਕੇਗਾ। ਪੜ੍ਹੈ, ਰੜਾੜੇ ਥੱਲੇ ਥੋੜਾ ਜਿਹਾ ਹਾਹੇ ਦੀ ਆਵਾਜ਼ ਆਏਗੀ, ਭਾਰਾ ਕਰਕੇ ਪੜ੍ਹੈ ਨਾ ਕੰਧ। ਪੜ੍ਹੈ ਦਾ ਮਤਲਬ ਹੁੰਦਾ ਹੈ ਛਿਜਣਾ, ਡਿੱਗਣਾ। ਕੰਧ ਦਾ ਮਤਲਬ ਸਰੀਰ। ਫਿਰ ਇਹ ਸਰੀਰ ਵੀ ਨਹੀਂ ਡਿੱਗਦਾ, ਸਰੀਰ ਦੀ ਸਤਿਆਨਾਸ਼ ਨਹੀਂ ਹੁੰਦੀ, ਭਾਵ ਕਿ ਸਰੀਰ ਨੂੰ ਵੀ ਵਿਕਾਰ ਜਿਹੜੇ ਨਹੀਂ ਚੰਬੜਦੇ। ਸਰੀਰ ਕਰਕੇ ਵੀ ਬੰਦਾ ਫਿਰ ਮਾੜੇ ਕਰਮ ਨਹੀਂ ਕਰਦਾ। ਜਦੋਂ ਅੰਦਰੋਂ ਸੁਰਤ ਚੰਗੀ ਹੈ, ਸੋਚ ਚੰਗੀ ਹੈ, ਤਾਂ ਮੇਰੇ ਸਰੀਰ ਦੇ ਜਿਹੜੇ ਅੰਗ ਨੇ, ਅੱਖਾਂ ਨੇ ਮਾੜਾ ਵੇਖਣਾ ਸੀ ਨਾ, ਹੁਣ ਅੱਖਾਂ ਮਾੜਾ ਨਹੀਂ ਵੇਖਣਗੀਆਂ, ਕਿਉਂਕਿ ਅੰਦਰ ਦਾ ਗੋਲ ਚੰਗਾ ਹੈ ਨਾ। ਮੇਰੇ ਸਰੀਰ ਦਾ ਅੰਗ ਜ਼ਬਾਨ, ਇਹਨੇ ਝੂਠ ਬੋਲਣਾ ਸੀ ਪਰ ਹੁਣ ਨਹੀਂ ਬੋਲੇਗੀ ਨਾ, ਕਿਉਂਕਿ ਅੰਦਰਲਾ ਜੁੜਿਆ ਹੋਇਆ ਸੱਚ ਨਾਲ, ਪ੍ਰੇਮ ਨਾਲ। ਹੱਥ ਬੇਗਾਨਾ ਹੱਕ ਨਹੀਂ ਖਾਣਗੇ, ਇਹ ਵਿਕਾਰਾਂ ਵਿੱਚ ਸਰੀਰ ਵੀ ਨਹੀਂ ਡਿੱਗੇਗਾ। ਤੇ ਦੂਜੀ ਗੱਲ ਕਿ ਜੋ ਮਾਨਸਿਕ ਰੋਗਾਂ ਕਰਕੇ, ਮਾਨਸਿਕ ਭਟਕਣਾ ਕਰਕੇ ਸਰੀਰਕ ਰੋਗ ਪੈਦਾ ਹੋਣੇ ਸਨ, ਉਹ ਰੋਗ ਵੀ ਪੈਦਾ ਨਹੀਂ ਹੋਣਗੇ। ਇੱਥੇ ਸਾਰੇ ਰੋਗਾਂ ਦੀ ਗੱਲ ਨਹੀਂ ਹੈ ਕਿ ਲੱਤ ਬਾਂਹ ਨਹੀਂ ਟੁੱਟੇਗੀ ਜਾਂ ਬੁਖਾਰ ਖੰਘ ਨਹੀਂ ਹੋਏਗਾ, ਐਸਾ ਨਹੀਂ। ਜੋ ਮਾਨਸਿਕ ਤਣਾਵ ਜਾਂ ਮਾਨਸਿਕ ਖਿਚਾਵ ਕਰਕੇ ਸਰੀਰ ਦੇ ਵਿੱਚ ਰੋਗ ਪੈਦਾ ਹੁੰਦੇ ਨੇ ਨਾ, ਉਹ ਪੈਦਾ ਨਹੀਂ ਹੋਣਗੇ। ਕਈ ਵਾਰ ਐਸਾ ਹੁੰਦਾ ਜਿਵੇਂ ਸਿਰ ਪੀੜ ਹੈ, ਜਿਵੇਂ ਮਾਈਗ੍ਰੇਨ ਹੈ, ਜਾਂ ਗੈਸ ਦਾ ਬਣਨਾ ਹੈ, ਜਾਂ ਮੋਢਿਆਂ ਦਾ ਖਿਚਾਵ ਹੈ, ਜਾਂ ਅੱਖਾਂ ਦਾ ਖਿਚਾਵ ਹੈ, ਜਾਂ ਪੇਟ ਦੇ ਕਈ ਸਾਰੇ ਰੋਗ ਨੇ, ਔਰ ਗੈਸ ਬਣਨੀ ਹੈ, ਤੇਜ਼ਾਬ ਬਣਨਾ ਹੈ, ਕਬਜ਼ ਵਗੈਰਾ ਹੈ। ਇਹਨਾਂ ਦਾ ਸੰਬੰਧ ਸਾਡੀ ਸੋਚ ਦੇ ਨਾਲ ਹੈ, ਨੈਗੇਟਿਵਿਟੀ ਦੇ ਨਾਲ, ਕਿਉਂਕਿ ਅੰਦਰ ਮਾਨਸਿਕ ਤਣਾਵ ਔਰ ਮਾਨਸਿਕ ਖਿਚਾਵ। ਤਾਂ ਜੇ ਰੋਗ ਮਾਨਸਿਕ ਖਿਚਾਵ ਔਰ ਤਣਾਵ ਕਰਕੇ ਨੇ ਨਾ ਜਿਹੜੇ, ਉਹ ਸਰੀਰ ਨੂੰ ਫਿਰ ਨਹੀਂ ਲੱਗਣਗੇ, ਕਿਉਂਕਿ ਮਾਨਸਿਕ ਤੌਰ ਤੇ ਬੰਦਾ ਸ਼ਾਂਤ ਹੈ, ਸਰੀਰ ਵਿਕਾਰਾਂ ਵਿੱਚ ਨਹੀਂ ਡਿੱਗੇਗਾ,
ਔਰ ਜਿਹੜੇ ਮਾਨਸਿਕ ਤਣਾਅ ਜਾਂ ਮਾਨਸਿਕ ਖਿਚਾਵ ਕਰਕੇ ਸਰੀਰਕ ਰੋਗਾਂ ਦੇ ਸਿੰਪਟਮ ਸਰੀਰ ਵਿੱਚ ਪੈਦਾ ਹੋਣੇ ਸਨ, ਉਹ ਨਹੀਂ ਪੈਦਾ ਹੋਣਗੇ। ਕਦੋਂ? ਜਦੋਂ ਮਨ ਸੱਚ ਦੇ ਨਾਲ ਜੁੜ ਜਾਏਗਾ। ਸਹਿਜ ਗੁਫਾ ਘਰ ਸਹਿਜ ਗੁਫਾ ਇੱਥੇ ਰੁਕਣਾ ਹੈ। ਘਰ ਜਾਣਾ ਸੱਚਾ। ਸਹਿਜ ਗੁਫਾ। ਹੁਣ ਮਨ ਦੀ ਉਹ ਹਾਲਾਤ ਜੋ ਅਡੋਲਤਾ ਵਾਲੀ ਹੈ। ਸਹਿਜ ਦਾ ਮਤਲਬ ਅਡੋਲਤਾ ਵਾਲੀ ਹਾਲਾਤ। ਅਡੋਲਤਾ ਦਾ ਮਤਲਬ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਮਨ ਵਿੱਚ ਵੀ ਸੱਚ, ਬੋਲਾਂ ਵਿੱਚ ਵੀ ਸੱਚ, ਵਿਹਾਰ ਵਿੱਚ ਵੀ ਸੱਚ। ਇਹਨੂੰ ਕਹਿੰਦੇ ਨੇ ਅਡੋਲ ਅਵਸਥਾ, ਇਹਨੂੰ ਕਹਿੰਦੇ ਨੇ ਸਹਿਜ। ਤੇ ਜਿਸ ਦੇ ਮਨ ਵਿੱਚ ਕੁਝ ਹੋਰ ਹੈ, ਬੋਲਾਂ ਵਿੱਚ ਕੁਝ ਹੋਰ ਹੈ ਔਰ ਤਨ ਦਾ ਵਿਹਾਰ ਕੁਝ ਹੋਰ ਹੈ, ਉਹ ਅਡੋਲ ਨਹੀਂ ਹੈ, ਉਹ ਸਹਿਜ ਵਿੱਚ ਨਹੀਂ, ਉਹ ਅਸਹਿਜ ਹੈ। ਕਹਿ ਕੁਛ ਰਿਹਾ ਹੈ, ਕਰ ਕੁਛ ਰਿਹਾ ਹੈ। ਤਾਂ ਮਨ, ਬਚਨ ਔਰ ਕਰਮ ਕਰਕੇ ਸੱਚ ਦਾ ਜੋ ਧਾਰਨੀ ਹੋ ਗਿਆ ਨਾ, ਇਹਨੂੰ ਗੁਫਾ ਕਹਿ ਰਹੇ ਨੇ ਗੁਰੂ ਜੀ, ਸਹਿਜ ਦੀ ਗੁਫਾ। ਜੋਗੀ ਨੇ ਬਾਹਰਲੀਆਂ ਗੁਫਾਵਾਂ ਦੇ ਵਿੱਚ ਵੜ ਰਹੇ ਨੇ, ਗੁਫਾਵਾਂ ਦੇ ਵਿੱਚ ਜਾ ਕੇ ਤਾੜੀ ਲਾ ਰਹੇ ਨੇ, ਸਮਾਧੀ ਲਾ ਰਹੇ ਨੇ। ਅੱਜ ਕੱਲ ਗੁਫਾਵਾਂ ਨਹੀਂ, ਅੱਜ ਕੱਲ ਡੇਰੇ ਬਣਾ ਲਏ ਨੇ, ਭੋਰੇ ਬਣਾ ਲਏ ਨੇ, ਵੱਖਰੇ ਪੂਜਾ ਘਰ ਬਣਾ ਲਏ ਨੇ, ਉਹਨਾਂ ਦੇ ਵਿੱਚ ਬੈਠੇ ਹੋਏ ਨੇ। ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਵੱਖਰੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ, ਗੁਫਾਵਾਂ ਦੇ ਵਿੱਚ ਵੜਨ ਦੀ ਲੋੜ ਨਹੀਂ, ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ, ਪਹਾੜਾਂ ਤੇ ਚੜਨ ਦੀ ਲੋੜ ਨਹੀਂ ਹੈ। ਕਿਉਂਕਿ ਜੇ ਸਾਰੇ ਗੁਫਾਵਾਂ ਦੇ ਵਿੱਚ ਵੜ ਕੇ ਬਹਿ ਜਾਣ ਤੇ ਘਰ ਪਰਿਵਾਰ ਜ਼ਿੰਦਗੀ ਚੱਲ ਨਹੀਂ ਨਾ ਸਕਦੀ। ਤੇ ਜੇ ਗੁਫਾਵਾਂ ਦੇ ਵਿੱਚ ਵੜਨ ਦੇ ਨਾਲ ਹੀ ਰੱਬ ਨੇ ਮਿਲਣਾ ਹੈ, ਤਾਂ ਫਿਰ ਤੇ ਸਾਰੇ ਪਾ ਵੀ ਨਹੀਂ ਸਕਦੇ, ਇੰਨੀਆਂ ਗੁਫਾਵਾਂ ਹੀ ਕੋਈ ਨਹੀਂ। ਪਹਿਲੀ ਗੱਲ, ਸਾਰੇ ਲੋਕ ਗੁਫਾਵਾਂ ਦੇ ਵਿੱਚ ਜਾ ਵੀ ਨਹੀਂ ਸਕਣਗੇ, ਕਿਉਂਕਿ ਘਰ ਗ੍ਰਸਤੀ ਵੀ ਨਹੀਂ ਚੱਲਣੀ। ਇਸ ਲਈ ਉਹਨਾਂ ਗੁਫਾਵਾਂ ਦਾ, ਐਸੀਆਂ ਭਗਤੀਆਂ ਦਾ ਗੁਰੂ ਜੀ ਪ੍ਰਤੱਖ ਤੌਰ ਤੇ ਖੰਡਨ ਕਰ ਰਹੇ ਨੇ ਔਰ ਸਾਫ਼ ਲਫ਼ਜ਼ਾਂ ਵਿੱਚ ਕਹਿ ਰਹੇ ਨੇ, ਸਹਿਜ ਗੁਫਾ, ਅਡੋਲਤਾ ਦੀ ਕੰਦਰਾ, ਅਡੋਲਤਾ ਦੀ ਗੁਫਾ। ਯਾਨੀ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋ ਜਾਣਾ, ਜਿਹੜਾ ਇਹਨੂੰ ਆਪਣਾ ਘਰ ਸਮਝ ਲਵੇ। ਜੋ ਮਨੁੱਖ ਸਹਿਜ ਅਵਸਥਾ ਦੀ ਗੁਫਾ ਨੂੰ ਆਪਣਾ ਸਦਾ ਟਿਕੇ ਰਹਿਣ ਦਾ ਘਰ ਸਮਝ ਲੈ, ਯਾਨੀ ਜਿਸ ਮਨੁੱਖ ਦਾ ਮਨ ਅਡੋਲ ਅਵਸਥਾ ਵਿੱਚ ਟਿਕ ਜਾਏ, ਉਹਨੂੰ ਕਹਿੰਦੇ ਨੇ ਸਹਿਜ ਗੁਫਾ। ਜਿਹੜਾ ਮਨ ਸੱਚ ਤੋਂ ਡੋਲੇ ਨਾ, ਜਿਵੇਂ ਭਾਈ ਮਤੀ ਦਾਸ ਜੀ ਨੇ, ਤਾਂ ਹੁਣ ਕਿਸੇ ਗੁਫਾ ਵਿੱਚ ਥੋੜੀ ਬੜੇ ਨੇ, ਆਰੇ ਦੇ ਨਾਲ ਚਿਰਦੇ ਹੋਏ ਵੀ ਉਹ ਸਹਿਜ ਵਿੱਚ ਨੇ, ਮਨ, ਬਚਨ, ਕਰਮ ਕਰਕੇ। ਕਿਉਂਕਿ ਉਹਨਾਂ ਦਾ ਮਨ ਅਡੋਲ ਅਵਸਥਾ ਵਿੱਚ ਟਿਕ ਗਿਆ ਹੈ, ਸੱਚ ਦੇ ਉੱਤੇ ਟਿਕ ਗਿਆ ਹੈ। ਭਾਈ ਮਤੀ ਦਾਸ ਨੇ, ਭਾਈ ਸਤੀ ਦਾਸ ਨੇ, ਭਾਈ ਦਿਆਲਾ ਜੀ ਨੇ, ਹੋਰ ਅਨੇਕਾਂ ਸਿੰਘ ਨੇ। ਅੱਜ ਵੀ ਇਸ ਦੁਨੀਆ ਵਿੱਚ ਕੁਝ ਲੋਕ ਹੋਣਗੇ ਜਿਨ੍ਹਾਂ ਦਾ ਮਨ ਸੱਚ ਦੇ ਉੱਤੇ ਟਿਕਿਆ ਹੋਇਆ ਹੈ। ਤਾਂ ਜਿਹੜਾ ਉਹ ਸੱਚ ਦੇ ਅੰਦਰ ਟਿਕਾਵ ਨੂੰ ਆਪਣਾ ਘਰ ਸਮਝ ਲਵੇ, ਗੁਰੂ ਜੀ ਕਹਿੰਦੇ ਨੇ ਉਹ ਇਨਸਾਨ ਸੱਚਾ ਹੋ ਜਾਂਦਾ ਹੈ। ਨਾਨਕ ਸਾਚੇ ਭਾਵੈ ਸਾਚਾ। ਉਹ ਸੱਚੇ ਇਨਸਾਨ ਨੂੰ ਫਿਰ ਸੱਚਾ ਰੱਬ ਪਿਆਰਾ ਲੱਗਣ ਲੱਗ ਜਾਂਦਾ ਹੈ, ਉਹ ਸੱਚ ਰੂਪ ਹੋ ਜਾਂਦਾ ਹੈ ਤੇ ਸੱਚੇ ਪ੍ਰਭੂ ਨੂੰ ਉਹ ਪਿਆਰਾ ਲੱਗਦਾ ਹੈ, ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਹੁਣ ਜੇ ਅਸੀਂ ਰੱਬ ਦਾ ਪਿਆਰ ਪਾਣਾ ਚਾਹੁੰਦੇ ਹਾਂ, ਤਾਂ ਰੱਬ ਦਾ ਪਿਆਰ ਕਿਵੇਂ ਮਿਲੇਗਾ? ਤੀਰਥਾਂ ਤੇ ਨਹਾ ਕੇ ਨਹੀਂ, ਸਮਾਧੀਆਂ ਲਾ ਕੇ ਨਹੀਂ, ਦਸਮ ਦੁਆਰ ਵਿੱਚ ਪ੍ਰਾਨ ਚੜਾ ਕੇ ਨਹੀਂ, ਵਰਤ ਨਰਾਤਿਆਂ ਦੇ ਨਾਲ ਨਹੀਂ, ਜੰਗਲਾਂ ਜੂਹਿਆਂ ਦੇ ਵਿੱਚ ਭਟਕ ਕੇ ਨਹੀਂ। ਰੱਬ ਸੱਚਾ ਹੈ ਤੇ ਸੱਚ ਦੇ ਨਾਲ ਪਿਆਰ ਕੀਤਿਆਂ ਹੀ ਰੱਬ ਦਾ ਪਿਆਰ ਮਿਲ ਸਕਦਾ ਹੈ। ਇਸ ਦਾ ਮਤਲਬ ਸੱਚ ਦੇ ਨਾਲ ਪਿਆਰ ਕਰਨਾ ਹੀ ਰੱਬ ਦੇ ਨਾਲ ਪਿਆਰ ਕਰਨਾ ਹੈ। ਇਹ ਗੱਲ ਸਮਝਣ ਵਾਲੀ ਹੈ। ਸੱਚ ਦੇ ਨਾਲ ਪਿਆਰ ਕਰਨਾ ਹੀ ਰੱਬ ਦੇ ਨਾਲ ਪਿਆਰ ਕਰਨਾ ਹੈ। ਸੱਚ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਸੱਚ ਵਿੱਚ ਆਪਣੀ ਸੁਰਤ ਨੂੰ ਲੀਨ ਕਰ ਲੈਣਾ ਹੀ ਰੱਬ ਦੇ ਅੰਦਰ ਮਿਲ ਜਾਣਾ ਹੈ। ਸੱਚ ਹੀ ਰੱਬ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਔਰ ਗੁਰੂ ਜੀ ਨੇ ਗੋਲ ਵੀ ਸਾਨੂੰ ਇਹੀ ਦਿੱਤਾ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ। ਸਾਡੀ ਜ਼ਿੰਦਗੀ ਦਾ ਗੋਲ ਹੀ ਇਹ ਹੈ ਕਿ ਅਸੀਂ ਸਚਿਆਰ ਕਿਵੇਂ ਹੋਣਾ ਹੈ। ਮਨੁੱਖ ਦੀ ਪ੍ਰੋਬਲਮ ਹੀ ਇਹ ਹੈ ਕਿ ਇਹ ਕੂੜਿਆਰ ਕਰਕੇ ਦੁਖੀ ਹੈ, ਇਹ ਸਚਿਆਰ ਕਿਵੇਂ ਹੋਵੇ, ਮੇਨ ਪ੍ਰੋਬਲਮ ਹੈ। ਤੇ ਜੇ ਦੁਨੀਆ ਦਾ ਹਰ ਇਨਸਾਨ ਸਚਿਆਰ ਹੋ ਕੇ ਜੀਵੇ ਤਾਂ ਉਹ ਰੱਬ ਵਰਗਾ ਹੋ ਕੇ ਜੀ ਰਿਹਾ ਹੋਵੇਗਾ। ਸਚਿਆਰ ਹੋਣਾ ਹੀ ਰੱਬ ਹੋ ਜਾਣਾ ਹੈ। ਤੂੰ ਕਰਤਾ ਸਚਿਆਰ ਮਹਿੰਦਾ ਸਾਈਂ। ਇਸ ਲਈ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੈ ਸਚਿਆਰ ਹੋ ਜਾਣਾ।
ਸੱਚ ਸਭ ਨਾ ਹੋਏ दारू ਆਪ ਕੱਢੇ ਤੋਏ। ਤਾਂ ਗੁਰੂ ਜੀ ਕਹਿੰਦੇ ਨੇ ਸੱਚਾ ਇਨਸਾਨ ਹੀ ਸੱਚੇ ਨੂੰ ਪਾਉਂਦਾ ਹੈ। ਇਸ ਲਈ ਇਹ ਯੋਗੀ ਜਨੋ ਸੱਚ ਦੇ ਨਾਲ ਜੁੜੋ, ਸਚਿਆਰ ਹੋਵੋ, ਔਰ ਸਚਿਆਰ ਹੋਣ ਵਾਸਤੇ ਘਰ ਗ੍ਰਸਤੀ ਨੂੰ ਤਿਆਗਣ ਦੀ ਲੋੜ ਨਹੀਂ। ਸਚਿਆਰ ਹੋਣ ਵਾਸਤੇ ਗੁਫਾਵਾਂ ਵਿੱਚ ਵੜਨ ਦੀ ਲੋੜ ਨਹੀਂ, ਮੁੰਦਰਾ ਪਾਉਣ ਦੀ ਜ਼ਰੂਰਤ ਨਹੀਂ, ਭੇਖ ਧਾਰਨ ਕਰਨ ਦੀ ਜ਼ਰੂਰਤ ਨਹੀਂ। ਸਚਿਆਰ ਹੋਣ ਵਾਸਤੇ ਕੇਵਲ ਸੱਚ ਦੇ ਧਾਰਨੀ ਹੋਣ ਦੀ ਲੋੜ ਹੈ। ਹੁਣ ਗੁਰੂ ਜੀ ਤੋਂ ਅਗਲੇ ਉਹ ਸਵਾਲ ਕਰ ਰਹੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਗੁਰੂ ਜੀ ਨੇ ਕਿਹਾ ਸੀ ਨਾ ਹਾਟੀ ਬਾਟੀ, ਇਹਨਾਂ ਨੇ ਜੋਗੀਆਂ ਨੇ ਕਿਹਾ ਸੀ ਕਿ ਹਾਟੀ ਬਾਟੀ ਰਹੇ ਨਿਰਾਲੇ, ਕਿ ਅਸੀਂ ਹੱਟੀਆਂ ਤੋਂ, ਬਾਜ਼ਾਰਾਂ ਤੋਂ, ਘਰਾਂ ਤੋਂ ਨਿਰਾਲੇ ਰਹਿੰਦੇ ਆ। ਤੇ ਗੁਰੂ ਜੀ ਨੇ ਕਿਹਾ ਸੀ ਹਾਟੀ ਬਾਟੀ ਨੀਂਦ ਨਾ ਆਵੇ, ਕਿ ਹਾਟੀ ਬਾਟੀ ਨੂੰ ਤਿਆਗਣ ਦੀ ਲੋੜ ਨਹੀਂ, ਘਰ ਗ੍ਰਸਤੀ ਨੂੰ ਤਿਆਗਣ ਦੀ ਲੋੜ ਨਹੀਂ, ਸਿਰਫ ਅਗਿਆਨਤਾ ਦੀ ਨੀਂਦ ਵਿੱਚੋਂ ਬਚਣਾ ਹੈ। ਘਰ ਗ੍ਰਸਤੀ ਦੇ ਅੰਦਰ ਰਹਿੰਦਿਆਂ ਅਗਿਆਨਤਾ ਵਿੱਚ ਨਹੀਂ ਪੈਣਾ, ਮਾੜੇ ਕਰਮ ਨਹੀਂ ਕਰਨੇ, ਮੋਹ ਵਿੱਚ ਨਹੀਂ ਪੈਣਾ, ਸੱਚ ਦਾ ਤਿਆਗ ਨਹੀਂ ਕਰਨਾ, ਨਿਰਲੇਪ ਰਹਿਣਾ ਹੈ। ਇਹ ਅਸੀਂ ਪਿੱਛੇ ਸੁਣ ਆਏ ਹਾਂ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ। ਸੰਸਾਰ ਨੂੰ ਤਿਆਗਣ ਦੀ ਜ਼ਰੂਰਤ ਨਹੀਂ, ਸੰਸਾਰ ਦੇ ਅੰਦਰ ਨਿਰਲੇਪ ਰਹਿਣਾ ਹੈ, ਜਿਵੇਂ ਪਾਣੀ ਦੇ ਅੰਦਰ ਕਮਲ ਰਹਿੰਦਾ ਹੈ, ਜਿਵੇਂ ਨਦੀ ਦੇ ਅੰਦਰ ਮੁਰਗਾਬੀ ਰਹਿੰਦੀ ਹੈ। ਹੁਣ ਗੁਰੂ ਜੀ ਤੋਂ ਸਵਾਲ ਕਰ ਰਹੇ ਨੇ ਕਿ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿ ਤੂੰ ਕਹਿ ਰਿਹਾ ਸੈਂ ਕਿ ਹਾਟੀ ਬਾਟੀ ਨੂੰ ਤਿਆਗਣਾ ਨਹੀਂ, ਤੇ ਫਿਰ ਤੂੰ ਘਰ ਕਿਉਂ ਛੱਡਿਆ, ਤੂੰ ਉਦਾਸੀ ਕਿਉਂ ਹੋਇਆ, ਉਦਾਸੀ ਬਾਣਾ ਕਿਉਂ ਪਾਇਆ ਹੋਇਆ। ਗੁਰੂ ਨਾਨਕ ਦੇਵ ਜੀ ਨੇ ਪੇਸ਼ ਧਾਰਨ ਕੀਤਾ ਸੀ ਨਾ ਉਦਾਸੀ ਵਾਲਾ, ਜੈਸੇ ਇਲਾਕੇ ਵਿੱਚ ਗਏ ਵੈਸਾ ਪੇਸ਼ ਧਾਰਨ ਕੀਤਾ, ਬਸਤਰ ਪਾਏ ਸਨ। ਤੇ ਪੁੱਛਿਆ ਕਿ ਇਹ ਬਾਬਾ, ਇਹ ਬਾਲਕੇ, ਤੂੰ ਗ੍ਰਸਤ ਨੂੰ ਇਹ ਆਪਣਾ ਉਦਾਸੀ ਕਿਉਂ ਹੋਇਆ, ਤੂੰ ਘਰ-ਬਾਰ ਨੂੰ ਛੱਡ ਕੇ ਕਿਉਂ ਆ ਗਿਆ, ਇੱਥੇ ਪਹਾੜਾਂ ਤੇ ਆ ਗਿਆ, ਤੂੰ ਕਿਉਂ ਆਇਆ, ਕੀ ਕਾਰਨ ਹੈ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਕਰਕੇ ਘਰ ਨੂੰ ਛੱਡ ਕੇ ਵੈਰਾਗੀ ਹੋ ਗਿਆ, ਕਿਉਂ ਛੱਡ ਆਇਆ, ਕਿਸ ਕਾਰਨ ਇਹ ਭੇਖ ਨਿਵਾਸੀ, ਨਿਵਾਸੀ ਦਾ ਮਤਲਬ ਧਾਰਨ ਵਾਲਾ, ਇਹ ਕਿਉਂ ਇਹ ਉਦਾਸੀ ਭੇਖ ਧਾਰਿਆ, ਅਜੋ ਬਸਤਰ ਪਾਏ ਨੇ ਕਿਉਂ ਪਾਏ ਨੇ, ਜਾਂ ਘਰ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ ਕਿਉਂ ਆ ਗਿਆ ਜੰਗਲਾਂ ਵਿੱਚ, ਕਿਉਂ ਦੁਨੀਆ ਦੇ ਵਿੱਚ ਵਿਚਰ ਰਿਹਾ ਹੈ, ਇਹਦਾ ਕੀ ਰੀਜ਼ਨ ਹੈ। ਇਸ ਵਖਰ ਕੇ ਤੁਮ ਵਣਜਾਰੇ, ਵਖਰ ਦਾ ਮਤਲਬ ਸੌਦਾ, ਵਣਜਾਰੇ ਦਾ ਮਤਲਬ ਵਪਾਰੀ। ਤੁਸੀਂ ਕਿਹੜੇ ਸੌਦੇ ਦੇ ਵਪਾਰੀ ਹੋ, ਕੀ ਵਿਹਾਜਣਾ ਚਾਹੁੰਦੇ ਹੋ, ਕੀ ਤੁਹਾਡੀ ਜ਼ਿੰਦਗੀ ਦਾ ਏਮ ਹੈ, ਕੀ ਤੁਹਾਡੀ ਜ਼ਿੰਦਗੀ ਦਾ ਗੋਲ ਹੈ। ਕਿਉਂ ਕਰ ਸਾਥ ਲੰਘਾਵੋ ਪਾਰੇ, ਸਾਥ ਦਾ ਮਤਲਬ ਹੈ ਕਾਫਲਾ। ਕਈ ਵਾਰ ਸਾਥ ਦੇ ਥੱਥੇ ਨਾਲ ਔਂਕੜ ਵੀ ਲੱਗਾ ਹੁੰਦਾ ਹੈ, ਤਾਂ ਇੱਥੇ ਉਹ ਸੰਬੰਧ ਕੀ ਪਦ ਹੋ ਜਾਂਦਾ ਹੈ। ਇੱਥੇ ਸਾਥ ਦੇ ਥੱਥੇ ਥੱਲੇ ਔਂਕੜ ਹੈ, ਜਿਸ ਦਾ ਮਤਲਬ ਹੈ ਕਾਫਲਾ, ਜਿਹੜਾ ਸੰਗ ਹੈ, ਜੋ ਸਾਥੀ ਨੇ। ਤਾਂ ਗੁਰੂ ਜੀ ਤੋਂ ਪੁੱਛ ਰਹੇ ਨੇ, ਕਿਉਂ ਕਰ ਸਾਥ ਲੰਘਾਵੋ ਪਾਰੇ, ਜਿਹੜਾ ਇਹ ਸੰਸਾਰ ਦੁਤਰ ਹੈ ਨਾ, ਜੋਗੀਆਂ ਨੇ ਕਿਹਾ ਸੀ ਕਿ ਦੁਤਰ ਸਾਗਰ ਨੂੰ ਕਿਵੇਂ ਤਰਿਆ ਜਾ ਸਕਦਾ ਹੈ, ਗੁਰੂ ਜੀ ਨੇ ਦੱਸਿਆ ਸੀ ਕਿ ਸੱਚ ਦੇ ਨਾਲ। ਤਾਂ ਹੁਣ ਪੁੱਛ ਰਹੇ ਨੇ ਕਿ ਆਪਣੇ ਸਿੱਖਾਂ ਨੂੰ, ਯਾਨੀ ਆਪਣੇ ਸਾਥੀਆਂ ਨੂੰ, ਜਿਹੜੇ ਤੁਹਾਡੇ ਫੋਲੋਅਰ ਨੇ, ਉਹਨਾਂ ਨੂੰ ਕਿਵੇਂ ਪਾਰ ਲੰਘਾਓਗੇ, ਉਹਨਾਂ ਨੂੰ ਪਾਰ ਕਿਵੇਂ ਲੰਘਾਓਗੇ, ਤੁਸੀਂ ਕਿਹੜੇ ਵੱਖਰ ਦੇ ਵਣਜਾਰੇ ਹੋ, ਕੀ ਤੁਸੀਂ ਸੌਦਾ ਵਿਹਾਜਣਾ ਹੈ। ਜੋ ਤੁਹਾਡੇ ਰਾਸਤੇ ਨੂੰ ਫੋਲੋ ਕਰਨਗੇ ਸਿੱਖ ਨੇ, ਉਹਨਾਂ ਨੂੰ ਪਾਰ ਕਿਵੇਂ ਲੰਘਾਓਗੇ। ਅਸੀਂ ਤਾਂ ਸਮਾਧੀਆਂ ਲਾਉਂਦੇ ਹਾਂ, ਦਸਮ ਦੁਆਰ ਵਿੱਚ ਪ੍ਰਾਣ ਚੜਾਉਂਦੇ ਹਾਂ, ਤੁਸੀਂ ਆਪਣੇ ਸਾਥ ਨੂੰ ਕਿਵੇਂ ਪਾਰ ਲੰਘਾਓ। ਤਾਂ ਗੁਰੂ ਜੀ ਹੁਣ ਉੱਤਰ ਦੇ ਰਹੇ ਨੇ, ਗੁਰਮੁਖ ਖੋਜਤ ਭੈ ਉਦਾਸੀ। ਗੁਰਮੁਖ ਦਾ ਮਤਲਬ ਜੋ ਗੁਰੂ ਦਰਸਾਏ ਰਾਹਾਂ ਤੇ ਤੁਰਨ ਵਾਲੇ ਨੇ, ਅਸੀਂ ਉਹਨਾਂ ਦੀ ਖੋਜ ਵਿੱਚ ਨਿਕਲੇ ਆ, ਉਹਨਾਂ ਦੀ ਖੋਜ ਵਿੱਚ ਜੋ ਗੁਰੂ ਦਰਸਾਏ ਰਾਹਾਂ ਤੇ ਚੱਲ ਰਹੇ ਨੇ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲ ਰਹੇ ਨੇ, ਜੋ ਰੱਬ ਦੀ ਰਜ਼ਾ ਵਿੱਚ ਤੁਰਨ ਵਾਲੇ ਨੇ, ਉਹਨਾਂ ਦੀ ਖੋਜ ਵਿੱਚ, ਉਹਨਾਂ ਦੇ ਮਿਲਾਪ ਵਾਸਤੇ, ਔਰ ਅੱਗੇ ਇਹ ਪ੍ਰਚਾਰ ਔਰ ਪ੍ਰਸਾਰ ਕਰਨ ਵਾਸਤੇ ਅਸੀਂ ਗੁਰਮੁਖਾਂ ਦੀ ਖੋਜ ਵਿੱਚ ਨਿਕਲੇ ਹਾਂ, ਕਿ ਜੋ ਗੁਰੂ ਦੱਸੇ ਰਾਹਾਂ ਤੇ ਤੁਰਦੇ ਨੇ, ਉਹਨਾਂ ਦੇ ਨਾਲ ਮੇਲ ਮਿਲਾਪ ਕੀਤਾ ਜਾਏ, ਉਹਨਾਂ ਦੇ ਨਾਲ ਸੰਗ ਕੀਤਾ ਜਾਏ, ਔਰ ਨਾਲ ਗੁਰੂ ਦੀ ਜੋ ਮੱਤ ਹੈ, ਜੋ ਗਿਆਨ ਹੈ,
ਉਹਦਾ ਅੱਗੇ ਪ੍ਰਚਾਰ ਔਰ ਪ੍ਰਸਾਰ ਕੀਤਾ ਜਾਏ। ਇਸ ਕਰਕੇ ਘਰ ਨੂੰ ਛੱਡ ਕੇ ਆਏ ਆ। ਬਾਕੀ ਘਰ ਨੂੰ ਛੱਡਣ ਦਾ ਕੋਈ ਮਤਲਬ ਨਹੀਂ ਹੈ ਕਿ ਅਸੀਂ ਘਰ ਨੂੰ ਬਿਲਕੁਲ ਛੱਡ ਆਏ ਆ। ਉਹਦਾ ਰੀਜ਼ਨ ਇਹ ਹੈ ਕਿ ਘਰੋਂ ਜੇ ਬਾਹਰ ਨਿਕਲੇ ਆ ਤਾਂ ਗੁਰਮੁਖਾਂ ਦੀ ਖੋਜ ਵਿੱਚ, ਜਿਹੜੇ ਚੰਗੇ ਇਨਸਾਨ ਨੇ ਉਹਨਾਂ ਦੀ ਖੋਜ ਵਿੱਚ। ਦਰਸ਼ਨ ਕੈ ਤਾਈ ਭੇਖ ਨਿਵਾਸੀ। ਜਿਹੜਾ ਦਰਸ਼ਨ ਹੈ, ਇੱਥੇ ਦਰਸ਼ਨ ਦਾ ਮਤਲਬ ਹੈ ਫਿਲਾਸਫੀ, ਵਿਚਾਰਧਾਰਾ। ਜੋ ਗੁਰੂ ਦਰਸਾਏ ਮਾਰਗ ਤੇ ਤੁਰਨ ਵਾਲੇ ਨੇ ਉਹਨਾਂ ਦਾ ਮਿਲਾਪ, ਔਰ ਦਰਸ਼ਨ ਦਾ ਮਤਲਬ ਵਿਚਾਰਧਾਰਾ। ਇਸ ਵਿਚਾਰਧਾਰਾ ਨੂੰ ਅੱਗੇ ਫੈਲਾਉਣ ਵਾਸਤੇ ਅਸਾਂ ਇਹ ਭੇਖ ਧਾਰਨ ਕੀਤਾ ਹੈ। ਸਾਡੇ ਭੇਖ ਧਾਰਨ ਦਾ ਮਤਲਬ ਵਿਖਾਵਾ ਨਹੀਂ ਹੈ। ਬਸਤਰ ਪਾਉਣ ਦਾ ਮਤਲਬ ਵਿਖਾਵਾ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜੋਗੀ ਆ ਜਾਂ ਕੁਛ ਆ, ਕਿਸੇ ਭੇਖ ਦੇ ਨਾਲ ਸੰਬੰਧ ਨਹੀਂ ਹੈ। ਕੇਵਲ ਇਹ ਜੋ ਗਿਆਨ ਦੀ ਵਿਚਾਰਧਾਰਾ ਹੈ, ਇਸ ਵਿਚਾਰਧਾਰਾ ਨੂੰ ਜਗਤ ਦੇ ਅੰਦਰ ਫੈਲਾਣਾ, ਇਹਦੇ ਕਰਕੇ ਭੇਖ ਧਾਰਨ ਕੀਤਾ ਹੈ। ਸਾਚ ਵਖਰ ਕੇ ਹਮ ਵਣਜਾਰੇ। ਅਸੀਂ ਸੱਚ ਦੇ ਵਪਾਰੀ ਹਾਂ। ਸੱਚ ਵਿਹਾਜਣ ਵਾਸਤੇ ਨਿਕਲੇ ਹਾਂ, ਯਾਨੀ ਸਾਡੀ ਜ਼ਿੰਦਗੀ ਦਾ ਗੋਲ ਸੱਚ ਹੈ। ਸੱਚ ਬੋਲਣਾ, ਸੱਚ ਸੁਣਨਾ, ਸੱਚ ਵੇਖਣਾ, ਸੱਚ ਦਾ ਸੰਗ੍ਰਹਿਣ ਕਰਨਾ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ। ਅਸੀਂ ਸੱਚ ਦੇ ਵਣਜਾਰੇ ਹਾਂ। ਅਸੀਂ ਝੂਠ ਦੇ ਵਣਜਾਰੇ ਨਹੀਂ। ਈਰਖਾ ਦਵੇਸ਼ ਦਾ ਸਾਡਾ ਸੰਬੰਧ ਕੋਈ ਨਹੀਂ। ਧਰਮਾਂ ਮਜ਼ਹਬਾਂ ਦੇ ਝਗੜਿਆਂ ਤੋਂ ਅਸੀਂ ਉੱਤੇ ਹਾਂ। ਸੱਚ ਦੇ ਵਣਜਾਰੇ ਹਾਂ। ਸੱਚ ਦੇ ਨਾਲ ਜੁੜਨਾ ਚਾਹੁੰਦੇ ਹਾਂ। ਔਰ ਵਣਜਾਰੇ ਦਾ ਮਤਲਬ ਹੁੰਦਾ ਹੈ ਲੈਣ ਦੇਣ ਕਰਨਾ, ਯਾਨੀ ਸੱਚ ਦਾ ਹੀ ਅਸੀਂ ਲੈਣ ਦੇਣ ਕਰਾਂਗੇ। ਸੱਚ ਹੀ ਸੁਣਾਂਗੇ, ਸੱਚ ਹੀ ਬੋਲਾਂਗੇ, ਸੱਚ ਹੀ ਕਰਾਂਗੇ, ਸੱਚ ਦਾ ਹੀ ਸੰਗ੍ਰਹਿਣ ਕਰਾਂਗੇ। ਸੱਚ ਹੀ ਸਾਡੀ ਜ਼ਿੰਦਗੀ ਦਾ ਏਮ ਹੈ। ਸਚਿਆਰ ਹੋਣਾ ਹੀ ਸਾਡੇ ਜੀਵਨ ਦਾ ਏਮ ਹੈ। ਯਾਨੀ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਣਾ, ਇਹੀ ਸਾਡਾ ਵਪਾਰ ਹੈ। ਹੋਰ ਕੋਈ ਵਪਾਰ ਨਹੀਂ। ਹੋਰ ਕੋਈ ਅਵਰਤ ਨਰਾਤੇ ਜਾਂ ਹੋਰ ਜਿੰਨੇ ਵੀ ਤੀਰਥ ਯਾਤਰਾਵਾਂ ਜਾਂ ਕਰਮ ਕਾਂਡ, ਉਹ ਵਪਾਰ ਕਰਨ ਵਾਸਤੇ ਅਸੀਂ ਨਹੀਂ ਨਿਕਲੇ। ਸੱਚ ਦਾ ਵਪਾਰ ਕਰਨ ਵਾਸਤੇ। ਨਾਨਕ, ਇੱਥੇ ਰੁਕਣਾ ਹੈ। ਗੁਰਮੁਖ ਉਤਰਸ ਪਾਰੇ। ਗੁਰਮੁਖ ਦੇ ਮਤਲਬ ਗੁਰੂ ਦੇ ਰਾਹੀਂ, ਕਿ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ। ਹੁਣ ਸਵਾਲ ਸੀ ਨਾ ਕਿ ਤੁਸੀਂ ਆਪਣੇ ਸਾਥ ਨੂੰ ਪਾਰ ਕਿਵੇਂ ਉਤਾਰੋਗੇ, ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੱਸੇ ਰਾਹਾਂ ਤੇ ਤੁਰਦਾ ਹੈ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਯਾਨੀ ਗੁਰੂ ਦੇ ਗਿਆਨ ਮੁਤਾਬਕ ਅਸੀਂ ਆਪਣੇ ਜਿਹੜਾ ਸਾਥ ਹੈ ਉਹਨੂੰ ਪਾਰ ਲੰਘਾਵਾਂਗੇ, ਗਿਆਨ ਦੇ ਚਾਨਣੇ ਰਾਹੀਂ। ਗੁਰੂ ਗਿਆਨ ਦੇ ਚਾਨਣੇ ਰਾਹੀਂ, ਗੁਰੂ ਦੀ ਮੱਤ ਰਾਹੀਂ, ਗੁਰੂ ਦੇ ਦਰਸਾਏ ਰਾਹਾਂ ਤੇ ਜੋ ਚੱਲੇਗਾ, ਉਹਦਾ ਪਾਰ ਉਤਾਰਾ ਹੋ ਜਾਏਗਾ। ਹੁਣ ਪਾਰ ਉਤਾਰੇ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਪਾਰ ਉਤਾਰਾ ਹੋਏਗਾ। ਅਸੀਂ ਇਸ ਜੀਵਨ ਦੇ ਵਿੱਚ ਹੀ ਗੋਤੇ ਖਾ ਰਹੇ ਹਾਂ ਨਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਕਿੰਨੇ ਸਾਰੇ ਵਿਕਾਰ ਨੇ। ਇਹਨਾਂ ਵਿਕਾਰਾਂ ਦੇ ਵਿੱਚ ਬੰਦਾ ਡੁੱਬ ਰਿਹਾ ਹੈ, ਬੰਦਾ ਗੋਤੇ ਖਾ ਰਿਹਾ ਹੈ। ਇਹਨਾਂ ਵਿਕਾਰਾਂ ਦੇ ਵਿੱਚ ਹੀ ਬੰਦਾ ਫਸਿਆ ਹੋਇਆ। ਬੰਦੇ ਦੀ ਸੁਰਤ, ਬੰਦੇ ਦੀ ਸੋਚ, ਤੇ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹ ਇਹਨਾਂ ਵਿਕਾਰਾਂ ਤੋਂ ਉਹਦੀ ਸੁਰਤ ਪਾਰ ਨਿਕਲ ਜਾਂਦੀ ਹੈ। ਉਹਦੀ ਸੋਚ ਇਹਨਾਂ ਵਿਕਾਰਾਂ ਵਿੱਚ ਨਹੀਂ ਡੁੱਬਦੀ। ਉਹ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਇਸੇ ਨੂੰ ਹੀ ਪਾਰ ਉਤਾਰਾ ਕਹਿੰਦੇ ਨੇ, ਇਸੇ ਨੂੰ ਹੀ ਮੁਕਤੀ ਕਹਿੰਦੇ ਨੇ। ਗੁਰੂ ਜੀ ਦਾ ਪਾਵਨ ਬਚਨ ਹੈ, ਉਸਤਤ ਨਿੰਦਿਆ ਨਾਹੀਂ ਜਿਹੇ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮੰਨਾ, ਮੁਕਤ ਤਾਹੇ ਤੈ ਜਾਨ। ਉਹ ਬੰਦਾ ਮੁਕਤ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਸਿੱਧਾਂ ਦੇ ਨਾਲ ਉੱਤਰ ਦੇ ਰਹੇ ਨੇ ਕਿ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਦਾ ਪਾਰ ਉਤਾਰਾ ਹੋ ਜਾਂਦਾ ਹੈ। ਤਾਂ ਦੇਖੋ ਕਿੰਨਾ ਸੌਖਾ ਕੰਮ ਹੈ। ਇੱਥੇ ਸਾਰੇ ਭੇਖਾਂ ਦਾ ਖੰਡਨ ਹੈ। ਇੱਥੇ ਕੋਈ ਸਮਾਧੀਆਂ ਲਾਉਣ ਦੀ ਲੋੜ ਨਹੀਂ, ਗੁਫਾਵਾਂ ਦੇ ਵਿੱਚ ਵੜਨ ਦੀ ਲੋੜ ਨਹੀਂ। ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ ਤੇ ਇਸ ਸੰਸਾਰ ਸਾਗਰ ਤੋਂ, ਵਿਕਾਰਾਂ ਤੋਂ ਪਾਰ ਉਤਰ ਜਾਣਾ ਹੈ। ਹੁਣ ਅਗਲਾ ਸਵਾਲ ਕਰ ਰਹੇ ਨੇ, ਕਿਤ ਬਿਧ ਪੁਰਖਾ ਜਨਮ ਵਟਾਇਆ। ਵਟਾਇਆ ਦਾ ਮਤਲਬ ਹੈ ਬਦਲਾ। ਇਹਨੂੰ ਪੁਰਖਾ ਨਹੀਂ ਬੋਲਣਾ, ਪੁਰਖਾ ਬੋਲਣਾ ਹੈ। ਜੇ ਪੁਰਖਾ ਬੋਲਾਂਗੇ ਨਾ ਬਿੰਦੀ ਲਗਾ ਕੇ, ਤਾਂ ਇਹ ਬਹੁਵਚਨ ਬਣ ਜਾਏਗਾ ਔਰ ਨਾਲ ਇਹਦਾ ਅਰਥ ਬਣ ਜਾਏਗਾ ਪੁਰਖਾਂ ਨੇ। ਪਰ ਇੱਥੇ ਪੁਰਖਾ ਸੰਬੋਧਨ ਵਾਚਕ ਹੈ। ਕਿਤ ਬਿਧ ਪੁਰਖਾ ਜਨਮ ਵਟਾਇਆ। ਵਟਾਇਆ ਦਾ ਮਤਲਬ ਬਦਲ ਦਿੱਤਾ, ਪਲਟ ਦਿੱਤਾ। ਕਿ ਇਹ ਪੁਰਖਾ,
ਕਿਸ ਤਰੀਕੇ ਦੇ ਨਾਲ ਤੂੰ ਆਪਣੇ ਜੀਵਨ ਨੂੰ ਪਲਟ ਦਿੱਤਾ ਹੈ, ਆਪਣੀ ਸੋਚ ਨੂੰ ਬਦਲ ਲਿਆ ਹੈ। ਜੇ ਅਸੀਂ ਸੰਸਾਰ ਦੀ ਸੋਚ ਵੱਲ ਇੱਕ ਝਾਤ ਮਾਰੀਏ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੇ ਅੰਦਰ ਤਾਂ ਕਿਵੇਂ ਰਾਜਨੀਤਿਕ, ਧਾਰਮਿਕ, ਆਰਥਿਕ ਔਰ ਸਮਾਜਿਕ ਤੌਰ ਤੇ ਉਥਲ-ਪੁਥਲ ਸੀ। ਰਾਜੇ ਪਾਪ ਕੁਮਾਰੇ ਨੇ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਗੁਰੂ ਜੀ ਨੇ ਆਪ ਬਚਨ ਕੀਤਾ ਹੈ। ਸਮਾਜਿਕ ਤੌਰ ਤੇ ਜਾਤੀਵਾਦ ਹੈ, ਬ੍ਰਾਹਮਣ, ਖਸ਼ਤਰੀ, ਸ਼ੂਦਰ, ਵੈਸ਼, ਚਾਰ ਵਰਨ, ਅੱਗੋਂ ਜਾਤਾਂ ਉਪਜਾਤਾਂ ਦੇ ਅੰਦਰ ਬੰਦਾ ਵੰਡਿਆ ਹੋਇਆ ਹੈ। ਸ਼ੂਦਰਾਂ ਦੇ ਨਾਲ ਕਿੰਨਾ ਘਿਨਾਉਣਾ ਵਰਤਾਵ ਕੀਤਾ ਜਾਂਦਾ ਹੈ, ਇਸਤਰੀ ਦੀ ਕਿੰਨੀ ਦੁਰਦਸ਼ਾ ਹੈ। ਧਾਰਮਿਕ ਤੌਰ ਤੇ ਕਿੰਨੇ ਅੰਧ ਵਿਸ਼ਵਾਸ ਨੇ ਤੇ ਧਾਰਮਿਕ ਲੋਕ ਆਪਸ ਦੇ ਅੰਦਰ ਕਿਵੇਂ ਲੜ ਔਰ ਝਗੜ ਰਹੇ ਨੇ, ਤੇ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਵੀ ਕਿਵੇਂ ਅਮੀਰੀ ਔਰ ਗਰੀਬੀ ਦੇ ਵਿਤਕਰੇ ਨੇ। ਇਹ ਸਾਰਾ ਸਿਸਟਮ ਕਿੰਨਾ ਵਿਗੜਿਆ ਹੋਇਆ ਹੈ। ਤੇ ਉਸ ਐਸੇ ਵਿਗੜੇ ਹੋਏ ਸਿਸਟਮ ਦੇ ਅੰਦਰ ਗੁਰੂ ਨਾਨਕ ਦੇਵ ਜੀ ਵਰਗੀ ਸੋਚ ਪੈਦਾ ਹੋਣੀ ਕਿੰਨੀ ਔਖੀ ਗੱਲ ਹੈ ਨਾ। ਤਾਂ ਗੁਰੂ ਜੀ ਤੋਂ ਪੁੱਛ ਰਹੇ ਨੇ, ਕਿਤਬਿਦ ਪੁਰਖਾ ਜਨਮ ਵਟਾਇਆ, ਕਿ ਇਹ ਪੁਰਖਾ ਤੂੰ ਆਪਣਾ ਜੀਵਨ ਕਿਵੇਂ ਬਦਲ ਲਿਆ, ਆਪਣੀ ਸੋਚ ਕਿਵੇਂ ਬਦਲ ਲਈ। ਐਨੀ ਮੈਲੀ ਸੋਚ ਜਿੱਥੇ ਚੁਫੇਰੇ ਹੋਵੇ ਤੇ ਤੂੰ ਇਹ ਸੋਚ ਨੂੰ ਕਿਵੇਂ ਬਦਲ ਲਿਆ। ਦੇਖੋ, ਇਹ ਸਵਾਲ ਸਾਡੇ ਵਾਸਤੇ ਬੜਾ ਕੀਮਤੀ ਹੈ। ਅੱਜ ਅਸੀਂ ਕਹਿੰਦੇ ਆ ਨਾ, ਚਾਰ ਚੁਫੇਰੇ ਵਿਕਾਰ ਨੇ, ਪਾਪ ਨੇ, ਕੋਈ ਕਿਸੇ ਦਾ ਨਹੀਂ। ਤਾਂ ਇਸ ਸੰਸਾਰ ਵਿੱਚ ਵੀ ਜੀਵਨ ਨੂੰ, ਸੋਚ ਨੂੰ ਬਦਲਿਆ ਜਾ ਸਕਦਾ ਹੈ। ਕਿਵੇਂ ਬਦਲਿਆ ਜਾ ਸਕਦਾ ਹੈ, ਇਹ ਸਵਾਲ ਸਾਡੇ ਤੇ ਵੀ ਲਾਗੂ ਹੁੰਦਾ ਹੈ, ਆਮ ਮਨੁੱਖਤਾ ਤੇ ਲਾਗੂ ਹੁੰਦਾ ਹੈ। ਕਿਤਬਿਦ ਪੁਰਖਾ ਜਨਮ ਵਟਾਇਆ, ਕਿ ਤੂੰ ਆਪਣੇ ਜੀਵਨ ਨੂੰ ਕਿਵੇਂ ਬਦਲ ਲਿਆ। ਕਾਹੇ ਕੋ ਤੁਝ ਇਹ ਮਨ ਲਾਇਆ। ਕਾਹੇ ਕੋ ਦਾ ਮਤਲਬ ਹੈ ਕਿਸ ਦੇ ਨਾਲ, ਤੂੰ ਆਪਣਾ ਮਨ ਕਿਸ ਵਿੱਚ ਜੋੜਿਆ ਹੋਇਆ ਹੈ। ਅਸੀਂ ਕਹਿੰਦੇ ਆ ਨਾ ਕਿ ਧਿਆਨ ਕਿੱਥੇ ਲਾਈਏ। ਆਮ ਸਵਾਲ ਹੁੰਦਾ ਹੈ ਨਾ ਕਿ ਧਿਆਨ ਕਿੱਥੇ ਲਾਈਏ, ਧਿਆਨ ਕਾਹਦਾ ਧਰੀਏ। ਮੈਡੀਟੇਸ਼ਨ ਲੋਕ ਕਰਦੇ ਨੇ ਤੇ ਬੰਦਾ ਪੁੱਛੇ ਵੀ ਧਿਆਨ ਲਾ ਕਿੱਥੇ ਰਹੇ ਹੋ। ਕਾਹੇ ਕੋ ਤੂੰ ਇਹ ਮਨ ਲਾਇਆ, ਇਹ ਮਨ ਤੂੰ ਕਿਸ ਚੀਜ਼ ਦੇ ਅੰਦਰ ਲਾਇਆ ਹੋਇਆ ਹੈ, ਕਿੱਥੇ ਜੋੜਿਆ ਹੋਇਆ ਹੈ, ਇਹ ਸਵਾਲ ਹੈ। ਕਿਤ ਬਿਧ ਆਸਾ ਮਨਸਾ ਖਾਈ। ਖਾਈ ਦਾ ਮਤਲਬ ਖਾ ਲਈ, ਮਨਸਾ ਦਾ ਮਤਲਬ ਫੁਰਨਾ, ਤੇ ਆਸਾ ਦਾ ਮਤਲਬ ਹੈ ਦੂਜਿਆਂ ਤੋਂ ਉਮੀਦਾਂ ਰੱਖਣੀਆਂ। ਮਨ ਦੀਆਂ ਆਸ਼ਾਵਾਂ ਔਰ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲੈ। ਤੈਨੂੰ ਕਿਸੇ ਤੇ ਆਸ ਹੀ ਨਹੀਂ ਹੈ। ਅਸੀਂ ਆਸ ਲਾਈ ਰੱਖਦੇ ਹਾਂ ਕਿ ਫਲਾਂ ਬੰਦਾ ਮੇਰਾ ਕੰਮ ਕਰ ਦੇਵੇਗਾ, ਫਲਾਂ ਬੰਦਾ ਕਰ ਦੇਗਾ। ਬੰਦਾ ਆਪਣਾ ਵਾਸਤੇ ਕਰਦਾ ਕੁਛ ਨਹੀਂ, ਆਸਾਵਾਂ ਲਾਈ ਰੱਖਦਾ ਹੈ ਔਰ ਇਹਦੇ ਅੰਦਰ ਕਈ ਸਾਰੇ ਫੁਰਨੇ ਫੁਰਦੇ ਰਹਿੰਦੇ ਨੇ। ਜਿਵੇਂ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ ਕਿ ਕਰੀਬ 60,000 ਵਿਚਾਰ ਜਿਹੜੇ ਨੇ ਉਹ ਸਾਡੇ ਮਨ ਦੇ ਅੰਦਰ ਆਉਂਦੇ ਰਹਿੰਦੇ ਨੇ 24 ਘੰਟਿਆਂ ਦੇ ਅੰਦਰ। ਤਾਂ ਇਹ ਫੁਰਨੇ ਕਿਵੇਂ ਖਤਮ ਹੋ ਜਾਣ ਜਿਹੜੇ ਨੈਗੇਟਿਵ ਨੇ। ਕਿਤਬਿਦ ਆਸਾ ਮਨਸਾ ਖਾਈ, ਕਿ ਤੂੰ ਕਿਸ ਤਰੀਕੇ ਦੇ ਨਾਲ ਆਸਾਵਾਂ ਔਰ ਫੁਰਨਿਆਂ ਨੂੰ ਖਤਮ ਕੀਤਾ ਹੈ। ਕਿਤਬਿਦ ਜੋਤ ਨਿਰੰਤਰ ਪਾਈ, ਜੋ ਰੱਬੀ ਜੋਤ ਹੈ ਉਹ ਤੈਨੂੰ ਕਿਵੇਂ ਮਿਲ ਪਈ ਹੈ। ਜੋ ਨਿਰੰਤਰ ਸੱਚ ਹੈ, ਕਿਵੇਂ ਤੇਰੇ ਅੰਦਰ ਨਿਰੰਤਰ ਸੱਚ ਪ੍ਰਗਟ ਹੋ ਗਿਆ ਹੈ, ਮਾਨਵਤਾ ਪ੍ਰਗਟ ਹੋ ਗਈ, ਰੱਬ ਪ੍ਰਗਟ ਹੋ ਗਿਆ। ਕੋਈ ਵੀ ਸ਼ਬਦ ਵਰਤ ਲਓ, ਜੋਤ, ਗਿਆਨ, ਸੱਚ ਕਿਵੇਂ ਤੇਰੇ ਅੰਦਰ ਪ੍ਰਗਟ ਹੋ ਗਿਆ। ਬਿਨ ਦੰਤਾਂ ਕਿਉਂ ਖਾਈਏ ਸਾਰ, ਇਹਨੂੰ ਦੰਤਾਂ ਬਿੰਦੀ ਲਗਾ ਕੇ ਪੜਨਾ ਹੈ, ਦੰਤਾ ਨਹੀਂ, ਦੰਤਾਂ। ਦੰਤਾਂ ਦਾ ਮਤਲਬ ਦੰਦਾਂ ਦੇ ਨਾਲ, ਬਿਨਾਂ ਦੰਦਾਂ ਤੋਂ। ਸਾਰ ਦਾ ਮਤਲਬ ਲੋਹਾ, ਬਿਨਾਂ ਦੰਦਾਂ ਤੋਂ ਲੋਹਾ ਕਿਵੇਂ ਚਬਾਈਏ। ਹੁਣ ਦੇਖੋ, ਲੋਹਾ ਤੇ ਦੰਦਾਂ ਨਾਲ ਵੀ ਨਹੀਂ ਚਬਾਇਆ ਜਾਂਦਾ, ਔਖਾ ਹੈ ਨਾ। ਦੰਦਾਂ ਦੇ ਨਾਲ ਵੀ ਨਹੀਂ ਚਬਾਇਆ ਜਾਂਦਾ। ਤਾਂ ਇੱਥੇ ਬਿਨ ਦੰਤਾਂ ਕਿਉਂ ਖਾਈਏ ਸਾਰ ਦਾ ਮਤਲਬ ਕਿ ਦੰਦਾਂ ਤੋਂ ਬਿਨਾਂ ਲੋਹਾ ਕਿਵੇਂ ਚੱਬਿਆ ਜਾਏ। ਇਹਦਾ ਮਤਲਬ ਹੈ ਕਿ ਜਿਹੜਾ ਮਾਇਆ ਦਾ ਪ੍ਰਭਾਵ ਹੈ ਨਾ, ਇਹਦੇ ਤੋਂ ਬਚਣਾ ਇੰਝ ਹੈ ਜਿਵੇਂ ਦੰਦਾਂ ਤੋਂ ਬਿਨਾਂ ਲੋਹਾ ਚੱਬਣਾ। ਮਾਇਆ ਦਾ ਪ੍ਰਭਾਵ, ਮਾਇਆ ਦਾ ਮਤਲਬ ਉਹ ਸੋਚ, ਜਿਹੜੀ ਸੋਚ ਸਾਨੂੰ ਰੱਬ ਨਾਲੋਂ ਤੋੜਦੀ ਹੈ, ਉਹ ਸੋਚ ਜੋ ਸਾਨੂੰ ਮੇਰ ਤੇਰ ਦੇ ਵਿਤਕਰੇ ਜੋ ਪੈਦਾ ਕਰਦੀ ਹੈ, ਉਹ ਸੋਚ ਜੋ ਸਾਨੂੰ ਸੈਲਫਿਸ਼ ਬਣਾਉਂਦੀ ਹੈ। ਇਸ ਸੋਚ ਤੋਂ ਬਚਣਾ ਇੰਝ ਹੈ ਜਿਵੇਂ ਦੰਦਾਂ ਤੋਂ ਬਿਨਾਂ ਲੋਹਾ ਚੱਬਣਾ। ਔਖਾ ਹੈ ਨਾ। ਤਾਂ ਇਸ ਸੋਚ ਤੋਂ ਕਿਵੇਂ ਬਚਿਆ ਜਾਏ। ਨਾਨਕ ਸਾਚਾ ਕਰੋ ਵਿਚਾਰ,
ਸਿੱਧ ਕਹਿੰਦੇ ਨੇ ਕਿ ਹੇ ਨਾਨਕ ਇਹ ਸੱਚੀ ਵਿਚਾਰ ਕਰ, ਸਾਨੂੰ ਇਹਦੇ ਬਾਰੇ ਅਸਲੀਅਤ ਦੱਸ, ਇਹ ਸਾਡੇ ਕੁਝ ਸਵਾਲ ਨੇ। ਤਾਂ ਗੁਰੂ ਜੀ ਇਸ ਦਾ ਉੱਤਰ ਦੇ ਰਹੇ ਨੇ, ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਹੁਣ ਪਹਿਲਾ ਸਵਾਲ ਸੀ ਨਾ, ਕਿ ਕਿਵੇਂ ਤੂੰ ਆਪਣੇ ਜੀਵਨ ਨੂੰ ਬਦਲ ਲਿਆ, ਕਿਵੇਂ ਤੂੰ ਆਪਣੇ ਜੀਵਨ ਨੂੰ ਬਦਲਿਆ ਹੈ। ਇਹ ਸਵਾਲ ਗੁਰਦੇਵ ਪਾਤਸ਼ਾਹ ਨੇ ਕੀਤਾ ਸੀ ਨਾ, ਕਿਤ ਬਿਦ ਪੁਰਖਾ ਜਨਮ ਵਟਾਇਆ, ਕਿ ਤੂੰ ਆਪਣੇ ਜੀਵਨ ਨੂੰ ਕਿਵੇਂ ਬਦਲ ਲਿਆ ਹੈ। ਤਾਂ ਇੱਥੇ ਕਹਿ ਰਹੇ ਨੇ ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਸਤਿਗੁਰ ਕੇ ਜਨਮੇ ਦਾ ਮਤਲਬ ਸਤਿਗੁਰ ਦੇ ਘਰ ਵਿੱਚ ਜਨਮ ਲਿਆ। ਸਤਿਗੁਰ ਦੇ ਘਰ ਵਿੱਚ ਜਨਮ ਲੈਣ ਦਾ ਮਤਲਬ ਕਿ ਜਿਸ ਦਿਨ ਤੋਂ ਮੈਂ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੋਇਆ। ਤੇ ਗਵਨ ਦਾ ਮਤਲਬ ਇੱਥੇ ਹੈ ਭਟਕਣਾ। ਆਵਾਗਮਨ ਦਾ ਆਪਾਂ ਲਿਖਿਆ ਸੀ ਨਾ, ਸਾਰੇ ਜਦੋਂ ਬੋਲ ਕੇ ਦੱਸੋਗੇ ਮੈਨੂੰ ਤੁਹਾਡੇ ਚਿਹਰੇ ਤੋਂ ਪਤਾ ਲੱਗ ਜਾਏਗਾ ਕਿ ਬੋਲ ਰਹੇ ਹੋ। ਆਵਾਗਮਨ ਦਾ ਭਾਵ ਭਟਕਣਾ, ਇੱਥੇ ਗਵਨ ਦਾ ਮਤਲਬ ਭਟਕਣਾ। ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਕਿ ਗੁਰੂ ਦੇ ਘਰ ਵਿੱਚ ਜਦੋਂ ਤੋਂ ਮੈਂ ਜਨਮ ਲਿਆ ਨਾ, ਜਿਵੇਂ ਜਿਵੇਂ ਮੈਂ ਗੁਰੂ ਦੀ ਸਿੱਖਿਆ ਤੇ ਤੁਰਿਆ, ਮੇਰੀ ਭਟਕਣਾ ਮੁੱਕ ਗਈ, ਵਿਕਾਰਾਂ ਵੱਲ ਮਨ ਦੌੜਨ ਤੋਂ ਰੁਕ ਗਿਆ, ਸੱਚ ਦੇ ਨਾਲ ਮੈਂ ਜੁੜ ਗਿਆ, ਮੈਂ ਸਚਿਆਰ ਹੋ ਗਿਆ। ਤਾਂ ਦੇਖੋ ਅੱਜ ਦੇ ਯੁੱਗ ਦੇ ਅੰਦਰ ਜੇ ਆਪਣੇ ਜੀਵਨ ਨੂੰ ਬਦਲਣਾ ਹੈ ਤਾਂ ਹਰ ਇਨਸਾਨ ਬਦਲ ਸਕਦਾ ਹੈ, ਪਲਟ ਸਕਦਾ ਹੈ। ਇਹ ਸੰਭਾਵਨਾ ਹੈ ਹਰ ਇੱਕ ਦੇ ਅੰਦਰ, ਮੇਰੇ ਵਿੱਚ ਵੀ ਔਰ ਤੁਹਾਡੇ ਵਿੱਚ ਵੀ, ਪੂਰੀ ਦੁਨੀਆ ਦੇ ਹਰ ਮਨੁੱਖ ਵਿੱਚ ਇਹ ਪੋਸੀਬਿਲਿਟੀ ਹੈ। ਉਹਦੇ ਵਾਸਤੇ ਇੱਕੋ ਹੀ ਚੀਜ਼ ਹੈ, ਸਤਿਗੁਰੂ ਕੇ ਜਨਮੇ ਗਵਨ ਮਿਟਾਇਆ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਹੈ, ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਜੀਵਨ ਬਦਲ ਜਾਏਗਾ, ਸੋਚ ਬਦਲ ਜਾਏਗੀ। ਲੇਕਿਨ ਅਸੀਂ ਜਿਹੜੀ ਸਾਡੀ ਪ੍ਰੋਬਲਮ ਹੈ ਨਾ ਆਮ ਬੰਦੇ ਦੀ, ਅਸੀਂ ਗੁਰੂ ਦੀ ਬਜਾਏ ਕਿਸੇ ਬੰਦੇ ਨੂੰ ਤਰਜੀਹ ਦਿੰਦੇ ਆ ਕਿ ਫਲਾਣੇ ਬਾਬਾ ਜੀ ਇੰਜ ਕਹਿੰਦੇ ਸੀ, ਫਲਾਂ ਪ੍ਰਚਾਰਕ ਇੰਜ ਕਹਿੰਦਾ ਸੀ, ਫਲਾਂ ਬਾਬਾ ਜੀ ਇੰਜ ਕਹਿੰਦੇ ਨੇ, ਫਲਾਂ ਕਿਤਾਬ ਵਿੱਚ ਇਹ ਲਿਖਿਆ ਹੈ। ਬਸ ਇਹ ਪ੍ਰੋਬਲਮ ਹੈ। ਅਸੀਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਆਪਣੀ ਸੋਚ ਨੂੰ ਢਾਲਣਾ ਹੈ। ਜਿਸ ਦਿਨ ਗੁਰੂ ਦੀ ਪਾਵਨ ਬਾਣੀ ਮੁਤਾਬਕ ਸੋਚ ਨੂੰ ਜੋ ਵੀ ਢਾਲ ਲਵੇਗਾ, ਉਹਦਾ ਜੀਵਨ ਬਦਲ ਜਾਏਗਾ। ਜਿਵੇਂ ਆਪਾਂ 6 ਗੱਲਾਂ ਸਾਂਝੀਆਂ ਕੀਤੀਆਂ ਨਾ, ਉਹ 6 ਗੱਲਾਂ ਦੇ ਧਾਰਨੀ ਹੋ ਜਾਓ, ਜ਼ਿੰਦਗੀ ਬਦਲ ਜਾਏਗੀ, ਸੋਚ ਬਦਲ ਜਾਏਗੀ। ਤਾਂ ਤੂੰ ਆਪਣਾ ਜੀਵਨ ਕਿਵੇਂ ਬਦਲਿਆ ਕਿ ਇਸ ਭਿਆਨਕ ਸੰਸਾਰ ਦੇ ਅੰਦਰ ਜਿੱਥੇ ਪਾਪ, ਵਿਕਾਰ, ਅਪਰਾਧ ਨੇ, ਉੱਥੇ ਤੇਰੀ ਐਸੀ ਚੰਗੀ ਜ਼ਿੰਦਗੀ ਕਿਵੇਂ ਬਣ ਗਈ ਔਰ ਕਿਵੇਂ ਬਣ ਸਕਦੀ ਹੈ। ਤਾਂ ਉਹਦਾ ਇੱਕੋ ਹੀ ਉੱਤਰ ਹੈ, ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਗੁਰੂ ਦੇ ਦੱਸੇ ਰਾਹਾਂ ਤੇ ਜਦੋਂ ਮੈਂ ਤੁਰਨਾ ਸ਼ੁਰੂ ਕੀਤਾ ਤਾਂ ਮੇਰਾ ਜੀਵਨ, ਮੇਰੀ ਸੋਚ ਬਦਲ ਗਈ। ਅਨਹਤ ਰਾਤੇ ਇਹ ਮਨ ਲਾਇਆ। ਅਨਹਤ ਦਾ ਮਤਲਬ ਇੱਕ ਰਸ ਪ੍ਰਭੂ ਵਿੱਚ, ਇੱਕ ਰਾਤੇ ਦਾ ਮਤਲਬ ਮਸਤ, ਲਾਇਆ ਦਾ ਮਤਲਬ ਪਰਚਾ ਲਿਆ। ਮੈਂ ਇੱਕ ਰਸ ਵਿਆਪਕ ਪ੍ਰਭੂ ਦੇ ਅੰਦਰ ਆਪਣੇ ਮਨ ਨੂੰ ਲਾਇਆ ਹੋਇਆ ਹੈ। ਅਨਹਤ ਰਾਤੇ ਇਹ ਮਨ ਲਾਇਆ। ਜਿਹੜਾ ਅਨਹਤ ਦਾ ਮਤਲਬ ਜੋ ਲਗਾਤਾਰ ਹੈ, ਕੰਟੀਨਿਊ, ਉਹਦੇ ਅੰਦਰ ਮੈਂ ਆਪਣੇ ਮਨ ਨੂੰ ਲਾਇਆ ਹੋਇਆ ਹੈ, ਰੱਬੀ ਗੁਣਾਂ ਦੇ ਅੰਦਰ, ਸੱਚ ਦੇ ਅੰਦਰ। ਹੁਣ ਧਿਆਨ ਕਿੱਥੇ ਜੋੜਨਾ ਹੈ? ਸੱਚ ਵਿੱਚ, ਗੁਣਾਂ ਦੇ ਅੰਦਰ। ਆਪਣਾ ਧਿਆਨ ਗੁਣਾਂ ਵਿੱਚ ਰੱਖਣਾ ਹੈ ਕਿ ਮੈਂ ਸੱਚ ਬੋਲਣਾ ਹੈ, ਦਇਆ ਕਮਾਣੀ ਹੈ, ਨਿਰਭੈਤਾ, ਨਿਰਵੈਰਤਾ, ਗੁਰੂ ਦਾ ਜੋ ਸਿਧਾਂਤ ਹੈ ਉਹਨੂੰ ਆਪਣੇ ਧਿਆਨ ਵਿੱਚ ਰੱਖਣਾ, ਉਹ ਸਾਡਾ ਗੋਲ ਹੈ। ਹੋਰ ਧਿਆਨ ਜੋੜਨ ਦੀ ਕੋਈ ਵੱਖਰੀ ਜ਼ਰੂਰਤ ਨਹੀਂ ਕਿ ਵੱਖਰਾ ਮਤਲਬ ਸਮਾਧੀਆਂ ਲਾਣੀਆਂ। ਜਿਉਂਦੇ, ਜਾਗਦੇ, ਤੁਰਦੇ, ਫਿਰਦੇ, ਹੱਸਦੇ, ਖੇਲਦੇ, ਗ੍ਰਸਤ ਦੇ ਅੰਦਰ ਜ਼ਿੰਦਗੀ ਜੀਂਦੇ ਆ, ਆਪਣੇ ਫਰਜ਼ਾਂ ਨੂੰ ਪੂਰਿਆਂ ਕਰਦੇ ਆ, ਸੱਚ ਨੂੰ ਬੇਸ ਬਣਾਇਆ ਜੋ ਲਗਾਤਾਰ ਵਿਆਪਕ ਹੈ। ਰੱਬੀ ਹੁਕਮ ਹੈ, ਹੁਕਮ ਦੇ ਅੰਦਰ ਰਹਿਣਾ, ਰੱਬੀ ਗੁਣਾਂ ਦੇ ਨਾਲ ਧਿਆਨ ਨੂੰ ਜੋੜਨਾ, ਜੋ ਲਗਾਤਾਰ ਹੈ ਉਹਦੇ ਵਿੱਚ ਮੈਂ ਆਪਣੇ ਮਨ ਨੂੰ ਜੋੜਿਆ ਹੋਇਆ ਹੈ। ਆਸਾ ਮਨਸਾ ਸ਼ਬਦ ਜਲਾਈ, ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ, ਸ਼ਬਦ ਦੇ ਰਾਹੀਂ, ਗੁਰੂ ਦੇ ਸ਼ਬਦ ਦੇ ਰਾਹੀਂ ਮੈਂ ਮਨ ਦੇ ਫੁਰਨੇ ਔਰ ਦੁਨੀਆ ਵਾਲੀਆਂ ਆਸਾਵਾਂ ਸਾੜ ਦਿੱਤੀਆਂ ਨੇ। ਹੁਣ ਦੇਖੋ ਮਨ ਦੇ ਅੰਦਰ ਫੁਰਨੇ ਫੁਰਦੇ ਨੇ ਨਾ, ਨੈਗੇਟਿਵਿਟੀ ਆਉਂਦੀ ਹੈ। ਤੇ ਜੇ ਬੰਦਾ ਆਪਣੇ ਮਨ ਨੂੰ ਗੁਰੂ ਸ਼ਬਦ ਦੇ ਨਾਲ ਲਾ ਲਵੇ ਕਿ ਗੁਰੂ ਜੀ ਦਾ ਪਾਵਨ ਬਚਨ ਨਾ, ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ, ਜਾਂ ਗੁਣ ਕਹਿ ਗੁਣੀ ਸਮਾਵਣਿਆ, ਜਾਂ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ, ਗੁਣਾ ਕਹੂਏ ਵਾਸੁਲਾ ਕਡ ਵਾਸ ਲਈਜੈ, ਜਾਂ ਸਾਂਝ ਕਰੀਜੈ ਗੁਣ ਕੀਰੀ
ਛੋੜ ਅਵਗੁਣ ਚੱਲੀਏ ਗੁਣਾਂ ਦੇ ਨਾਲ। ਤੇ ਜੇ ਗੁਣਾਂ ਦੇ ਨਾਲ ਸਾਡੀ ਸੁਰਤ ਜੁੜ ਜਾਏ ਤਾਂ ਅੰਦਰਲੇ ਵਿਕਾਰਾਂ ਦੇ ਫੁਰਨੇ ਫੁਰਨਗੇ ਹੀ ਨਹੀਂ, ਔਰ ਜਿਹੜੀਆਂ ਆਸਾਵਾਂ ਨੇ ਉਹ ਰਹਿਣਗੇ ਹੀ ਨਹੀਂ। ਬੰਦਾ ਆਪਣੇ ਕਾਰਜ ਆਪ ਕਰੇਗਾ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਪਾਂ ਪਿੱਛੇ ਵਿਚਾਰ ਕਰ ਚੁੱਕੇ ਹਾਂ, ਆਸਾ ਇੱਕ ਵੱਖਰੀ ਚੀਜ਼ ਹੈ ਔਰ ਸਹਿਯੋਗ ਇੱਕ ਵੱਖਰੀ ਚੀਜ਼ ਹੈ। ਕਈ ਵਾਰੀ ਅਸੀਂ ਸਹਿਯੋਗ ਨੂੰ ਆਸਾ ਸਮਝ ਲੈਂਦੇ ਹਾਂ। ਦੇਖੋ, ਮੈਨੂੰ ਕੋਈ ਕੰਮ ਹੈ, ਮੰਨ ਲਓ ਮੈਂ ਜੌਬ ਲੱਭਣੀ, ਤਾਂ ਮੈਂ ਤੁਹਾਡਾ ਸਹਿਯੋਗ ਲੈ ਸਕਣਾ ਵੀ ਜੇ ਕਿਤੇ ਕੰਮ ਹੈ ਤੇ ਭੈਣ ਜਾਂ ਵੀਰ ਮੈਨੂੰ ਤੁਸੀਂ ਥੋੜਾ ਹੈਲਪ ਕਰ ਦਿਓ ਮੇਰੀ, ਜਾਂ ਮੈਨੂੰ ਫਾਈਨੈਂਸ਼ਲੀ ਕੋਈ ਪ੍ਰੋਬਲਮ ਹੈ ਤਾਂ ਮੈਂ ਤੁਹਾਡੇ ਤੋਂ ਸਹਿਯੋਗ ਲੈ ਸਕਦਾ, ਜਾਂ ਮੈਨੂੰ ਕੋਈ ਕਾਰ ਮੋਟਰਸਾਈਕਲ ਸਾਈਕਲ ਚਾਹੀਦਾ ਤਾਂ ਮੈਂ ਸਹਿਯੋਗ ਲੈ ਸਕਦਾ। ਇਹ ਸਹਿਯੋਗ ਇੱਕ ਵੱਖਰੀ ਚੀਜ਼ ਹੈ, ਸਾਨੂੰ ਲੈਣਾ ਔਰ ਦੇਣਾ ਚਾਹੀਦਾ ਹੈ, ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਅਸੀਂ ਇੱਕ ਦੂਜੇ ਦਾ ਸਹਿਯੋਗ ਨਹੀਂ ਕਰਾਂਗੇ ਤਾਂ ਫਿਰ ਜੀਵਨ ਦੂਬਰ ਹੋ ਜਾਏਗਾ। ਸਹਿਯੋਗ ਵੱਖਰੀ ਚੀਜ਼ ਹੈ, ਆਸਾ ਇੱਕ ਵੱਖਰੀ ਚੀਜ਼ ਹੈ। ਕਿ ਆਸ ਲਾਈ ਰੱਖਣੀ ਕਿ ਮੇਰਾ ਕੰਮ ਉਹ ਕਰ ਦੇਵੇਗਾ, ਇਹ ਕੰਮ ਉਹ ਕਰ ਦੇਗਾ, ਆਪ ਕੁਛ ਕਰੇ ਹੀ ਨਾ ਬੰਦਾ, ਦੂਜੇ ਉੱਤੇ ਹੀ ਸੁੱਟ ਦੇਣਾ, ਇਹ ਆਸਾਵਾਂ ਨੇ। ਆਸਾਵਾਂ ਤੋਂ ਬਚਣਾ, ਸਹਿਯੋਗ ਲੈਣਾ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਵਸਾ ਕੇ ਮੈਂ ਆਸਾਵਾਂ ਔਰ ਮਨਸਾਂ ਨੂੰ ਸਾੜ ਦਿੱਤਾ ਹੈ। ਮੇਰੇ ਅੰਦਰ ਕੋਈ ਵਿਕਾਰਾਂ ਦਾ ਫੁਰਨਾ ਨਹੀਂ ਫੁਰਦਾ। ਜਿਵੇਂ 6 ਗੱਲਾਂ ਆਪਾਂ ਸਾਂਝੀਆਂ ਕੀਤੀਆਂ ਨੇ, ਜੇ ਉਹਨਾਂ ਦੇ ਨਾਲ ਮਨ ਲੱਗ ਜਾਏ ਤੇ ਅੰਦਰ ਵਿਕਾਰਾਂ ਦਾ ਫੁਰਨਾ ਫੁਰੇਗਾ ਹੀ ਨਹੀਂ। ਔਰ ਜੇ ਪ੍ਰਭੂ ਰੱਬੀ ਰਜਾ ਨੂੰ ਬੰਦਾ ਸਮਝ ਲਵੇ ਕਿ ਰਜਾ ਤੋਂ ਬਾਹਰ ਕੁਝ ਹੋਣਾ ਹੀ ਨਹੀਂ, ਤੇ ਰਜਾ ਤੋਂ ਬਾਹਰ ਕੋਈ ਆਸ ਲਾਏਗਾ ਹੀ ਨਹੀਂ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਬੰਦਾ ਆਪ ਉਦਮੀ ਬਣੇਗਾ। ਗੁਰਮੁਖ ਜੋਤ ਨਿਰੰਤਰ ਪਾਈ, ਤੇ ਪੁੱਛਿਆ ਸੀ ਨਾ ਵੀ ਕਿਵੇਂ ਤੇਰੇ ਅੰਦਰ ਲਗਾਤਾਰ ਜੋਤ ਕਿਵੇਂ ਜਗ ਗਈ, ਜਾਂ ਲਗਾਤਾਰ ਤੇਰੇ ਅੰਦਰ ਗੁਣਾਂ ਦਾ ਪ੍ਰਕਾਸ਼ ਕਿਵੇਂ ਹੋ ਗਿਆ, ਹਰ ਇੱਕ ਦੇ ਅੰਦਰ ਤੂੰ ਰੱਬ ਨੂੰ ਕਿਵੇਂ ਵੇਖ ਲੈਣਾ। ਤਾਂ ਗੁਰੂ ਜੀ ਕਹਿੰਦੇ ਨੇ, ਗੁਰਮੁਖ, ਇੱਥੇ ਵਿਸ਼ਰਾਮ ਲਗਾਣਾ ਹੈ, ਗੁਰਮੁਖ ਜੋਤ ਨਿਰੰਤਰ ਪਾਈ, ਗੁਰੂ ਦੇ ਸਨਮੁਖ ਹੋਇਆ ਜਿਹੜੀ ਨਿਰੰਤਰ ਜੋਤ ਹੈ, ਜੋ ਨਿਰੰਤਰ ਸੱਚ ਹੈ, ਉਹ ਮੈਨੂੰ ਮਿਲ ਗਿਆ। ਲਗਾਤਾਰ ਸੱਚ ਹੈ ਨਾ ਇਸ ਦੁਨੀਆ ਵਿੱਚ, ਇੱਕ ਲਗਾਤਾਰ ਸਿਸਟਮ ਚੱਲ ਰਿਹਾ ਹੈ ਨਾ, ਹੁਕਮ ਹੈ ਨਾ ਲਗਾਤਾਰ, ਜਿਸ ਹੁਕਮ ਦੇ ਅੰਦਰ ਕਦੇ ਬਦਲਾਵ ਨਹੀਂ ਹੋਣਾ। ਲਗਾਤਾਰ ਮੇਰੇ ਅੰਦਰ ਸੱਚ ਵਰਤ ਰਿਹਾ ਹੈ, ਮਨ ਵਚਨ ਕਰਮ ਕਰਕੇ ਲਗਾਤਾਰ ਮੇਰੇ ਅੰਦਰ ਉਹ ਸੱਚ ਵਰਤ ਰਿਹਾ ਹੈ। ਕਿਵੇਂ? ਗੁਰਮੁਖ, ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਗੁਰੂ ਦਰਸਾਏ ਮਾਰਗ ਨੂੰ ਅਪਣਾ ਕੇ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਮੈਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਿਹਾ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀ ਰਿਹਾ। ਲਗਾਤਾਰ ਮੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੈ। ਦੇਖੋ ਕਿੰਨਾ ਸੌਖਾ ਕੰਮ ਹੈ ਨਾ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਅਨੁਸਾਰ ਜੀਣਾ ਹੀ ਪ੍ਰਭੂ ਦੀ ਪ੍ਰਾਪਤੀ ਹੈ। ਇਹ ਹੀ ਹੈ ਰੱਬ ਦੀ ਪ੍ਰਾਪਤੀ, ਕਿ ਹਰ ਵਕਤ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣਾ। ਤ੍ਰੈ ਗੁਣ ਮੇਟੇ ਖਾਈਏ ਸਾਰ, ਸਵਾਲ ਸੀ ਨਾ, ਬਿਨ ਦੰਤਾਂ ਕਿਉਂ ਖਾਈਏ ਸਾਰ, ਕਿ ਜਿਹੜੀ ਮਾਇਆ ਹੈ, ਮਾਇਆ ਵਾਲੀ ਸੋਚ ਹੈ, ਉਹਨੂੰ ਖਤਮ ਕਰਨਾ ਇੰਝ ਜਿਵੇਂ ਦੰਦਾਂ ਤੋਂ ਬਿਨਾਂ ਲੋਹਾ ਚਬਾਣਾ। ਤੇ ਹੁਣ ਇਸ ਸੋਚ ਨੂੰ ਕਿਵੇਂ ਖਤਮ ਕੀਤਾ ਜਾਏ? ਗੁਰੂ ਜੀ ਕਹਿੰਦੇ ਨੇ, ਰਜਗੁਣ, ਤਮਗੁਣ, ਸਤਗੁਣ ਜਿਹੜੇ ਨੇ, ਇਹਨਾਂ ਨੂੰ ਮੈਂ ਆਪਣੀ ਜ਼ਿੰਦਗੀ ਚੋਂ ਮਿਟਾ ਲਿਆ ਹੈ। 3 ਗੁਣ ਜਿਹੜੇ ਨੇ, ਇਹਨਾਂ ਨੂੰ ਮਿਟਾ ਦਿੱਤਾ ਹੈ, ਔਰ ਇਹ ਜਿਹੜਾ ਲੋਹਾ ਹੈ ਉਹ ਚੱਬਿਆ ਗਿਆ ਹੈ। ਹੁਣ 3 ਗੁਣ ਕਿਹੜੇ ਨੇ? ਰਜੋ, ਤਮੋ ਔਰ ਸਤੋ। ਇਹ ਉਲਾਰੂ ਜ਼ਿੰਦਗੀ ਹੈ, ਇਹਦੇ ਬਾਰੇ ਆਪਾਂ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਵੈਸੇ ਰਜਗੁਣ, ਤਮਗੁਣ, ਸਤਗੁਣ ਦੀ ਵਿਆਖਿਆ ਅਨੇਕਾਂ ਢੰਗਾਂ ਦੇ ਨਾਲ ਵਿਦਵਾਨ ਪੁਰਸ਼ਾਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਕੀਤੀ ਹੈ। ਇੱਥੇ ਵੀ ਲਿਖਿਆ ਜਾ ਰਿਹਾ ਹੈ, ਭਾਈ ਸਾਹਿਬ ਸਿੰਘ ਜੀ ਲਿਖ ਰਹੇ ਨੇ ਕਿ ਸਾਡੇ ਮਨ ਤੇ ਜੋ ਪ੍ਰਭਾਵ ਪਾਉਂਦੀਆਂ ਨੇ ਨਾ, ਪ੍ਰਕਿਰਤੀ ਵਿੱਚੋਂ ਉੱਠੀਆਂ ਲਹਿਰਾਂ, ਜੋ 3 ਕਿਸਮ ਦਾ ਅਸਰ ਸਾਡੇ ਤੇ ਪਾਉਂਦੀਆਂ ਨੇ, ਇਹ 3 ਗੁਣ ਮਾਇਆ ਦੇ ਨੇ, ਸੁਸਤੀ, ਚੁਸਤੀ ਔਰ ਸ਼ਾਂਤੀ, ਇੱਥੇ ਲਿਖ ਰਹੇ ਨੇ। ਔਰ ਇਹਦਾ ਜਿਹੜਾ ਵਿਸਥਾਰ ਹੈ ਉਹ ਹੋਰ ਢੰਗਾਂ ਦੇ ਨਾਲ ਵੀ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਕੀਤਾ। ਪਰ ਡਾਕਟਰ ਤਾਰਨ ਸਿੰਘ ਜੀ ਨੇ ਜੋ ਇਹਦੀ ਵਿਚਾਰ ਦਿੱਤੀ ਹੈ ਉਹ ਬਹੁਤ ਖੂਬਸੂਰਤ ਹੈ, ਉਹਦੇ ਨਾਲ ਹੀ ਸਾਡੀ ਵੀ ਸਹਿਮਤੀ ਹੈ। ਇਹ ਉਲਾਰੂ ਜ਼ਿੰਦਗੀ ਦਾ ਜਿਹੜਾ ਹੈ ਪ੍ਰਗਟਾਵਾ ਹੈ। ਰਜਗੁਣ ਦਾ ਮਤਲਬ ਲੋਭ ਲਾਲਚ ਵਾਲੇ ਕਰਮ ਕਰਨੇ, ਲੇਕਿਨ ਉਹਦਾ ਬੇਸ ਜਿਹੜਾ ਹੈ ਲਾਲਚ ਹੈ, ਲਾਲਚ ਨੂੰ ਬੇਸ ਬਣਾ ਕੇ ਕਰਮ ਕਰਨੇ, ਇਹ ਰਜਗੁਣ ਹੈ।
ਤਮ ਗੁਣ ਦਾ ਮਤਲਬ ਹੁੰਦਾ ਹੈ ਹਨੇਰਾ, ਅਗਿਆਨਤਾ। ਅਗਿਆਨਤਾ ਭਰੇ ਕਰਮ ਕਰਨੇ, ਜਿਵੇਂ ਆ ਧਾਰਮਿਕ ਲੋਕ ਕਰਮ ਕਰੀ ਜਾਂਦੇ ਨੇ, ਵਰਤ ਨਰਾਤੇ ਸਰਾਧ ਵਗੈਰਾ, ਜਾਂ ਅਗਿਆਨਤਾ ਵਸ ਸ਼ਰਾਬਾਂ ਪੀਵੀ ਜਾਣੀਆਂ ਔਰ ਇਹੋ ਜਿਹੇ ਕਰਮ ਕਰਨੇ। ਤੀਜਾ ਹੈ ਸਤਗੁਣ। ਸਤਗੁਣ ਦਾ ਮਤਲਬ ਹੈ ਤਿਆਗ, ਕਿ ਸੰਸਾਰ ਨੂੰ ਛੱਡ ਹੀ ਜਾਣਾ, ਜਿਵੇਂ ਜੋਗੀ ਛੱਡ ਗਏ, ਜਿਵੇਂ ਬਾਬੇ ਛੱਡ ਗਏ। ਇਹ ਤਿੰਨੇ ਹੀ ਉਲਾਰੂ ਚੀਜ਼ਾਂ ਨੇ। ਲੱਭ ਲੋਭ ਲਾਲਚ ਵਾਲੇ ਜੇ ਕਰਮ ਕਰਾਂਗੇ, ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਰਵੇਗੀ। ਜੇ ਅਗਿਆਨਤਾ ਭਰੇ ਕਰਮ ਕਰਾਂਗੇ ਤਾਂ ਜੀਵਨ ਵਿੱਚ ਸ਼ਾਂਤੀ ਨਹੀਂ ਰਹਿਣੀ, ਸੁੱਖ ਨਹੀਂ ਰਹਿਣਾ। ਤੇ ਜੇ ਇਸ ਸੰਸਾਰ ਨੂੰ ਤਿਆਗ ਜਾਵਾਂਗੇ ਤਾਂ ਵੀ ਜੀਵਨ ਵਿੱਚ ਸ਼ਾਂਤੀ ਨਹੀਂ ਰਹਿਣੀ। ਤਿੰਨੇ ਹੀ ਉਲਾਰੂ ਨੇ। ਚੌਥਾ ਪਦ, ਚੌਥੀ ਪਦਵੀ, ਜਿਹਨੂੰ ਗੁਰਬਾਣੀ ਵਿੱਚ ਚੌਥਾ ਪਦ ਜਾਂ ਸਹਿਜ ਪਦ ਕਿਹਾ ਹੈ, ਉਹ ਇੱਕ ਅਲੱਗ ਚੀਜ਼ ਹੈ ਕਿ ਸੱਚ ਨੂੰ ਆਧਾਰ ਬਣਾ ਕੇ ਜੀਵਨ ਨੂੰ ਜੀਣਾ। ਰਹਿਣਾ ਸੰਸਾਰ ਵਿੱਚ ਹੈ, ਲੱਭ ਲੋਭ ਵਾਲੇ ਕਰਮ ਨਹੀਂ ਕਰਨੇ, ਅਗਿਆਨਤਾ ਵਾਲੇ ਕਰਮ ਵੀ ਨਹੀਂ ਕਰਨੇ, ਸੰਸਾਰ ਨੂੰ ਤਿਆਗਣਾ ਵੀ ਨਹੀਂ। ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵਿਕਾਰਾਂ ਤੋਂ ਨਿਰਲੇਪ ਹੋ ਕੇ ਜ਼ਿੰਦਗੀ ਜੀਣੀ, ਇਹ ਹੈ ਤਿੰਨਾਂ ਗੁਣਾਂ ਤੋਂ ਉੱਤੇ ਉੱਠਣਾ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜੋ ਤਿੰਨੇ ਗੁਣ ਨੇ, ਇਹਨਾਂ ਨੂੰ ਮਿਟਾ ਦਿੱਤਾ ਹੈ, ਮੈਂ ਇਹਨਾਂ ਦਾ ਤਿਆਗ ਹੀ ਕਰ ਦਿੱਤਾ ਹੈ, ਮੈਂ ਸੱਚ ਦੇ ਨਾਲ ਜੁੜ ਗਿਆ। ਤਾਂ ਇਸ ਤਰ੍ਹਾਂ ਜੋ ਲੋਹਾ ਚੱਬਣ ਦੇ ਬਰਾਬਰ ਸੀ ਨਾ ਮਾਇਆ ਵਾਲੀ ਸੋਚ, ਉਹਨੂੰ ਮੈਂ ਆਪਣੇ ਕੰਟਰੋਲ ਵਿੱਚ ਕਰ ਲਿਆ, ਉਹਦੇ ਤੋਂ ਮੇਰਾ ਪਾਰ ਉਤਾਰਾ ਹੋ ਗਿਆ ਹੈ। ਨਾਨਕ ਤਾਰੇ ਤਾਰਨਹਾਰ, ਇੱਥੇ ਨਾਨਕ ਤੇ ਰੁਕ ਜਾਣਾ ਹੈ। ਨਾਨਕ ਤਾਰੇ ਤਾਰਨਹਾਰ। ਤੇ ਜਿਵੇਂ ਉਹਨਾਂ ਸਵਾਲ ਕੀਤਾ ਸੀ ਨਾ, ਕਿਉਂ ਕਰ ਸਾਥ ਲੰਘਾਵੋ ਪਾਰੇ, ਤਾਂ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਤਾਰਨ ਦੇ ਸਮਰੱਥ ਜਿਹੜਾ ਰੱਬ ਹੈ, ਉਹ ਆਪ ਹੀ ਤਾਰ ਦਿੰਦਾ ਹੈ। ਜਦੋਂ ਤੁਸੀਂ ਇਹਨਾਂ ਗੁਣਾਂ ਨੂੰ ਅਪਣਾ ਲਓਗੇ ਤਾਂ ਤਾਰਨਹਾਰ ਤਾਰ ਦੇਵੇਗਾ, ਭਾਵ ਤੁਹਾਡਾ ਪਾਰ ਉਤਾਰਾ ਹੋ ਜਾਏਗਾ, ਵਿਕਾਰਾਂ ਤੋਂ ਤੁਸੀਂ ਬਚ ਜਾਓਗੇ। ਇਸੇ ਸੰਸਾਰ ਦੇ ਅੰਦਰ ਰਹਿੰਦਿਆਂ ਹੀ ਤੁਸੀਂ ਪ੍ਰਭੂ ਦੇ ਅੰਦਰ ਲੀਨ ਹੋ ਜਾਓਗੇ, ਸੱਚ ਦੇ ਅੰਦਰ ਲੀਨ ਹੋ ਜਾਓਗੇ। ਤਾਂ ਇਹ ਕਿੰਨੇ ਕੀਮਤੀ ਸਵਾਲ ਔਰ ਉਹਨਾਂ ਦੇ ਕਿੰਨੇ ਸੌਖਾ ਤਰੀਕਾ ਜ਼ਿੰਦਗੀ ਜੀਣ ਦਾ ਗੁਰਦੇਵ ਪਾਤਸ਼ਾਹ ਜੀ ਨੇ ਜੋਗੀਆਂ ਨੂੰ ਸਮਝਾਇਆ। ਔਰ ਉਹ ਇਕੱਲੇ ਜੋਗੀਆਂ ਵਾਸਤੇ ਨਹੀਂ, ਉਹ ਪੂਰੀ ਮਨੁੱਖਤਾ ਵਾਸਤੇ ਹੈ, ਸਾਡੇ ਵਾਸਤੇ ਵੀ ਹੈ, ਹੋਰ ਪੂਰੀ ਦੁਨੀਆ ਵਾਸਤੇ ਵੀ ਹੈ। ਬੜੇ ਸੁਖੈਨ ਢੰਗ ਦੇ ਨਾਲ ਇਸ ਸੰਸਾਰ ਅੰਦਰ ਰਹਿੰਦਿਆਂ, ਆਪਣੇ ਮਤ ਦੀ ਗੁਰਮਤ ਅਨੁਸਾਰ ਆਪਣੇ ਮਤ ਨੂੰ ਚਲਾਉਂਦਿਆਂ, ਗੁਰੂ ਗਿਆਨ ਅਨੁਸਾਰ ਜ਼ਿੰਦਗੀ ਜੀਂਦਿਆਂ, ਸੱਚ ਦੇ ਧਾਰਨੀ ਹੋ ਕੇ ਤੇ ਇਸ ਜੀਵਨ ਵਿੱਚ ਨਿਰਲੇਪ ਹੋਇਆ ਜਾ ਸਕਦਾ ਹੈ, ਆਪਣੇ ਜੀਵਨ ਨੂੰ ਸਵਰਗ ਬਣਾਇਆ ਜਾ ਸਕਦਾ ਹੈ। ਇਹਨਾਂ ਆਸਾਨ ਮਾਰਗ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਦਰਸਾਇਆ ਹੈ। ਇੱਥੇ ਅੱਜ ਦੀ ਸਮਾਪਤੀ ਕਰਦੇ ਹਾਂ। ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਅੱਜ ਦੀ ਵਿਚਾਰ ਵਾਸਤੇ ਹੋਵੇ, ਜੋ ਅੱਜ ਅਸੀਂ ਵਿਚਾਰ ਕੀਤੀ ਹੈ, ਇਹਦੇ ਸੰਦਰਭ ਵਿੱਚ ਜੇ ਕੋਈ ਵਿਚਾਰ ਹੈ ਤਾਂ ਆਪ ਉਹ ਵਿਚਾਰ ਕਰ ਸਕਦੇ ਹੋ। ਔਰ ਜੇ ਕਿਸੇ ਦਾ ਕੋਈ ਸਵਾਲ ਹੈ, ਉਹ ਸਵਾਲ ਪੁੱਛ ਸਕਦੇ ਹੋ, ਜਾਂ ਕਿਸੇ ਨੇ ਕੋਈ ਆਪਣਾ ਕਮੈਂਟ ਕਰਨਾ ਹੈ ਤਾਂ ਉਹ ਕਰ ਸਕਦੇ ਹੋ। ਅਗਲੀ ਹੁਣ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰਨਗੇ, ਅਨਮਿਊਟ ਹੋ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਆਪ ਜੀ ਦਾ। ਤੇ ਸਾਰਿਆਂ ਨੇ ਸੁਣ ਹੀ ਲਿਆ ਜੀ, ਅੱਜ ਦੀ ਕਥਾ ਜਿੱਦਾਂ ਸੁਣ ਲਈ ਆ ਸਾਰੀ, ਤੇ ਤੁਸੀਂ ਉਹਦੇ ਬਾਰੇ ਕੋਈ ਕਮੈਂਟ ਦੇਣਾ ਹੋਵੇ, ਆਪਣਾ ਕੋਈ ਸਵਾਲ ਪੁੱਛਣਾ ਹੋਵੇ, ਤੇ ਜਿੱਦਾਂ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਤੁਸੀਂ ਅਨਮਿਊਟ ਹੋ ਜਾਓ ਤੇ ਆਪਣਾ ਸਵਾਲ ਤੁਸੀਂ ਕਰੋ। ਤੇ ਸਾਡੇ ਨਾਲ ਸੁਰਿੰਦਰ ਕੌਰ ਜੀ, ਸੁਰਿੰਦਰ ਕੌਰ 2 ਅਨਮਿਊਟ ਹੋਏ ਆ ਜੀ ਪਹਿਲਾਂ, ਤੇ ਉਹਦੇ ਬਾਅਦ 'ਚ ਮੈਂ ਸਤਵੰਤ ਕੌਰ ਦੇ ਕੋਲ ਆਊਂਗਾ ਜੀ। ਤੇ ਪਹਿਲਾਂ ਤੁਸੀਂ ਸੁਰਿੰਦਰ ਕੌਰ ਜੀ, ਤੁਸੀਂ ਕਰੋ ਆਪਣਾ ਸਵਾਲ। ਹਾਂਜੀ ਗਿਆਨੀ ਜੀ, ਮਾਇਆ ਬਾਰੇ ਆਪਾਂ ਕਈ ਵਾਰੀ ਵਿਚਾਰ ਕਰ ਚੁੱਕੇ ਹਾਂ ਕਿ ਮਾਇਆ ਸਾਡੀ ਸੋਚ ਹੀ ਹੈ ਜੋ ਸਾਨੂੰ ਵਿਕਾਰਾਂ ਵੱਲ ਜਾਂਦੀ ਹੈ, ਤੇਰ ਮੇਰ ਦੀ ਵਿਤਕਰੇ ਪੈਦਾ ਕਰਦੀ ਹੈ। ਪਰ ਇੱਕ ਪੰਕਤੀ ਆਨੰਦ ਸਾਹਿਬ ਦੇ ਵਿੱਚ ਆਈ ਸੀ ਜਿਹਦੇ ਵਿੱਚ ਮਾਇਆ ਅੱਛੀ ਸੋਚ ਬਾਰੇ ਸੀ, ਕਿ ਅੱਛੀ ਸੋਚ ਨੂੰ ਅਸੀਂ ਮਾਇਆ ਨਾਲ ਰਿਲੇਟ ਨਹੀਂ ਕਰ ਸਕਦੇ? ਕਿਵੇਂ ਭੈਣ? ਮਾਇਆ ਦਾ ਆਪਾਂ ਵਿਚਾਰ ਕਈ ਵਾਰ ਕੀਤਾ, ਇਹ ਅਸੀਂ ਉਹ ਸੋਚ ਕਹਿੰਦੇ ਆ, ਮਤਲਬ ਮਾੜੀ ਸੋਚ ਨਾਲ ਜ਼ਿਆਦਾ ਰਿਲੇਟ ਹੁੰਦੀ ਆ। ਪਰ ਇੱਕ ਪੰਕਤੀ ਅਨੰਦ ਸਾਹਿਬ ਦੇ ਪਾਠ ਵਿੱਚ ਆਈ ਸੀ ਜਿਹਦੇ ਵਿੱਚ ਮਾਇਆ ਅੱਛੀ ਸੋਚ ਨਾਲ ਰਿਲੇਟ ਕੀਤਾ ਸੀ ਆਪਾਂ। ਕਿਹੜੀ ਪੰਕਤੀ? ਉਹ ਮੈਨੂੰ ਯਾਦ ਨਹੀਂ ਹੁਣ ਪੰਕਤੀ ਕਿਹੜੀ ਸੀ। ਉੱਥੇ ਜਿਹੜੀ ਮਾਇਆ ਹੋਏਗੀ ਨਾ, ਕਿਉਂਕਿ ਮਾਇਆ ਦਾ ਕਈ ਸਾਰੇ ਅਰਥ ਨੇ ਨਾ, ਹੋਰ ਅਰਥਾਂ ਵਿੱਚ ਵੀ ਮਾਇਆ ਪੈਸੇ ਵਾਸਤੇ ਵਰਤੀ ਕਈ ਥਾਵਾਂ ਤੇ। ਹਾਂਜੀ, ਮਾਇਆ ਕਾਰਨ ਧਾਵ ਹੀ ਮੂਰਖ ਲੋਕ ਜਾਣ, ਉੱਥੇ ਉਹ ਮਾਇਆ ਪ੍ਰੋਪਰਟੀ ਵਗੈਰਾ ਵਾਸਤੇ ਇਸ ਤਰ੍ਹਾਂ। ਤਾਂ ਉਹ ਪੰਕਤੀ ਤੁਸੀਂ ਜਦੋਂ ਦੱਸੋਗੇ ਫਿਰ ਉਹਦੇ ਬਾਰੇ ਪਤਾ ਲੱਗ ਜਾਏਗਾ, ਜਾਂ ਤੁਸੀਂ ਉਹਦਾ ਅਰਥ ਭਾਈ ਸਾਹਿਬ ਸਿੰਘ ਵਾਲੇ ਟੀਕੇ ਚੋਂ ਦੇਖ ਲਓ।
ਅਸੀਂ ਜਿਹੜੀ ਮਾਇਆ ਬਾਰੇ ਗੱਲ ਕਰਦੇ ਨਾ, ਉਸ ਮਾਇਆ ਦੀ ਗੱਲ ਕਰ ਰਹੇ ਹਾਂ ਜਿਹਨੂੰ ਆਮ ਧਰਮਾਂ ਦੇ ਵਿੱਚ ਕਿਹਾ ਜਾਇਆ ਗਿਆ ਨਾ ਕਿ ਪ੍ਰਭੂ ਦੇ ਪੈਰਲਲ ਇੱਕ ਮਾਇਆ ਹੈਗੀ ਏ ਤੇ ਉਹ ਮਨੁੱਖ ਦੇ ਮਨ ਨੂੰ ਭਰਮਾ ਦਿੰਦੀ ਏ। ਤਾਂ ਬੰਦਾ ਆਪਣੇ ਤੇ ਜ਼ਿੰਮੇਵਾਰੀ ਨਹੀਂ ਲੈਂਦਾ। ਜਿਵੇਂ ਅਸੀਂ ਕਹਿ ਦਿੰਦੇ ਆ ਵੀ ਕਲਯੁਗ ਨਹੀਂ ਸਾਨੂੰ ਗੁਰਦੁਆਰੇ ਆਉਣ ਦਿੰਦਾ, ਕਲਯੁਗ ਦਾ ਪ੍ਰਭਾਵ ਹੈ। ਤੇ ਐਵੇਂ ਉਹ ਮਾਇਆ ਦਾ ਪ੍ਰਭਾਵ ਜਿਹੜਾ ਨਾ, ਉਹ ਮਾਇਆ ਉਹਦੇ ਵਾਸਤੇ ਅਸੀਂ ਸੋਚ ਨੂੰ ਵਰਤ ਰਹੇ ਹਾਂ। ਠੀਕ ਹੈ ਨਾ। ਮਾਇਆ ਪੈਸੇ ਵਾਸਤੇ ਵੀ ਗੁਰਬਾਣੀ ਵਿੱਚ ਕਈ ਥਾਵਾਂ ਤੇ ਆਈ ਹੈ ਤੇ ਉਹਦਾ ਫਿਰ ਪ੍ਰਕਰਨ ਮੁਤਾਬਕ ਅਰਥ ਹੋ ਜਾਏਗਾ। ਤੁਸੀਂ ਉਹ ਪੰਕਤੀ ਦੇਖਿਓ ਕਿਹੜੀ ਹੈ, ਨੋਟ ਕਰ ਲਾਂਗੇ ਨੈਕਸਟ ਟਾਈਮ। ਜ਼ਰੂਰ। ਥੈਂਕ ਯੂ ਜੀ। ਥੈਂਕ ਯੂ ਜੀ। ਕੱਲ ਨੂੰ ਜੇ ਤੁਹਾਡੇ ਕੋਲ ਹੋਈ ਤਾਂ ਕੱਲ ਨੂੰ ਪੰਕਤੀ ਲੈ ਆਓ ਤਾਂ ਕਿ ਉਹ ਕਲੀਅਰ ਕਰ ਦਿਓ ਜੀ। ਸਾਰਿਆਂ ਲਈ ਇਹ ਬਹੁਤ ਲਾਭਦਾਇਕ ਹੋਣੀ ਹੈ ਗੱਲ। ਥੈਂਕ ਯੂ ਤੁਹਾਡਾ। ਤੇ ਸਤਵੰਤ ਕੌਰ ਜੀ, ਤੇ ਤੁਸੀਂ ਵੀ ਆਪਣੀ ਗੱਲ ਕਰੋ ਤੇ ਹੋਰਾਂ ਨਾਲ ਵੀ ਬੇਨਤੀ ਹੈ ਜੇ ਕਿਸੇ ਨੇ ਅਨਮਿਊਟ ਹੋਣਾ ਹੋ ਜਾਏ ਤਾਂ ਕਿ ਅਸੀਂ ਤੁਹਾਡੇ ਨਾਲ ਵੀ ਗੱਲ ਕਰਵਾ ਸਕੀਏ। ਹਾਂਜੀ। ਆ ਜਿਹੜੇ 3 ਗੁਣ ਨੇ ਨਾ, ਰੱਜੋ ਤਮੋ ਤੇ ਸਤੋ, ਇਹਨਾਂ ਦੀ ਮੈਂ ਕਿੰਨੀ ਦਫਾ ਕਥਾ ਸੁਣੀ ਹੈ, ਪਰ ਮੈਂ ਭਾਈ ਸਾਹਿਬ ਅੱਗੇ ਬੇਨਤੀ ਕਰਨੀ ਹੈ ਕਿ ਇੱਕ ਐਗਜ਼ਾਮਪਲ ਦੇਣ ਰੀਅਲ ਲਾਈਫ ਦੀ, ਰੱਜੋ ਗੁਣ, ਤਮੋ ਗੁਣ ਤੇ ਸਤੋ ਗੁਣ ਦੀ। ਸਤੋ ਗੁਣ ਤਾਂ ਮੈਨੂੰ ਸਮਝ ਆ ਗਈ ਤੇ ਆ ਗਿਆ, ਪਰ ਰੱਜੋ ਗੁਣ ਉਹ ਕਹਿੰਦੇ ਲਾਲਚ ਹੈ, ਤੇ ਇੱਕ ਐਗਜ਼ਾਮਪਲ ਦੇ ਦੇਣ ਰੱਜੋ ਗੁਣ ਤੇ ਤਮੋ ਗੁਣ ਦੀ। ਰੱਜੋ ਗੁਣ ਦੀ ਪਹਿਲਾ ਐਗਜ਼ਾਮਪਲ ਇਹ ਹੈ ਕਿ ਲਾਲਚ ਨੂੰ ਬੇਸ ਬਣਾ ਕੇ ਜਿਵੇਂ ਕੋਈ ਬੰਦਾ ਰਿਸ਼ਵਤ ਲੈ ਰਿਹਾ ਹੈ। ਅੱਛਾ। ਇੱਕ 80,000 ਰੁਪਏ ਦੀ ਤਨਖਾਹ ਲੈਣ ਵਾਲਾ ਬੰਦਾ 300-400 ਰੁਪਏ ਦਿਹਾੜੀ ਵਾਲੇ ਬੰਦੇ ਤੋਂ ਰਿਸ਼ਵਤ ਲੈ ਰਿਹਾ, ਤਾਂ ਉਹਨੂੰ ਅਸੀਂ ਰਜੋ ਗੁਣ ਕਵਾਂਗੇ। ਕੰਮ ਤੇ ਕਰ ਰਿਹਾ ਲੇਕਿਨ ਲਾਲਚ ਦੇ ਅਧੀਨ ਕਰ ਰਿਹਾ। ਓ ਮਾਈ ਗੁੱਡਨੈਸ। ਹਾਂਜੀ। ਤੇ ਦੂਜਾ ਹੈਗਾ ਤਮੋ ਗੁਣ ਵਾਲੇ ਜਿਹੜੇ ਨੇ, ਅਗਿਆਨਤਾ ਭਰੇ ਕਰਮ ਨੇ, ਜਿਵੇਂ ਆ ਧਾਰਮਿਕ ਲੋਕ ਕਰੀ ਜਾਂਦੇ ਨੇ। ਤੁਸੀਂ ਨਾ ਇੱਕ ਉਹ YouTube ਦੇ ਉੱਤੇ ਪਾਇਓ ਜੇ, ਅਘੋਰੀਜ਼ ਈਟਿੰਗ ਹਿਊਮਨ ਬੋਡੀ। ਹਾਂਜੀ। ਕੀ? ਅਘੋਰੀਜ਼ ਈਟਿੰਗ ਹਿਊਮਨ ਬੋਡੀ। ਉੱਥੇ ਤੁਹਾਨੂੰ ਨਾ ਅਘੋਰੀ ਸਾਧੂ ਮਿਲਣਗੇ। ਇੱਥੇ ਹਰਿਦੁਆਰ ਤੋਂ ਬਹੁਤ ਸਾਰੇ ਹਿੰਦੂ ਵੀਰ ਜਿਹੜੇ ਨੇ, ਉਹ ਆਪਣੇ ਜਿਹੜਾ ਪ੍ਰਾਣੀ ਗੁਜ਼ਰ ਜਾਂਦਾ ਹੈ ਉਹਦੀ ਲਾਸ਼ ਨੂੰ ਗੰਗਾ ਦੇ ਵਿੱਚ ਬਹਾ ਦਿੰਦੇ ਨੇ ਤੇ ਉਹ ਸਮਝਦੇ ਨੇ ਕਿ ਇਹਦਾ ਮੁਕਤੀ ਹੋਏਗੀ, ਕਿਉਂਕਿ ਆਪਣੇ ਆਪਣੇ ਵਿਸ਼ਵਾਸ ਨੇ। ਥੋੜਾ ਜਿਹਾ ਦਾਗ ਦਿੱਤਾ ਤੇ ਉਹਨੂੰ ਗੰਗਾ ਦੇ ਪਾਣੀ ਵਿੱਚ ਪ੍ਰਵਾਹ ਕਰ ਦਿੱਤਾ। ਉਹ ਲਾਸ਼ ਪਾਣੀ ਵਿੱਚ ਰੁੜੀ ਜਾਂਦੀ ਹੈ ਤੇ ਅੱਗੇ ਜਾ ਕੇ ਬਾਹਰ ਦੂਰ ਜਾ ਕੇ ਨਾ ਅਘੋਰੀ ਸਾਧੂ ਬੈਠੇ ਨੇ। ਉਹ ਉਸ ਲਾਸ਼ ਨੂੰ ਉਸ ਨਦੀ ਚੋਂ ਕੱਢਦੇ ਨੇ ਤੇ ਆਪਣੀ ਇੱਕ ਝੌਂਪੜੀ ਦੇ ਵਿੱਚ ਲੈ ਜਾਂਦੇ ਨੇ। ਤੁਸੀਂ ਉਹ ਵੀਡੀਓ ਦੇ ਵਿੱਚ ਦੇਖੋਗੇ। ਤੇ ਉਹ ਫਿਰ ਇੱਕ ਸਾਧੂ ਜਿਹੜਾ ਉਹ ਬੈਠ ਕੇ ਉਹਦੇ ਉੱਤੇ ਤੇ ਕੁਛ ਮੰਤਰ ਜੰਤਰ ਜੇ ਪੜ੍ਹਦਾ ਹੈ, ਫਿਰ ਇੱਕ ਗੰਡਾਸਾ ਲੈ ਕੇ ਉਹਦੀ ਬਾਹ ਵੱਢਦਾ ਲਾਸ਼ ਦੀ ਤੇ ਉਸ ਬਾਹ ਨੂੰ ਕੱਚੀ ਹੀ ਖਾ ਰਿਹਾ। ਹਾਂਜੀ। ਤੇ ਇੱਕ ਅਨਾਣਾ ਆਉਂਦਾ ਰੁੜਿਆ ਜਿਹਾ, ਉਹ ਗਲਿਆ ਅਨਾਣਾ, ਤੇ ਉਹਨੂੰ ਵਿੱਚ ਨਦੀ ਦੀ ਖਾਈ ਜਾ ਰਿਹਾ। ਤੇ ਉਹ ਜਿਹੜੇ ਅਘੋਰੀ ਨੇ ਉਹ ਬੰਦੇ ਦੀ ਖੋਪਰੀ ਦੀ ਪੂਜਾ ਕਰਦੇ ਨੇ, ਬੰਦੇ ਦੀ ਖੋਪਰੀ ਵਿੱਚ ਹੀ ਸ਼ਰਾਬ ਪੀਂਦੇ ਨੇ, ਬੰਦੇ ਦੀ ਖੋਪਰੀ ਵਿੱਚ ਹੀ ਮੀਟ ਖਾਂਦੇ ਨੇ। ਤਾਂ ਇਹ ਅਗਿਆਨਤਾ ਭਰੇ ਕਰਮ ਹੀ ਨੇ, ਇਹਨਾਂ ਦਾ ਕੋਈ ਲਾਭ ਨਹੀਂ ਹੈ। ਅੱਛਾ। ਠੀਕ ਹੈ ਨਾ। ਇਹ ਤਮੋ ਗੁਣ ਨੇ। ਇਹ ਹਾਂਜੀ ਤਮੋ ਗੁਣ, ਮਤਲਬ ਹਨੇਰੇ ਵਿੱਚ ਕਰਮ ਕਰਨੇ ਜਿਨ੍ਹਾਂ ਦਾ ਕੋਈ ਲਾਭ ਹੀ ਨਹੀਂ ਹੈ। ਅੱਛਾ। ਜਿਵੇਂ ਵਰਤ ਵਗੈਰਾ ਅਸੀਂ ਰੱਖ ਰਹੇ ਹਾਂ, ਜਿਹੜਾ ਅਗਿਆਨਤਾ ਵਾਲਾ ਕੰਮ ਹੀ, ਜਿਵੇਂ ਆਪਣਾ ਕਰਵਾ ਚੌਥ ਦਾ ਵਰਤ, ਜਿਹੜਾ ਕਰਵਾ ਚੌਥ ਵਗੈਰਾ ਜਾਂ ਹੋਰ ਕੁਛ ਨੇ, ਇਹਨਾਂ ਨਾਲ ਵੱਧਦੀਆਂ ਤੇ ਹੈ ਨਹੀਂ ਉਮਰਾਂ। ਸਰਾਧ ਨੇ ਤਾਂ ਇਹ ਤਮੋ ਗੁਣੀ ਅਗਿਆਨਤਾ ਵਿੱਚ ਹੀ ਕਰ ਰਹੇ ਹਾਂ ਕਰਮ ਅਸੀਂ। ਹਾਂਜੀ। ਤੇ ਸਤੋ ਗੁਣ ਨੂੰ ਪਿਆ ਹੈਗਾ ਤਿਆਗ, ਕਿ ਸੰਸਾਰ ਨੂੰ ਛੱਡ ਹੀ ਦੇਣਾ, ਕੰਮ ਹੀ ਕੋਈ ਨਾ ਕਰਨਾ। ਤੇ ਇਹ ਤਿੰਨੇ ਹੀ ਉਲਾਰੂ ਜੀਵਨ ਨੇ। ਦੇਖੋ, ਲਾਲਚ ਦੇ ਵਿੱਚ ਬਿਗਾਨੇ ਹੱਕ ਖਾਈ ਜਾਣੇ ਉਲਾਰੂ ਜੀਵਨ ਹੈ। ਅਗਿਆਨਤਾ ਭਰੇ ਕਰਮ ਕਰਨਾ ਵੀ ਉਲਾਰੂ ਜੀਵਨ ਹੀ ਹੈ। ਛੱਡ ਜਾਣਾ ਇਹ ਵੀ ਉਲਾਰੂ ਜੀਵਨ ਹੈ। ਪਰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਣਾ, ਇਹ ਜਿਹੜਾ ਹੈ ਇਹਨੂੰ ਚੌਥਾ ਪਦ ਕਹਿ ਦਿੰਦੇ ਨੇ, ਗਾਇ ਨੂੰ ਤੁਰਿਆ ਅਵਸਥਾ ਕਹਿ ਦਿੰਦੇ ਨੇ। ਗੁਰਬਾਣੀ ਦੇ ਵਿੱਚ ਇਹ ਚੀਜ਼ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਅਸੀਂ ਇਹਨਾਂ ਨੂੰ ਐਵੇਂ ਰਿਲੇਟ ਕਰ ਸਕਦੇ ਹਾਂ। ਸ਼ਾਇਦ ਮੈਂ ਆਪਣੇ ਤੁਹਾਡੇ ਸਵਾਲ ਦਾ ਉੱਤਰ ਦੇ ਸਕਿਆ ਹਾਂ। ਹਾਂਜੀ, ਦੇ ਦਿੱਤਾ। ਧੰਨਵਾਦ ਜੀ, ਧੰਨਵਾਦ। ਬਹੁਤ ਜਗ੍ਹਾ ਤੇ ਮੈਂ ਇਹ 3 ਗੁਣ ਸੁਣ ਲੈਂਦੀ ਹਾਂ। ਸਾਡੇ ਕਈਆਂ ਨੂੰ ਤਾਂ 3 ਗੁਣਾਂ ਦਾ ਵੀ ਨਹੀਂ ਪਤਾ ਤੇ ਅਰਥਾਂ ਦੇ ਵਿੱਚ ਫਰਕ ਹੋ ਜਾਂਦਾ। ਪਰ ਅੱਜ ਜਿੱਦਾਂ ਤੁਸੀਂ ਅਰਥ ਕੀਤੇ ਨਾ, ਅਗਿਆਨਤਾ ਕਿਹਾ ਨਾ, ਤੇ ਮੈਂ ਕਿਹਾ ਮੇਰੇ ਹਿਸਾਬ ਸਿਰ ਤੇ ਜਿਹੜੇ ਕਰਮ ਕਾਂਡ ਇਹ ਹੀ ਨੇ, ਪਰ ਆਈ ਵਾਂਟਡ ਟੂ ਮੇਕ ਸ਼ੋਰ, ਤਾਂ ਮੈਂ ਕਿਹਾ ਚਲੋ ਮੈਂ ਦੁਬਾਰਾ ਪੁੱਛ ਲੈਂਦੀ। ਧੰਨਵਾਦ। ਠੀਕ ਹੈ ਜੀ, ਧੰਨਵਾਦ ਜੀ ਸਤਵੰਤ ਕੌਰ ਜੀ ਤੇ ਗਿਆਨੀ ਜੀ ਵੀ ਬਹੁਤ। ਹਾਂ, ਸਵਿੰਦਰ ਕੌਰ ਜੀ ਤੁਸੀਂ ਅਨਮਿਊਟ ਹੋਏ ਆ। ਹਾਂਜੀ ਗਿਆਨੀ ਜੀ। ਹਾਂ ਭੈਣ।
ਅਗੋਰਿਸ ਕੀ ਕਿਹਾ ਸੀ ਜੀ ਤੁਸੀਂ? ਅਗੋਰਿਸ ਅਘੋਰੀਜ਼ ਈਟਿੰਗ ਹਿਊਮਨ ਬੋਡੀ, AGHORI, ਅਘੋਰੀ, HORI, ਹਾਂਜੀ AGH, ORI, ਹਾਂਜੀ ਅਘੋਰੀ, ਹਾਂਜੀ ES, ਅਘੋਰੀਜ਼ ਈਟਿੰਗ ਹਾਂਜੀ। ਹਿਊਮਨ ਬੋਡੀ। ਉਹ ਤੁਸੀਂ ਜਦੋਂ ਇਹ ਲਿਖੋਗੇ ਤਾਂ ਉੱਥੇ ਬਹੁਤ ਸਾਰੀਆਂ ਵੀਡੀਓਜ਼ ਕਲਿੱਪ ਆ ਜਾਣਗੀਆਂ। ਕੁਝ ਕਿਤੇ ਸ਼ਰਾਬ ਪੀ ਰਹੇ ਨੇ, ਕਿਤੇ ਕੁਛ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੇ ਇੰਟਰਵਿਊ ਵੀ ਲੈ ਨੇ। ਅੱਛਾ ਜੀ, ਹਾਂਜੀ ਬਸ ਜੀ, ਠੀਕ ਹੈ ਜੀ। ਠੀਕ ਹੈ ਜੀ, ਧੰਨਵਾਦ। ਅੱਗੇ ਵੀ ਇੱਕ ਵਾਰੀ ਇਹ ਗੱਲ ਹੋਈ ਸੀਗੀ ਜੀ ਆਪਣੀ ਕਲਾਸ ਦੇ ਵਿੱਚ, ਤੇ ਉਹਦੇ ਵਿੱਚ ਵੀ ਗਿਆਨੀ ਜੀ ਨੇ ਇਹ ਉਦਾਹਰਣ ਦਿੱਤੀ ਸੀਗੀ, ਤੇ ਉਹਦੇ ਨਾਲ ਹੋਰ ਵੀ ਰਿਲੇਟਡ ਵੀਡੀਓਜ਼ ਉਹਦੇ ਵਿੱਚ ਨਿਕਲਦੀਆਂ। ਮੈਂ ਵੀ ਇੱਕ ਪ੍ਰੋਗਰਾਮ ਦੇਖਿਆ ਸੀਗਾ, ਉਹ ਤਕਰੀਬਨ 2 ਐਪੀਸੋਡ ਸੀਗੇ ਉਹਦੇ, ਤੇ ਉਹ ਵੀ ਕਾਫੀ ਲੰਬਾ ਪ੍ਰੋਗਰਾਮ ਸੀਗਾ। ਉਹਦੇ ਵਿੱਚ ਅਘੋਰੀ ਦੀ ਮਤਲਬ ਆਪਣੇ ਨੋਰਮਲ ਟੱਬਰਾਂ ਦੇ ਵਿੱਚੋਂ ਜਿੱਥੇ ਉਹਨੂੰ ਅਘੋਰੀ ਬਣਨ ਦਾ ਚਾਅ ਹੋਊਗਾ, ਉਹ ਵੀ ਆਪਣਾ ਗੁਰੂ ਧਾਰਦਾ ਤਾਂ ਗੁਰੂ ਉਹਨੂੰ ਦੱਸਦਾ ਵੀ ਖੱਪਰ ਲੈ ਕੇ ਆ, ਫਿਰ ਉਹ ਬੋਡੀ ਦਾ ਖੱਪਰ ਲੈ ਕੇ ਆਉਂਦਾ, ਫਿਰ ਉਹਨੂੰ ਧੋ ਧਾ ਕੇ ਫਿਰ ਉਹਨੂੰ ਦੱਸਦੇ ਜਿੱਦਾਂ ਵੀ ਕਰਨੀ ਹੈ। ਤਾਂ ਉਹ ਜਦੋਂ ਉਹ ਅਚੀਵ ਕਰਦਾ ਆਪਣੀ ਜਿੱਦਾਂ ਸਿਖਰ ਦੀ ਅਵਸਥਾ, ਤੇ ਉਹਦਾ ਫਿਰ ਗੁਰੂ ਆਉਂਦਾ ਉਹਦੇ ਕੋਲ ਤੇ ਉਹਨੂੰ ਆਸ਼ੀਰਵਾਦ ਦਿੰਦਾ। ਤੇ ਉਹਦੇ ਵਿੱਚ ਹਾਈ ਕਰਮਕਾਂਡ ਚੱਲਦਾ ਜੀ, ਜਿਹੜੀਆਂ ਬੋਡੀਆਂ ਜਾਲਦੇ ਆ ਤੇ ਉਹ ਅੱਧੀਆਂ ਜੜੀਆਂ ਛੱਡ ਕੇ ਚਲੇ ਜਾਂਦੇ, ਤਾਂ ਉਹ ਫਿਰ ਟੇਕ ਓਵਰ ਕਰ ਲੈਂਦੇ ਜਿਹੜੇ ਗੋਰੀ ਬਾਬੇ ਆ, ਫਿਰ ਉਹਨਾਂ ਦਾ ਮਾਸ ਖਾਂਦੇ ਆ, ਵਿੱਚੇ ਸ਼ਰਾਬ, ਵਿੱਚੇ ਸਾਰਾ ਬਹੁਤ ਕੁਛ ਇੱਦਾਂ ਦਾ ਹੈਗਾ। ਬਾਕੀ ਹੈਗੇ ਇਹ ਕਰਮਕਾਂਡ ਹੀ ਆ ਜੀ, ਜਿੱਦਾਂ ਗਿਆਨੀ ਜੀ ਨੇ ਕਿਹਾ, ਸਾਨੂੰ ਮਤਲਬ ਅਵੇਅਰ ਹੋਣ ਦੀ ਲੋੜ ਬਹੁਤ ਹੈਗੀ ਆ। ਪਰ ਆਲਾ ਦੁਆਲਾ ਦੇਖ ਕੇ ਤੁਹਾਨੂੰ ਇਹ ਸਪਸ਼ਟ ਹੋ ਜਾਂਦਾ ਵੀ ਜਿਹੜਾ ਰਾਹ ਸਾਨੂੰ ਦੱਸਿਆ ਗਿਆ ਉਹ ਕਿੰਨਾ ਕਲੀਅਰ ਆ, ਤੇ ਆਪਾਂ ਫੋਲੋ ਕਰੀਏ ਉਹਨੂੰ। ਤੇ ਠੀਕ ਹੈ ਜੀ, ਹੋਰ ਤਾਂ ਸਾਡੇ ਨਾਲ ਕੋਈ ਵੀ ਹਾਂ ਠੀਕ ਹੈ ਰਾਜ, ਹਾਂਜੀ ਹਾਂ ਠੀਕ ਹੈ ਠੀਕ ਹੈ। ਇੰਨਾ ਲੇਟ ਨਾ ਆਇਆ ਕਰੋ, ਬਾਕੀਆਂ ਨੂੰ ਤਾਂ ਅਸੀਂ ਕਹਿ ਹੀ ਜਾਂਦੇ, ਤੁਸੀਂ ਘਰੋਂ ਹੀ ਨਹੀਂ ਲੇਟ ਹੋ ਜਾਂਦੇ ਆ। ਕਿਉਂਕਿ ਤੁਹਾਡਾ ਚੱਲ ਰਿਹਾ ਸੀ ਨਾ, ਚਲੋ ਕੋਈ ਨਹੀਂ, ਕਰੋ ਡਿਸਟਰਬ ਨਹੀਂ ਕਰਨਾ ਚਾਹੁੰਦੀ। ਓਕੇ, ਮੈਂ ਤਾਂ ਇਹੀ ਕਹਿਣਾ ਸੀ ਕਿ ਜਿਹੜੇ ਸਾਡੇ ਕਰਮਕਾਂਡ ਆ ਗਿਆਨੀ ਜੀ, ਉਹ ਫਿਰ ਕਿਹਨਾਂ ਵਿੱਚ, ਕਿਸ ਚੀਜ਼ ਦੇ ਵਿੱਚ ਆਉਂਦੇ ਆ ਜੀ? ਅਗਿਆਨਤਾ ਵਿੱਚ ਹੀ ਆਉਣਗੇ ਜੀ। ਹਾਂਜੀ, ਅਸੀਂ ਜਿਹੜੇ ਕਰਮਕਾਂਡ ਕਰਦੇ ਆ ਹੁਣ, ਜਿੱਦਾਂ ਤਮ ਗੁਣ ਅਗਿਆਨਤਾ। ਹਾਂਜੀ, ਨੇ ਅਘੋਰੀਆਂ ਦਾ ਤਾਂ ਹੋ ਗਿਆ ਨਾ ਕਿ ਉਹ ਮਾਸ ਖਾਂਦੇ ਆ, ਤੇ ਹੁਣ ਆਪਾਂ ਵੀ ਤਾਂ ਕੋਈ ਨਾ ਕੋਈ ਇਦਾਂ ਦੇ ਕਰਮਕਾਂਡ ਕਰ, ਚਲੋ ਮਾਸ ਤਾਂ ਅਸੀਂ ਮਤਲਬ ਮੁਰਦਿਆਂ ਦਾ ਨਹੀਂ ਖਾਂਦੇ, ਪਰ ਅਸੀਂ ਉਹਦਾ ਹੋਰ ਤਾਂ ਆਪਾਂ ਕਈ ਜਿੱਦਾਂ ਹੁਣ ਤੁਸੀਂ ਰੱਖ ਲਓ, ਫਿਰ ਜਿਹੜਾ ਸਾਡੇ ਅਖੰਡ ਪਾਠ ਰੱਖਣੇ ਆ, ਜਾਂ ਇਹ ਵੀ ਤਾਂ ਫਿਰ ਕਰਮਕਾਂਡ ਦੇ ਵਿੱਚ ਆਉਂਦੇ ਆ ਜੀ। ਆਂਟੀ ਨੇ ਜੇ ਅਸੀਂ ਉਹਨਾਂ ਦੇ ਉੱਤੇ ਅਮਲ ਨਹੀਂ ਕਰਦੇ, ਦੇਖੋ ਸਿੱਖ ਰਹਿਤ ਮਰਿਆਦਾ ਵਿੱਚ ਨਾ ਪਾਠ ਵਾਸਤੇ ਸਪਸ਼ਟ ਲਫ਼ਜ਼ ਲਿਖੇ ਨੇ ਕਿ ਜਿਹੜਾ ਪਾਠ ਹੈ, ਜਾਂ ਅਖੰਡ ਪਾਠ ਜਾਂ ਸਹਿਜ ਪਾਠ, ਉਹ ਘਰ ਦੇ ਪਰਿਵਾਰ ਦੇ ਜੀ ਮਿਲ ਕੇ ਆਪ ਕਰਨ। ਪਹਿਲੀ ਗੱਲ ਤਾਂ ਇਹ ਲਿਖੀ ਹੈ, ਤੇ ਦੂਜੀ ਗੱਲ ਇਹ ਲਿਖੀ ਹੈ ਕਿ ਜੇ ਆਪ ਨਹੀਂ ਕਰ ਸਕਦੇ ਤੇ ਕਿਸੇ ਚੰਗੇ ਪਾਠੀ ਤੋਂ ਸੁਣਨ। ਤੇ ਤੀਜੀ ਗੱਲ ਨਾਲ ਇਹ ਲਿਖੀ ਵੀ ਐਵੇਂ ਨਾ ਹੋਵੇ ਕਿ ਪਾਠੀ ਇਕੱਲਾ ਹੀ ਬਹਿ ਕੇ ਪੜ੍ਹਦਾ ਰਹੇ ਤੇ ਕੋਈ ਸੁਣਨ ਵਾਲਾ ਨਾ ਹੋਵੇ, ਤਾਂ ਇਹ ਬੇਅਦਬੀ ਸਮਝੀ ਜਾਏਗੀ, ਤਾਂ ਫਿਰ ਉਹ ਕਰਮਕਾਂਡ ਬਣ ਕੇ ਰਹਿ ਜਾਏਗਾ। ਜੇਕਰ ਅਸੀਂ ਕੋਈ ਸੁਣਨ ਵਾਲਾ ਨਹੀਂ ਹੈ ਔਰ ਅਸੀਂ ਉੱਤੇ ਅਮਲ ਨਹੀਂ ਕਰਦੇ, ਤਾਂ ਫਿਰ ਕਰਮਕਾਂਡ ਬਣ ਜਾਏਗਾ। ਇਸ ਲਈ ਸਾਨੂੰ ਚਾਹੀਦਾ ਵੀ ਅਸੀਂ ਬਾਣੀ ਆਪ ਪੜ੍ਹੀਏ, ਜੇ ਆਪ ਨਹੀਂ ਪੜ੍ਹ ਸਕਦੇ ਤੇ ਸੁਣੀਏ, ਔਰ ਸੁਣ ਕੇ ਪੜ੍ਹ ਕੇ ਉੱਤੇ ਅਮਲ ਕਰੀਏ। ਸੁਣਿਆ ਮੰਨਿਆ ਮਨ ਕੀਤਾ ਭਾਉ, ਫਿਰ ਸਾਡਾ ਪੜ੍ਹਨਾ ਸਫਲ ਹੋਏਗਾ। ਤੇ ਜੇ ਅਸੀਂ ਪੜ੍ਹ ਕੇ ਅਮਲ ਨਹੀਂ ਕਰਦੇ, ਤਾਂ ਫਿਰ ਇਹ ਸਾਡੇ ਤੇ ਵੀ ਲਾਗੂ ਹੁੰਦਾ ਹੈ। ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ। वेद पुराण पढ़े का क्या गुण, खर चंदन जस पारा। पढ़े सुने क्या हुई, जो सहज न मिली उस हुई। यानी जे ਅਸੀਂ ਅਮਲ ਨਹੀਂ ਕਰਦੇ ਤਾਂ ਫਿਰ ਤਾਂ ਪ੍ਰੋਬਲਮ ਹੈ ਹੀ ਹੈ। ਹਾਂਜੀ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਹੁਣ ਜਿਹੜਾ ਮਤਲਬ ਆਪਾਂ ਬਾਣੀ ਦੀ ਵਿਚਾਰ ਸਿੱਧ ਗੋਸ਼ਟ ਕਰ ਰਹੇ ਹਾਂ ਜੀ, ਹੁਣ ਦੇਖੋ ਤਾਂ ਪਾਤਸ਼ਾਹ ਦੇ ਕੋਲ ਤਾਂ ਉਸ ਵੇਲੇ ਕੋਈ ਗੁਰਬਾਣੀ ਨਹੀਂ ਸੀ। ਸਾਡੇ ਕੋਲ ਤਾਂ ਚਲੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਆ, ਬਾਣੀ ਹੈਗੀ ਉਹਨਾਂ ਦੀ। ਹਾਂਜੀ, ਉਹਨਾਂ ਦੇ ਕੋਲ ਤਾਂ ਕੋਈ ਬਾਣੀ ਨਹੀਂ ਸੀ, ਪਰ ਉਹਨਾਂ ਦੀ ਸੋਚ ਔਰ ਉਹਨਾਂ ਦੀ ਵਿਚਾਰ ਜਿਹੜੀ ਸੀ ਉਹ ਬਹੁਤ ਉੱਚੀ ਸੁੱਚੀ ਸੀਗੀ। ਹਾਂਜੀ, ਜਿਹੜਾ ਕਿ ਉਹਨਾਂ ਨੇ ਬਿਲਕੁਲ ਸੱਚ ਬਾਰੇ ਸਾਨੂੰ ਸਿਰਫ ਦੱਸਿਆ ਕਿ ਜਿਹੜਾ ਸੱਚ ਆ ਉਹਦੇ ਤੇ ਚੱਲਣਾ ਹੀ ਸਭ ਕੁਛ ਆ। ਹਾਂਜੀ ਬਿਲਕੁਲ ਯੂਨੀਵਰਸਲ ਟਰੁੱਥ ਨੂੰ ਅਪਣਾਉਣਾ ਹੀ ਸਾਡੀ ਜ਼ਿੰਦਗੀ ਦਾ ਜਿਹੜਾ ਬੇਸ ਹੈ। ਸੱਚਿਆਰ ਹੋਣਾ, ਮਨ ਵਚਨ ਔਰ ਕਰਮ ਕਰਕੇ ਸੱਚੇ ਹੋਣਾ ਜੀ। ਬਹੁਤ ਸੋਹਣੀ ਬਾਣੀ ਆ ਜੀ ਇਹ। ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਹ ਸਾਡੇ ਸਾਰਿਆਂ ਦੇ ਇਹ ਸਵਾਲ ਜਵਾਬ ਆ ਜੋ ਸਿੱਧਾਂ ਨੇ ਕੀਤੇ ਆ। ਮੈਂ ਤਾਂ ਸੋਚਦੀ ਕਿ ਸਿੱਧ ਤਾਂ ਫੇਰ ਵੀ ਧੰਨ ਧੰਨ ਸੀਗੇ ਕਿ ਉਹ ਮਹਾਰਾਜ ਦੇ ਅੱਗੇ ਬੈਠ ਕੇ
ਮਤਲਬ ਆਪਣੇ ਮਨ ਦੀਆਂ ਹਾਲਤਾਂ ਦੱਸ ਰਹੇ ਸੀ ਤੇ ਜਵਾਬ ਲੈ ਰਹੇ ਸੀ। ਹਾਂਜੀ, ਤੇ ਨਾਲੇ ਭੈਣ ਵੱਡੀ ਗੱਲ ਹੈ ਵੀ ਉਹਨਾਂ ਨੇ ਇਹ ਉੱਤਰ ਜਿਹੜੇ ਨੇ ਸੁਣ ਲਏ। ਸੁਣ ਲੈ, ਹਾਂਜੀ, ਇਹ ਅਸੀਂ ਚੀਜ਼ ਆ ਜੀ। ਅਸੀਂ ਹਾਂਜੀ, ਤੇ ਅਸੀਂ ਤੇ ਹਾਂ, ਸੁਣ ਕੇ ਰਾਜੀ ਨਹੀਂ, ਗੱਲ ਸਾਡੇ ਪੈਂਦਾ ਨਾ। ਕੋਲ, ਹਾਂਜੀ, ਸਾਡੇ ਕੋਲ ਉਨੀ ਸਹਿਜ ਹੈ ਨਹੀਂ ਕਿ ਅਸੀਂ ਉਹਨੂੰ ਸੁਣ ਵੀ ਸਕੀਏ, ਹਨਾ। ਅਸੀਂ ਤਾਂ ਛੋਟੀ ਜਿਹੀ ਗੱਲ ਨੂੰ ਵੀ ਨਹੀਂ ਸੁਣ ਸਕਦੇ ਹੈਗੇ। ਹਾਂਜੀ, ਇਸ ਤੇ ਝੱਟ ਕਹਿ ਦੇਣਾ, ਨਹੀਂ ਨਹੀਂ ਫਲਾਣੇ ਬਾਬਾ ਜੀ ਤੇ ਇੰਜ ਕਹਿੰਦੇ ਸੀ, ਤੁਸੀਂ ਐਵੇਂ ਕਿਵੇਂ ਕਹਿਤਾ। ਹਾਂਜੀ, ਹੁਣ ਜਿੱਦਾਂ ਤੁਸੀਂ ਕਹਿੰਦੇ ਸੀ ਜੀ, ਜਿਹੜੇ ਦੂਸਰੇ ਉਹ ਸਤਗੁਣ ਬਾਬੇ ਜਿਹੜੇ ਆ ਉਹ ਸੰਨਿਆਸੀ ਹੋ ਗਏ, ਛੱਡ ਗਏ, ਪਰ ਅੱਜ ਕੱਲ ਦੇ ਬਾਬੇ ਤਾਂ ਉਹ ਜਿੱਦਾਂ ਬਾਣੀ ਦੇ ਵਿੱਚ ਹੈਗਾ ਭਈ ਉਹ ਤਾਂ ਪੂਰਾ ਡਾਲੀਆਂ ਦੇ ਸਮੇਨ ਉਹ ਪੂਰਾ ਪੌਦਾ ਵੀ ਗਟਕਾਈ ਜਾਂਦੇ, ਖਾਈ ਜਾਂਦੇ ਆ, ਹਨਾ। ਮਤਲਬ ਲਾਲਾ ਸੋ ਸਾਨੂੰ ਪੇਡਾ ਵੀ ਖਾ ਬਿਲਕੁਲ ਰਹੇ ਆ, ਹਨਾ, ਸਾਨੂੰ ਵੀ ਖਾ ਰਹੇ ਆ, ਤੇ ਉਹ ਛੱਡਿਆ ਤਾਂ ਉਹਨਾਂ ਨੇ ਕੁਛ ਨਹੀਂ ਹੈਗਾ। ਤੇ ਮਤਲਬ ਪਰਾਈ ਇਸਤਰੀ ਤੇ ਵੀ ਉਹਨਾਂ ਦੀ ਨਿਗਾਹ ਹੈਗੀ, ਪਰਾਏ ਧਨ ਤੇ ਵੀ ਉਹਨਾਂ ਦੀ ਨਿਗਾਹ, ਉਹ ਤਾਂ ਆਮ ਗ੍ਰਸਤੀ ਬੰਦੇ ਦੇ ਨਾਲੋਂ ਵੀ ਜ਼ਿਆਦਾ ਇਹ ਡਬਲ ਚੀਜ਼ਾਂ ਨੇ, ਕਰ ਉਹ ਰਹੇ ਆ। ਕੱਲੇ ਰਾਜਗੁਣੀ ਨਹੀਂ, ਉਹ ਰਾਜਗੁਣੀ ਔਰ ਤਮਗੁਣੀ ਉਹ ਡਬਲ ਨੇ। ਹਾਂਜੀ, ਹਾਂਜੀ, ਉਹਨਾਂ ਦੇ ਵਿੱਚ ਰਾਜਗੁਣ ਤੇ ਤਮਗੁਣ ਦੋਵੇਂ ਹੀ ਨੇ, ਮਤਲਬ ਲਾਲਚ ਵੀ ਹੈ ਤੇ ਅਗਿਆਨਤਾ ਭਰਿਆ ਕਰਮ ਵੀ ਫੈਲਾ ਰਹੇ ਨੇ, ਔਰ ਲਾਲਚ ਵੀ ਤੇ ਹੈ ਹੀ ਹੈ। ਹਾਂਜੀ, ਹੁਣ ਜੇ ਅਸੀਂ ਇਹਦੇ ਬਾਰੇ ਗੱਲ ਵੀ ਕਰਦੇ ਹੋਣੇ, ਸਾਡੇ ਵਿੱਚ ਕਈਆਂ ਨੇ ਸੋਚਣਾ ਇਹ ਤਾਂ ਨਿੰਦਾ ਕਰ ਰਹੇ ਹਾਂ ਅਸੀਂ ਜੀ। ਹੁਣ ਤਾਂ ਕਲਾਸ ਵਿੱਚ ਤਾਂ ਮੇਰੇ ਖਿਆਲ ਚ ਇਸ ਲੈਵਲ ਤੇ ਸਾਰੇ ਆ ਹੀ ਗਏ ਨੇ ਵੀ ਨਿੰਦਾ ਔਰ ਸੱਚਾਈ ਦਾ ਪਤਾ ਹੀ ਹੈ ਹੁਣ ਤਾਂ। ਹਾਂਜੀ ਹੂੰ। ਜੀ, ਹਾਂਜੀ, ਥੈਂਕ ਯੂ ਗਿਆਨੀ ਜੀ, ਠੀਕ ਹੈ ਬਹੁਤ ਜੀ। ਵਧੀਆ ਆ ਬਾਣੀ। ਹਾਂਜੀ, ਠੀਕ ਹੈ ਜੀ, ਥੈਂਕ ਯੂ। ਤੇ ਸਾਡੇ ਨਾਲ ਭਾਈ ਨੀਨਾ ਜੀ ਹਾਂਜੀ ਮੇਰਾ ਖਿਆਲ ਉਹ ਵੀ ਅਨਮਿਊਟ ਹੋਏ ਆ ਤੇ ਉਹ ਵੀ ਕੁਝ ਹਾਂਜੀ ਕਹਿਣਾ ਚਾਹੁੰਦੇ। ਹਾਂਜੀ, ਹਾਂਜੀ, ਮੈਂ ਇਹ ਕਹਿ ਰਹੀ ਸੀਗੀ ਕਿ ਇਹ ਜੋ ਕੁਝ ਅਸੀਂ ਹੁਣ ਸਿੱਖ ਰਹੇ ਹਾਂ, ਇਹ ਸਾਨੂੰ ਆਪਣੇ ਬੱਚਿਆਂ ਨੂੰ ਹੁਣ ਤੋਂ ਸਿਖਾਉਣਾ ਚਾਹੀਦਾ ਹੈਗਾ ਕਿ ਦੇਖੋ 올ਡ ਏਜ ਦੇ ਵਿੱਚ ਆ ਕੇ ਅਸੀਂ ਸਿੱਖਣਾ ਸ਼ੁਰੂ ਕੀਤਾ ਹੈ, ਤੇ ਇਹ ਚੀਜ਼ ਸਾਨੂੰ ਗੁਰਸਿੱਖ ਫੈਮਿਲੀ ਦੇ ਘਰ ਦੇ ਪੈਦਾ ਹੋ ਕੇ ਇਹ ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਣਾ ਚਾਹੀਦਾ ਸੀ ਕਿ ਬਾਣੀਆਂ ਦਾ ਕੀ ਮਤਲਬ ਹੈਗਾ ਤੇ ਕੀ ਗੁਰਸਿੱਖੀ ਦਾ ਮਤਲਬ ਹੈਗਾ, ਹਾਊ ਟੂ ਲਿਵ ਦ ਲਾਈਫ। ਸਿਰਫ ਕੇਸ ਰੱਖ ਲੈਣੇ, ਪਗੜੀ ਰੱਖ ਲੈਣੀ ਗੁਰਸਿੱਖੀ ਨਹੀਂ ਹੈਗੀ। ਹੋਰ ਬਹੁਤ ਕੁਝ ਹੈਗਾ ਗੁਰਸਿੱਖੀ ਦੇ ਵਿੱਚ ਜਿਹੜਾ ਅਸੀਂ ਜਿਹੜਾ ਅਸੀਂ ਕੱਢਦੇ ਨਹੀਂ ਹੈ। ਸਾਡੇ ਸਿੱਖਾਂ ਦੇ ਵਿੱਚ ਕੀ ਗੱਲ ਹੈਗੀ ਕਿ ਅਸੀਂ ਇੱਕ ਦੂਸਰੇ ਦੀ ਗਲਤੀਆਂ ਕੱਢਣ ਨੂੰ ਬੜੇ ਹੀ ਤੇਜ਼ ਹੈਗੇ ਆ। ਅਸੀਂ ਪਹਿਲਾਂ ਖੜੇ ਹੋ ਜਾਂਦੇ ਹਾਂ ਕਿ ਅਸੀਂ ਉਹਦੀ ਗਲਤੀ ਕਰੀਏ, ਉਸ ਨੂੰ ਕਿਸ ਤਰ੍ਹਾਂ ਉਹਨੂੰ ਗਿਰਾਈਏ, ਪਰ ਅਸੀਂ ਇਹ ਨਹੀਂ ਸੋਚਦੇ ਕਿ ਆਪਣੇ ਆਪ ਨੂੰ ਕਿਸ ਤਰ੍ਹਾਂ ਸੁਧਾਰੀਏ ਤੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਇਹ ਦਾਤ ਦੇਈਏ ਜਿਹੜੀ ਸਾਨੂੰ ਹੁਣ ਮਿਲ ਰਹੀ ਹੈ 올ਡ ਏਜ ਦੇ ਵਿੱਚ। ਤੇ ਮੈਂ ਤੇ ਕਹਿੰਦੀ ਹਾਂ ਬੱਚਿਆਂ ਨੂੰ ਨਹੀਂ ਦੇਵੋਗੇ ਤੇ ਅੱਗੋਂ ਜਿਹੜੀ ਸਾਡੀ ਸਿੱਖੀ ਹੈਗੀ ਚੱਲੇਗੀ, ਪਤਾ ਨਹੀਂ ਚੱਲੇਗੀ। ਥੈਂਕ ਯੂ ਜੀ ਨੀਨਾ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਹਾਂਜੀ, ਦੇਰ ਆਏ ਦਰੁਸਤ ਹੈ, ਜਿਵੇਂ ਭੈਣ ਕਹਿ ਰਹੀ ਸੀ ਬਜ਼ੁਰਗ ਅਵਸਥਾ ਵਿੱਚ ਦੇਰ ਆਏ ਦਰੁਸਤ ਹੈ। ਠੀਕ ਹੈ, ਹੁਣ ਵੀ ਅਸੀਂ ਆਪਣੇ ਪੁੱਤਰਿਆਂ ਨੂੰ ਇਹ ਦਾਤ ਦੇ ਸਕਨੇ ਅੱਗੇ। ਹਾਂ, ਮਤਲਬ ਕਿ ਜ਼ਰੂਰੀ ਹੈ ਪੋਤੇ ਪੋਤਰੀਆਂ ਨੂੰ ਦੇਣੀ, ਇਹ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜੀ ਆਪਣਾ ਮਾਈਂਡ ਜਿਹੜਾ ਹੈ ਨਾ ਉਹ ਕਲੀਅਰ ਹੋਣਾ ਚਾਹੀਦਾ, ਜਿਹੜੀ ਤੁਹਾਡੀ ਸੋਚ ਆ ਸਪਸ਼ਟ ਹੋਣੀ ਚਾਹੀਦੀ ਆ। ਜੇ ਸਪਸ਼ਟ ਸੋਚ ਹੋ ਗਈ ਫਿਰ ਬਿਲਕੁਲ ਤੁਹਾਡੀ ਗੱਲ ਭੈਣ ਜੀ ਸਹੀ ਹੈ ਕਿ ਭਾਵੇਂ ਐਸ ਏਜ ਤਾਂ ਬਿਮਾਰਲੀ ਏਜ ਦੇ ਵਿੱਚ ਸਾਨੂੰ ਵੀ ਐਕਚੁਅਲੀ ਜਿਹੜੇ ਹੁਣ ਜਿੱਦਾਂ ਵੀ ਆਪਣੀ ਏਜ ਗਰੁੱਪ 'ਚ ਹੈਗੇ ਆ, ਸਾਨੂੰ ਅੱਜ ਤਾਈਂ ਜੋ ਕੁਝ ਦੱਸਿਆ ਗਿਆ ਸੀਗਾ ਉਹ ਟਰੂ ਨਹੀਂ ਨਿਕਲਿਆ। ਠੀਕ ਹੈ ਜੀ, ਜੇ ਹੁਣ ਸਾਨੂੰ ਪਤਾ ਲੱਗਦਾ ਜਿਹੜਾ ਟਰੂਥ ਹੈਗਾ ਆ, ਉਹ ਘੱਟੋ ਘੱਟ ਜਿਹੜੀਆਂ ਸਾਡੇ ਗਾਹਾਂ ਪੋਤੇ ਪੋਤੀਆਂ ਜਾਂ ਈਵਨ ਪੁੱਤ ਵੀ ਹੈਗੇ, ਧੀਆਂ ਵੀ ਹੈਗੀਆਂ, ਉਹਨਾਂ ਦੇ ਗਾਹਾਂ ਬੱਚੇ ਹੈਗੇ, ਜਿੱਥੋਂ ਤਾਈਂ ਆਪਾਂ ਹੈਲਪ ਕਰ ਸਕਦੇ ਉਹਨਾਂ ਨੂੰ ਸਿੱਧੇ ਰਾਹ ਤੇ ਪਾ ਦਈਏ ਤਾਂ ਕਿ ਉਹ ਭਟਕਣ ਨਾ। ਹਾਂਜੀ, ਉਹ ਜਿਹੜੇ ਕਰਮ ਕਾਂਡ ਆ ਉਹਨਾਂ ਦੇ ਵਿੱਚ ਨਾ ਪੈ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜੀ ਲੈਣ। ਇਹੀ ਸਿਰਫ ਏਮ ਆ, ਔਰ ਇਹੀ ਗੁਰੂ ਨਾਨਕ ਸਾਹਿਬ ਦੀ ਸਾਰੇ ਗੁਰੂਆਂ ਦੀ ਤੇ ਬਾਕੀ ਭਗਤਾਂ ਦੀ ਜਿਹੜੀ ਸੋਚ ਸੀਗੀ ਨਾ, ਉਹ ਇਹੀ ਸੀਗੀ। ਇਹਨੂੰ ਮਿਟਾਉਣ ਤੇ ਬਾਕੀ ਜਿਹੜੇ ਦੂਵੇ ਪਾਸੇ ਜਿਹੜੇ ਪੁਜਾਰੀ ਲੋਕ ਸੀਗੇ ਨਾ, ਉਹਨਾਂ ਨੇ ਇਹਨੂੰ ਮਿਟਾਉਣ ਵਾਸਤੇ ਬਹੁਤ ਜ਼ੋਰ ਲਾਇਆ। ਉਹ ਬਹੁਤ ਕਿੱਥੇ ਤੱਕ ਮੇਰਾ ਖਿਆਲ ਸਕਸੈਸਫੁਲ ਵੀ ਉਹ ਹੈਗੇ ਆ। ਠੀਕ ਹੈ ਜੀ, ਇਸ ਕਰਕੇ ਆਪਾਂ ਕਰਮ ਕਾਂਡਾਂ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਕਿਹੜੇ ਕਰਮ ਕਾਂਡ ਕਰ ਰਹੇ ਹਾਂ। ਅਸੀਂ ਕਹਿੰਦੇ ਵੀ ਇਹ ਨੋਰਮਲ ਆ, ਪਰ ਸਿੱਖੀ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੋਰਮਲ ਨਹੀਂ, ਗੁਰਬਾਣੀ ਉਹਦਾ ਕੱਟਦੀ ਆ ਉਹਨਾਂ ਚੀਜ਼ਾਂ ਨੂੰ, ਪਰ ਅਸੀਂ ਫੇਰ ਮੁੜ ਕੇ ਉੱਥੇ ਫਸਦੇ ਹਾਂ। ਸੋ ਮੈਂ ਇਹ ਕਹਿੰਦਾ ਜੀ, ਜਿੱਦਾਂ ਆਪਣੇ ਨੀਨਾ ਜੀ ਨੇ ਕਿਹਾ, ਤੁਹਾਨੂੰ ਜੇ ਪਤਾ ਲੱਗ ਗਿਆ ਨਾ, ਕਲੀਅਰ ਹੋ ਗਿਆ, ਤਾਂ ਜ਼ਰੂਰ ਦੇ ਕੇ ਜਾਓ ਆਪਣੇ ਧੀਆਂ ਪੁੱਤਾਂ ਨੂੰ, ਗਾਹਾਂ ਪੋਤੇ ਪੋਤੀਆਂ ਨੂੰ, ਦੋਤੇ ਦੋਤੀਆਂ ਨੂੰ ਜ਼ਰੂਰ ਦੱਸ ਕੇ ਜਾਓ ਤਾਂ ਕਿ ਉਹਨਾਂ ਦੀ ਉਹ ਹਾਲਤ ਨਾ ਹੋਵੇ ਕਿ 50 ਸਾਲਾਂ ਬਾਅਦ ਜਾ ਕੇ ਉਹਨਾਂ ਨੂੰ ਪਤਾ ਲੱਗੇ ਵੀ ਓਹੋ ਅਸੀਂ ਤਾਂ ਕਿੱਥੇ ਨੇਰੇ 'ਚ ਫਿਰਦੇ ਰਹੇ। ਅਸੀਂ ਕਹਿੰਦੇ ਹਾਂ ਵੀ ਅਸੀਂ ਨੇਰੇ 'ਚ ਫਿਰਦੇ ਰਹੇ, ਚਲੋ ਫੇਰ ਵੀ ਸਾਨੂੰ ਦੇਰ ਆਏ ਦਰੁਸਤ ਆਏ ਜਾਂ ਕਿੱਦਾਂ ਜਿੱਦਾਂ ਗਿਆਨੀ ਜੀ ਕਹਿੰਦੇ ਆ, ਤੇ ਇਸ ਕਰਕੇ ਸਾਨੂੰ ਇਹ ਬਹੁਤ ਲੋੜ ਹੈਗੀ ਆ। ਅਸੀਂ ਉਹਨਾਂ ਨੂੰ ਇੱਕ ਚੰਗੇ ਸਿਟੀਜ਼ਨ ਬਣਾ ਸਕੀਏ, ਇਹ ਗੁਰਬਾਣੀ ਤੋਂ ਵੀ ਉੱਚੀ ਗੱਲ ਆ। ਉਹਨਾਂ ਨੂੰ ਚੰਗਾ ਜੀਵਨ ਦੇ ਸਕੀਏ, ਉਹਨਾਂ ਨੂੰ ਚੰਗੇ ਇਨਸਾਨ ਬਣਾ ਸਕੀਏ, ਕਿਉਂਕਿ ਅਸੀਂ ਸਾਰੇ ਚਾਹੁੰਦੇ ਸਾਡੇ ਨਿਆਣੇ ਡਾਕਟਰ ਬਣਨ, ਇੰਜੀਨੀਅਰ ਬਣਨ, ਪਰ ਅਸੀਂ ਕਦੇ ਵੀ ਨਹੀਂ ਸੋਚਦੇ ਕਿ ਸਾਡੇ ਬੱਚੇ ਕਦੇ ਗੁੱਡ ਇਨਸਾਨ ਵੀ ਬਣਨ।
ਸੋ ਠੀਕ ਹੈ ਜੀ, ਉਹਨਾਂ ਨੂੰ ਠੀਕ ਹੈ। ਜਸਵੀਰ ਕੌਰ ਜੀ ਤੁਸੀਂ ਵੀ ਅਨਮਿਊਟ ਹੋਏ ਆ, ਤੁਸੀਂ ਵੀ ਗੱਲ ਕਰੋ। ਮੈਂ ਤਾਂ ਸੋਚਦੀ ਸੀਗੀ ਕਿ ਬਿਫੋਰ ਜਪਜੀ ਸਾਹਿਬ ਜੀ ਦੇ ਪਾਠ ਨੂੰ ਵੀ ਅੰਡਰਸਟੈਂਡ ਕਰਾ, ਸਿੱਧ ਗੋਸ਼ਟ ਸਾਰਿਆਂ ਨੂੰ ਸੁਣਾਇਆ ਜਾਵੇ ਏਦਾਂ ਜਿੱਦਾਂ ਗਿਆਨੀ ਜੀ ਦੱਸਦੇ ਆ। ਆਈ ਥਿੰਕ ਜਪਜੀ ਸਾਹਿਬ ਜੀ ਦੀ ਵੀ ਫੇਰ ਸਮਝ ਛੇਤੀ ਪੈ ਸਕਦੀ ਹੈ। ਠੀਕ ਹੈ ਜੀ, ਆਪੋ ਆਪਣੀ ਸਮਝ ਹੈਗੀ, ਤੁਹਾਡੀ ਗੱਲ ਬਿਲਕੁਲ ਹਾਂਜੀ। ਸਹੀ ਹੈ ਜੀ। ਪਰ ਮੇਰਾ ਖਿਆਲ ਜਿੱਦਾਂ ਗਿਆਨੀ ਜੀ ਨੇ ਜਿਹੜੀਆਂ ਮੁੱਢਲੀਆਂ 15 ਜਿਹੜੀਆਂ ਗੱਲਾਂ ਦੱਸੀਆਂ ਸੀਗੀਆਂ ਨਾ ਜੀ, ਜੇ ਸਾਡੇ ਪੱਲੇ ਉਹੋ ਹੀ ਪੈ ਜਾਣ ਫਿਰ ਸਾਨੂੰ ਪੈ ਜਾਣ, ਬਹੁਤਾ ਕੁਛ ਕਰਨ ਦੀ ਲੋੜ ਨਹੀਂ ਹੈਗੀ। ਜਿੱਥੇ ਵੀ ਗੁਰਬਾਣੀ ਆਊਗੀ ਉਹਨਾਂ ਦੇ ਜਿਹੜੇ ਮੇਨ ਪੁਆਇੰਟ ਆ ਉਹ ਇਹਨਾਂ ਦੇ ਵਿੱਚ ਹੀ ਆ। ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ, ਜੇ ਉਹ ਸਾਡੀ ਸਮਝ 'ਚ ਆ ਗਏ ਤਾਂ ਸਾਡਾ ਰਾਹ ਬਹੁਤ ਪੱਧਰਾ ਹੋ ਸਕਦਾ। ਸਾਡਾ ਦਿਮਾਗ ਜਿਹੜਾ ਕਲਟਡ ਰਿਹਾ ਇਸ ਵੇਲੇ, ਜਿਹਦੇ ਵਿੱਚ ਬਹੁਤ ਕੁਝ ਫਸਿਆ ਪਿਆ, ਇੱਧਰੋਂ ਉੱਧਰੋਂ ਕੀ ਕਰੀਏ, ਕੀ ਮਤਲਬ ਕੀ, ਕੋਈ ਮਤਲਬਾਂ ਦਾ ਨਹੀਂ, ਬਹੁਤਾ ਕਨਫਿਊਜ਼ਨ ਨਹੀਂ ਰਹਿ ਜਾਂਦੀ, ਬਿਲਕੁਲ ਕਲੀਅਰ ਹੋ ਜਾਂਦੀ। ਤਾਂ ਤੁਸੀਂ ਸੇਧ ਲੈ ਕੇ ਤਾਂ ਤੁਸੀਂ ਆਪਣੀ ਜ਼ਿੰਦਗੀ ਜਿਉਣ ਲੱਗ ਪੈਂਦੇ ਆ। ਜਿਉਣ ਲੱਗ ਸਕਦੇ ਹਾਂ। ਬਸ ਇਹ ਮੇਨ ਚੀਜ਼ ਹੈ ਜੀ। ਏਦਾਂ ਇਹ 15 ਪੁਆਇੰਟ ਜਿਹੜੇ ਹੈਗੇ ਆ ਜੀ, ਜੇ ਉਹ ਸਾਨੂੰ ਸਮਝ ਆ ਗਏ ਤਾਂ ਤੁਹਾਡੀ ਕਲੈਰਿਟੀ ਆ ਗਈ, ਫਿਰ ਤੁਸੀਂ ਆਪਣੀ ਜ਼ਿੰਦਗੀ ਵੀ ਤੇ ਫਿਰ ਉਹਨਾਂ ਦੀ ਵੀ ਜਿਹੜੇ ਤੁਹਾਡੇ ਨਾਲ ਰਿਲੇਟਡ ਹੈ, ਚਾਹੇ ਧੀਆਂ ਪੁੱਤ ਆ, ਚਾਹੇ ਗਾਂ ਪੁੱਤ ਪੋਤੇ ਆ, ਚਾਹੇ ਤੁਹਾਡੇ ਯਾਰ ਦੋਸਤ ਵੀ ਹੈਗੇ ਆ, ਜਾਂ ਜੋ ਵੀ ਹੈ ਜਿਨ੍ਹਾਂ ਨੂੰ ਜਿਹੜੇ ਸਾਡੇ ਵਾਂਗੂ ਪਹਿਲਾਂ ਭਟਕ ਗਏ ਹੋ ਸਕੇ ਜਾਂ ਕਿੱਦਾਂ ਹਨਾ, ਤੇ ਉਹਨਾਂ ਨੂੰ ਤੁਸੀਂ ਹੈਲਪ ਕਰ ਸਕਦੇ ਆ ਹਨਾ। ਠੀਕ ਹੈ ਨਾ, ਪਰ ਆਪੂ ਨੂੰ ਪਹਿਲਾਂ ਕਲੈਰਿਟੀ ਆਉਣੀ ਚਾਹੀਦੀ ਹੈ ਤਾਂ ਤੇ ਤੁਸੀਂ ਕਰ ਆਪ ਸਕਦੇ। ਚੇਂਜ ਹੋਈਏ ਪਹਿਲਾਂ, ਫੇਰ ਆਪਾਂ ਗਾਹਾਂ ਨਿਆਣਿਆਂ ਨੂੰ ਦੱਸ ਸਕਦੇ ਹਾਂ ਕਿ ਏਦਾਂ ਆ ਹਨਾ ਗੱਲ। ਬਿਲਕੁਲ ਬਿਲਕੁਲ। ਹਾਂਜੀ। ਤੇ ਬਲਜੀਤ ਕੌਰ ਜੀ ਨਹੀਂ, ਅਸੀਂ ਕਦੀ ਕਹਿਣਾ ਸੋਚਿਆ ਵੀ ਨਹੀਂ ਉਸਦੇ ਇੰਨੀ ਡੂੰਘਾਈ ਵਿੱਚ ਆਏ ਰੀਅਲੀ। ਤੁਹਾਡੀ ਗੱਲ ਕੱਟ ਹੋ ਕੇ ਆਈ, ਇੱਕ ਵਾਰ ਫੇਰ ਮੈਂ ਕਿਹੋ ਕਿਹਾ ਜੀ। ਅਸੀਂ ਦਿਨ ਕਦੀ ਸੋਚਿਆ ਵੀ ਨਹੀਂ ਸਿੱਧ ਗੋਸ਼ਟ ਦੇ ਵਿੱਚ ਇੰਨੇ ਸੋਹਣੇ ਆਨਸਰ ਦਿੱਤੇ ਨੇ ਜੀਵਨ ਦੇ ਥਰੂ ਜੀ ਨਹੀਂ ਮੈਂ ਕਿਹਾ ਅਸੀਂ ਕਦੀ ਸਿੱਧ ਗੋਸ਼ਟ ਨੂੰ ਕਦੀ ਇਸ ਤਰ੍ਹਾਂ ਪੜ੍ਹਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਇਸ ਤਰ੍ਹਾਂ ਹੀ ਪੜ੍ਹ ਲਿਆ। ਇਹਦੇ ਡੂੰਘਾਈ ਦੇ ਅਰਥ ਅੱਜ ਪਤਾ ਚੱਲੇ ਨੇ ਰੀਅਲੀ। ਦਰਅਸਲ ਸਾਰੀ ਗੁਰਬਾਣੀ ਦਾ ਇਹ ਹਾਲ ਹੈ ਜੀ, ਜੇ ਤਾਂ ਆਪਾਂ ਪੜ੍ਹ ਕੇ ਤਾਂ ਆਪਾਂ ਜਿੱਦਾਂ ਤੋਤਾ ਰਟਣ ਵਾਲੀ ਗੱਲ ਕਰਦੇ ਹੁੰਦੇ ਸੀਗੇ ਨਾ, ਵੀ ਆਪਾਂ ਗਲੋਂ ਗਲਾਵਾਂ ਲਾਉਂਦੇ ਹੁੰਦੇ ਸੀ ਕਿ ਸਾਡਾ ਪਾਠ ਰਹਿ ਨਾ ਜਾਵੇ, ਸਮਝ ਆਵੇ ਚਾਹੇ ਨਾ ਆਵੇ, ਇਹ ਕੋਈ ਗੱਲ ਨਹੀਂ ਹੈਗੀ। ਇਦਾਂ ਹੀ ਹੁੰਦਾ ਸੀਗਾ ਜੀ, ਜਿੰਨੀਆਂ 5 ਬਾਣੀਆਂ ਪੜ੍ਹ ਲਓ ਜਾਂ 25 ਬਾਣੀਆਂ ਪੜ੍ਹ ਲਓ, ਰੋਜ਼ ਦੀਆਂ ਆਪਾਂ ਢੇਰ ਲਾਈ ਜਾਂਦੇ ਸੀਗੇ, ਪਰ ਉਹ ਪੜ ਗੱਡੀ ਲੱਦੀ ਵਾਲਾ ਕੰਮ ਸੀਗਾ। ਗੱਲ ਸਮਝਣ ਦੀ, ਜੇ ਸਮਝ ਹੀ ਨਹੀਂ ਤਾਂ ਫਿਰ ਤੁਹਾਡੇ ਪੱਲੇ ਕੱਖ ਨਹੀਂ ਪਿਆ। ਪਰ ਸਮਝਾਉਣ ਵਾਲੇ ਵੀ ਗਿਆਨੀ ਮੋਹਰ ਸਿੰਘ ਜੀ ਵਰਗੇ ਚਾਹੀਦੇ ਆ। ਬਹੁਤ ਸੋਹਣੀ ਤਰ੍ਹਾਂ ਸਮਝਾਉਂਦੇ ਨੇ। ਧੰਨਵਾਦ ਜੀ, ਧੰਨਵਾਦ ਤੁਹਾਡਾ ਸਾਰਿਆਂ ਦਾ। ਬਾਬਾ ਜੀ ਮਿਹਰ ਕਰਨ, ਵਿਚਾਰਾਂ ਦੇ ਨਾਲ ਸਹਿਮਤੀ ਪ੍ਰਗਟਾਈ, ਬਹੁਤ ਧੰਨਵਾਦ। ਬਸ ਸਿਰਫ ਨਾ ਜਿਵੇਂ ਵੀਰ ਜੀ ਨੇ ਕਿਹਾ ਉਹ 10-15 ਗੱਲਾਂ ਜਿਹੜੀਆਂ ਤੁਹਾਨੂੰ ਲਿਖਾਈਆਂ ਨੇ, ਉਹੀ ਚੇਤਾ ਉਹਨਾਂ ਨੂੰ ਤੁਸੀਂ ਰੱਟ ਲਓ ਤੇ ਉਹਨਾਂ ਨੂੰ ਅਪਣਾ ਲਓ ਤੇ ਬਾਕੀ ਸਾਰਾ ਕੁਝ ਕਲੀਅਰ ਆਟੋਮੈਟਿਕਲੀ ਹੋ ਜਾਣਾ ਹੈ। ਬਿਲਕੁਲ ਸਹੀ ਗੱਲ। ਹਾਂਜੀ ਭਾਈ ਸਾਹਿਬ ਜਿਹੜੇ ਬੱਚੇ ਇਸ ਕੰਟਰੀ ਦੇ ਵਿੱਚ ਪੈਦਾ ਹੋਏ ਤੇ ਵੱਡੇ ਹੋਏ ਨਾ, ਉਹ ਬੜੇ ਹੀ ਸੁੱਚੇ ਸੁਚੱਜੇ ਹੈਗੇ ਜੇ। ਹਾਂਜੀ, ਨਾ ਉਹ ਝੂਠ ਬੋਲਦੇ, ਨਾ ਉਹਨਾਂ ਦੇ ਕੋਈ ਫਰੇਬ ਹੈਗਾ। ਤੇ ਮੈਂ ਇੱਕ ਵਾਰੀ ਮੇਰੀ ਟੈਲੀਫੋਨ ਕਾਲ ਹੈ, ਮੈਂ ਕਾਲ ਤੇ ਸੀ ਤੇ ਮੇਰੀ ਟੈਲੀਫੋਨ ਵੱਜੀ ਤੇ ਮੈਂ ਆਪਣੀ ਬੇਟੀ ਨੂੰ ਕਿਹਾ ਕਿ ਤੂੰ ਉਹਨੂੰ ਕਹਿ ਦੇ ਟੈਲੀਫੋਨ ਤੇ ਕਿ ਮੇਰੀ ਮਮ ਘਰ ਨਹੀਂ ਹੈਗੀ। ਤੇ ਉਹਨੇ ਟੈਲੀਫੋਨ ਚੁੱਕ ਕੇ ਕਹਿੰਦੀ ਹੈ ਮਾਈ ਮਮ ਸੇਜ਼ ਸ਼ੀ ਇਜ਼ ਨਾਟ ਐਟ ਹੋਮ। ਯੈਸ ਹਾਂਜੀ। ਤੇ ਉਹ ਬੱਚੇ ਸਾਡੇ ਬਿਲਕੁਲ ਝੂਠ ਨਾ ਬੋਲਦੇ ਨੇ, ਨਾ ਉਹ ਗਲਤ ਸੋਚਦੇ ਨੇ, ਤੇ ਬੜੇ ਹੀ ਨਿਮਰਤਾ ਵਾਲੇ ਬੱਚੇ ਹੈਗੇ ਆ। ਇਹਨਾਂ ਦੇਸ਼ਾਂ ਵਿੱਚ ਬੱਚੇ ਝੂਠ ਘੱਟ ਬੋਲਦੇ ਨੇ। ਅੱਛੀ ਗੱਲ ਹੈ, ਸਾਨੂੰ ਸਿਖਾ ਰਹੇ ਨੇ ਝੂਠ ਨਹੀਂ ਬੋਲਣਾ। ਜਿਹੜੀ ਗੱਲ ਉਹਨਾਂ ਨੂੰ ਦੇਸ਼ ਦੇ ਵਿੱਚ ਜਿਹੜੀ ਗੱਲ ਉਹ ਐਜੂਕੇਸ਼ਨ ਬਾਹਰ ਸਿੱਖਦੇ ਆ ਨਾ ਜੀ, ਸਕੂਲਾਂ ਦੇ ਵਿੱਚ ਵੀ ਉਹਨਾਂ ਨੂੰ ਗੁੱਡ ਸਿਟੀਜ਼ਨ ਬਣਾਉਣ ਵਾਸਤੇ ਉਹ ਸਾਰੀ ਐਜੂਕੇਸ਼ਨ ਦੇ ਰਹੇ ਆ। ਪਰ ਜਿੱਦਾਂ ਨੀਨਾ ਜੀ ਨੇ ਕਿਹਾ ਨਾ ਵੀ ਉਹਨਾਂ ਨੂੰ ਕਹਿ ਦੇ ਕਿ ਮੈਂ ਘਰ ਹੈ ਨਹੀਂ, ਤੇ ਉਹਨਾਂ ਨੇ ਇਹੀ ਕਹਿਣਾ ਵੀ ਮੇਰੀ ਮੰਮੀ ਕਹਿੰਦੀ ਮੈਂ ਘਰ ਹੈ ਨਹੀਂ। ਠੀਕ ਹੈ ਨਾ, ਠੀਕ ਹੈ ਨਾ, ਉਹ ਗੱਲ ਉਹ ਸਹੀ ਆ, ਕਿਉਂਕਿ ਉਹ ਝੂਠ ਨਹੀਂ ਬੋਲਦੇ, ਪਰ ਆਪਾਂ ਉਹਦੇ ਵਿੱਚ ਐਡ ਕਰਕੇ ਉਹਨਾਂ ਨੂੰ ਕਹਿੰਦੇ ਆ ਵੀ ਪੁੱਤ ਬੋਲ ਝੂਠ, ਏਦਾਂ ਹੀ ਦੁਨੀਆ ਚੱਲਦੀ ਆ। ਉਹ ਜਿਹੜੀ ਉਹ ਦੁਨੀਆ ਚੱਲਦੀ ਆ ਉਹਨੂੰ ਹਟਾਉਣ ਵਾਸਤੇ ਪਹਿਲਾਂ ਤਾਂ ਸਾਨੂੰ ਆਪਣੇ ਆਪ ਨੂੰ ਰੋਕਣਾ ਪੈਣਾ। ਸਾਨੂੰ ਵੀ ਸਾਡੇ ਬੜੇ ਵਡੇਰਿਆਂ ਨੇ ਇਹ ਦੱਸਦੇ ਸੀਗੇ ਵੀ ਥੋੜਾ ਜਿਹਾ ਕਲੈਵਰ ਹੋ ਕੇ ਚੱਲੋ, ਥੋੜਾ ਜਿਹਾ ਚਤੰਨ ਹੋ ਜਾਓ। ਆ ਚਤੰਨ ਹੋਣਾ ਆ ਜੀ, ਵੀ ਉਹਨੂੰ ਕਹਿ ਦਿਓ ਵੀ ਮੈਂ ਘਰ ਹੈ ਨਹੀਂ। ਹਾਂ, ਇਹ ਚਤੰਨ ਹੋਣਾ ਨਹੀਂ, ਇਹ ਤਾਂ ਪਾਗਲਪਣ ਹੈ ਜੇ ਦੇਖਣਾ ਹੋਵੇ ਤਾਂ। ਪਰ ਉਹ ਠੀਕ ਹੈ, ਬਾਹਰ ਝੂਠ ਬੋਲਦੇ, ਸਾਰਾ ਕੁਝ ਚੱਲਦਾ, ਪਰ ਥੋੜਾ ਜਿਹਾ ਜੇ ਅਕਲ ਲਈਏ, ਜਿੱਥੇ ਨਹੀਂ ਵੀ ਲੋੜ ਆਪਾਂ ਉੱਥੇ ਵੀ ਬੋਲੀ ਜਾਂਦੇ ਬਿਨਾਂ ਗੱਲ ਤੇ, ਹਨਾ। ਆਹ ਗੱਲਾਂ ਜਿਹੜੀਆਂ ਕਲੀਅਰ ਹੋ ਗਈਆਂ, ਇਹਨਾਂ ਦੇ ਵਿੱਚ ਸਾਨੂੰ ਬਹੁਤ ਕਲੈਰਿਟੀ ਮਿਲਦੀ ਆ। ਔਰ ਇਹਨਾਂ ਨੂੰ ਅਪਲਾਈ ਕਰਨਾ ਚਾਹੀਦਾ। ਮੇਨ ਚੀਜ਼ ਤਾਂ ਇਹ ਆ, ਅਪਲਾਈ ਕਰੋ ਤੇ ਤੁਸੀਂ ਆਪਣੇ ਦੇਖੋਗੇ ਕਿ ਤੁਹਾਡੇ ਵਿੱਚ ਆਪਣੇ ਆਪ ਹੀ ਕਈ ਚੇਂਜਸ ਆਉਣੀਆਂ ਸ਼ੁਰੂ ਹੋ ਜਾਣੀਆਂ, ਜਿਹੜੀਆਂ ਤੁਸੀਂ ਆਪਣਾ ਮਹਿਸੂਸ ਕਰੋਗੇ ਵੀ ਐਡਾ ਭਾਰ ਲੈ ਗਿਆ ਮੇਰੇ ਦਿਮਾਗ ਤੋਂ। ਇਹ ਭਾਰ ਲਾਉਣ ਵਾਲੀ ਗੱਲ ਹੈ। ਜੇ ਤੁਸੀਂ ਉਹਨੂੰ ਨਹੀਂ ਲਾਓਗੇ ਤਾਂ ਫਿਰ ਜਿੱਦਾਂ ਪਹਿਲਾਂ ਚੱਲਦੀ ਹੈ ਉਦਾਂ ਹੀ ਤੁਸੀਂ ਮੰਨੀ ਚਲੋ, ਤਾਂ ਫਿਰ ਤਾਂ ਕੋਈ ਫਰਕ ਨਹੀਂ ਪਿਆ। ਫਿਰ ਸਾਰਾ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲਓਗੇ, ਸਮਝ ਵੀ ਲਓਗੇ, ਤਾਂ ਫਿਰ ਉੱਪਰ 'ਚ ਲੰਘ ਜਾਣਾ ਸਾਰਾ ਕੁਝ।
ਨਹੀਂ ਸੋਚਣ ਦੇ ਬੰਦਾ ਮਜਬੂਰ ਹੋ ਜਾਂਦਾ ਹੈ ਸੁਣ ਕੇ ਇਸ ਕਥਾ ਸਭ ਹਾਂਜੀ ਕਿ ਵਾਕਈ ਹਾਂਜੀ। ਅਸੀਂ ਕੁਝ ਸਮਝ ਹੀ ਨਹੀਂ ਪਾਏ ਜ਼ਿੰਦਗੀ ਦੇ ਵਿੱਚ। ਠੀਕ ਹੈ ਜੀ, ਹੋਰ ਹੁਣ ਤੁਹਾਨੂੰ ਕੋਈ ਮਜਬੂਰੀ ਨਹੀਂ, ਹੁਣ ਤੁਸੀਂ ਬੇਸ਼ੱਕ ਜਾਓ ਸਾਰੇ ਜਣੇ। ਹੁਣ ਤੁਹਾਡੀ ਅੱਜ ਬਥੇਰੀ ਹੋ ਗਈ ਆ, ਦੋ ਤਰ੍ਹਾਂ ਦੀ ਹਾਂਜੀ। ਐਜੂਕੇਸ਼ਨ ਹੋ ਗਈ ਆ, ਇੱਕ ਥੈਂਕ ਯੂ। ਗੁਰੂ ਗ੍ਰੰਥ ਸਾਹਿਬ ਦੀ ਵੀ ਹੋ ਗਈ ਆ ਤੇ ਇੱਕ ਕੇਨੀਆ ਦੀ ਵੀ ਹੋ ਗਈ ਆ, ਜੰਬੋ ਤੇ ਹੂ ਜੰਬੋ ਤੇ ਸੀ ਜੰਬੋ, ਤੇ ਆਪਾਂ ਕੱਲ ਨੂੰ ਇੱਥੋਂ ਸ਼ੁਰੂ ਕਰਨੀ ਆ। ਤੇ ਅੱਜ Okay. ਹੁਣ ਇੱਥੋਂ ਖਤਮ ਕਰਦੇ ਹਾਂ ਜੀ, ਅੱਜ ਦੀ ਜਿਹੜੀ ਸਾਡੀ ਸਮਾਪਤੀ ਹੈ ਜੀ। ਜੰਬੂ ਜੰਬੂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਸਾਰੇ ਤਰ੍ਹਾਂ ਹਿੱਸਾ ਲੈਣ ਦਾ ਜੀ। ਤੇ ਆਪਾਂ ਕੱਲ ਨੂੰ ਮੁੜ ਕੇ 1 ਵਜੇ ਫੇਰ ਐਸੇ ਪਲੇਟਫਾਰਮ ਤੇ ਆਵਾਂਗੇ ਜੀ, ਇੰਗਲੈਂਡ ਦੇ ਟਾਈਮ ਦੇ ਮੁਤਾਬਕ। ਤੇ ਉਹ ਤਾਂ ਛੁੱਟੀਆਂ ਲਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਲੇਟਫਾਰਮ ਨੰਬਰ ਕਿਹੜਾ ਹੈਗਾ?